ਸਾਡੇ ਆਜ਼ਾਦੀ ਸੰਗਰਾਮ ਦੇ ਇਤਿਹਾਸ ਦੇ ਵਿੱਚ ਗਦਰ ਪਾਰਟੀ ਦੀ ਭੂਮਿਕਾ ਬੜੀ ਉਜਲ ਭੂਮਿਕਾ ਦੇ ਤੌਰ ਤੇ ਅੱਜ ਕੱਲ੍ਹ ਵਿਚਾਰੀ ਜਾ ਰਹੀ ਔਰ ਗਦਰ ਲਹਿਰ ਦੀ ਜਾਂ ਗਦਰ ਪਾਰਟੀ ਦੀ ਸਥਾਪਨਾ ਦੀ ਇਹ ਸੈਂਟਨਰੀ ਚੱਲ ਰਹੀ ਹੈ। ਸਾਰਾ ਵਰ੍ਹਾ ਇਸੇ ਨੂੰ ਹੀ ਡੈਡੀਕੇਟ ਕੀਤਾ ਹੋਇਆ ਔਰ ਇਸ ਕਰਕੇ ਹੀ ਗਲੋਬਲ ਟੈਲੀਕਾਸਟ ਨੇ ਇਸ ਵਿਸ਼ੇ ਦੇ ਉੱਤੇ ਇੱਕ ਵਿਚਾਰ ਵਟਾਂਦਰੇ ਦੀ ਨਿਰੰਤਰ ਲੜੀ ਸ਼ੁਰੂ ਕੀਤੀ ਹੋਈ ਹੈ, ਜਿਹਦੇ ਵਿੱਚ ਇਤਿਹਾਸਕਾਰ ਤੇ ਵਿਦਵਾਨ ਬੁਲਾ ਕੇ ਬੇਨਤੀ ਦੇ ਉੱਤੇ ਉਹਨਾਂ ਦੇ ਵਿਚਾਰ ਰਿਕਾਰਡ ਕੀਤੇ ਜਾਂਦੇ ਨੇ ਕਿ ਉਹ ਕੀ ਸੋਚਦੇ ਨੇ ਇਹਦੇ ਬਾਰੇ 'ਚ। ਔਰ ਅਸੀਂ ਇਹ ਦੇਖਿਆ ਹੈ ਕਿ 3 ਮੁੱਖ ਤੌਰ ਤੇ ਨੁਕਤੇ ਨੇ ਇਸ ਨਾਲ ਸੰਬੰਧਿਤ ਜਿਹੜੇ ਵਿਚਾਰੇ ਜਾ ਰਹੇ ਨੇ। ਇੱਕ ਤੇ ਫਾਰਮੇਸ਼ਨ ਹੈ ਜੋ ਗਦਰ ਪਾਰਟੀ ਦੀ, ਉਸ ਦਾ ਹੋਂਦ ਦੇ ਵਿੱਚ ਆਉਣਾ ਔਰ ਉਸ ਦੀ ਕੰਟਰੀਬਿਊਸ਼ਨ ਕਿ ਆਜ਼ਾਦੀ ਸੰਗਰਾਮ ਦੇ ਵਿੱਚ ਉਹਨਾਂ ਦੀ ਭੂਮਿਕਾ ਹੈ। ਤੇ ਤੀਸਰਾ ਹੈ ਜੋ ਬਹੁਤ ਹੀ ਸਰਗਰਮ ਵਿਚਾਰ ਦਾ ਵਿਸ਼ਾ ਬਣਿਆ ਹੋਇਆ, ਉਹਨਾਂ ਦੀ ਵਿਚਾਰਧਾਰਾ ਜਾਂ ਉਹ ਕਿਸ ਵਿਚਾਰਧਾਰਕ ਤੇ ਸੱਭਿਆਚਾਰਕ ਪਿਛੋਕੜ ਦੇ ਨਾਲ ਜੁੜੇ ਹੋਏ ਸਨ। ਸੋ ਇਹਨਾਂ ਹੀ 3 ਗੱਲਾਂ ਦੇ ਉੱਤੇ ਵਿਚਾਰ ਕਰਨ ਦੇ ਲਈ ਅੱਜ ਸਾਡੀ ਬੇਨਤੀ ਤੇ ਸਟੂਡੀਓ ਦੇ ਵਿੱਚ ਆਏ ਨੇ ਪ੍ਰੋਫੈਸਰ ਪਿਆਰਾ ਸਿੰਘ ਭੋਗਲ ਜੀ, ਜਿਹੜਾ ਕਿ ਆਪ ਵਿਦਵਾਨ ਨੇ, ਉੱਚ ਕੋਟੀ ਦੇ ਵਿਦਵਾਨ ਨੇ ਪੰਜਾਬ ਦੇ, ਔਰ ਸਾਹਿਤ ਦੇ ਵਿੱਚ ਵੀ ਉਹਨਾਂ ਦਾ ਸਿੱਕਾ ਹੈ। ਤੇ ਇਸੇ ਹੀ ਤਰ੍ਹਾਂ ਉਹ ਆਜ਼ਾਦੀ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਲਹਿਰਾਂ ਨੇ ਉਹਨਾਂ ਨੂੰ ਵੀ ਬਰੀਕੀ ਦੇ ਨਾਲ ਸਟੱਡੀ ਕਰਦੇ ਰਹਿੰਦੇ ਨੇ। ਤੇ ਇਸੇ ਤਰ੍ਹਾਂ ਹੀ ਸਿੱਖ ਇਤਿਹਾਸ ਦੇ ਉੱਤੇ, ਸਿੱਖ ਫਲਸਫੇ ਦੇ ਉੱਤੇ ਉਹਨਾਂ ਦੀ ਬੜੀ ਪਕੜ ਹੈ। ਅਸੀਂ ਉਹਨਾਂ ਦੇ ਬੜੇ ਧੰਨਵਾਦੀ ਹਾਂ। ਭੋਗਲ ਸਾਹਿਬ, ਤੁਸੀਂ ਆਏ ਹੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਕਿਉਂਕਿ ਜਿਵੇਂ ਕਿ ਮੈਂ ਹੁਣੇ ਦੱਸਿਆ ਹੀ ਆ ਕਿ ਅਸੀਂ ਇੱਕ ਲੜੀਵਾਰ ਵਿਚਾਰ ਸ਼ੁਰੂ ਕੀਤਾ ਹੋਇਆ, ਕਿਉਂਕਿ ਕਈ ਤਰ੍ਹਾਂ ਦੇ ਵਿਚਾਰ ਸਾਡੇ ਸਾਹਮਣੇ ਆ ਰਹੇ ਨੇ ਕਿ ਗਦਰੀ ਬਾਬੇ ਕੌਣ ਸਨ। ਅਸਲ ਵਿੱਚ ਇਹਦਾ ਵਿਸ਼ਾ ਹੀ ਇਹ ਹੈ ਕਿ ਗਦਰੀ ਬਾਬੇ ਕੌਣ ਸਨ, ਉਹਨਾਂ ਦਾ ਨਿਸ਼ਾਨੇ ਕੀ ਸਨ ਤੇ ਉਹਨਾਂ ਦੀ ਵਿਚਾਰਧਾਰਾ ਕਿਸ ਤਰ੍ਹਾਂ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਉਹ ਆਜ਼ਾਦੀ ਦੇ ਸੰਗਰਾਮ ਵਿੱਚ ਕੁੱਦੇ ਸਨ। ਅਸੀਂ ਇਹਨਾਂ ਹੀ ਮੁੱਦਿਆਂ ਦੇ ਬਾਰੇ 'ਚ ਤੁਹਾਡੇ ਤੋਂ ਵਿਚਾਰ ਜਾਣਨੇ ਚਾਹਾਂਗੇ। ਪਹਿਲਾਂ ਜੇ ਤੁਸੀਂ ਆਪਣੇ ਵਿਚਾਰ ਗਦਰ ਪਾਰਟੀ ਦੀ ਫਾਰਮੇਸ਼ਨ ਕਿਉਂ ਹੋਈ, ਕਿਸ ਤਰ੍ਹਾਂ ਉਹਨਾਂ ਨੇ ਸੋਚਿਆ ਕਿ ਦੇਸ਼ ਦੀ ਆਜ਼ਾਦੀ ਦੇ ਵਿੱਚ ਕੁੱਦ ਜਾਣਾ ਚਾਹੀਦਾ, ਉੱਥੋਂ ਅਗਰ ਤੁਸੀਂ ਆਪਣੀ ਗੱਲਬਾਤ ਸ਼ੁਰੂ ਕਰੋ ਤਾਂ ਜਲਦੀ ਦੇ ਨਾਲ ਸਾਡੇ ਦਰਸ਼ਕਾਂ ਨੂੰ ਸਮਝ ਆਉਣਾ ਸ਼ੁਰੂ ਹੋ ਜਾਏਗਾ। ਚਾਨਾ ਜੀ, ਮੈਂ ਤੁਹਾਡਾ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਮੈਨੂੰ ਇਸ ਵਿਸ਼ੇ ਉੱਤੇ ਗੱਲ ਕਰਨ ਦਾ ਮੌਕਾ ਦਿੱਤਾ ਹੈ। ਕਿਸੇ ਸਿਆਣੇ ਵਿਅਕਤੀ ਨੇ ਕਿਹਾ ਸੀ ਕਿ ਹਿਸਟਰੀ ਇਜ਼ ਟੀਚਿੰਗ ਫਿਲਾਸਫੀ ਜੀ ਥਰੂ ਐਗਜ਼ਾਮਪਲ। ਜੀ 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 ਤੋ ਇਤਿਹਾਸ ਪੜ੍ਹਨਾ ਪੜ੍ਹਾਉਣਾ ਜੀਵਨ ਜਾਚ, ਜੀਵਨ ਦਾ ਦਰਸ਼ਨ ਸਿੱਖਣ ਦਾ ਸਾਧਨ ਹੈ। ਇਸ ਕਰਕੇ ਮੇਰਾ ਮੁੱਖ ਵਿਸ਼ਾ ਭਾਵੇਂ ਸਾਹਿਤ ਹੈ, ਪਰ ਮੈਂ ਇਤਿਹਾਸ ਵਿੱਚ ਵੀ ਦਿਲਚਸਪੀ ਲੈਂਦਾ। ਜੀ 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 ਔਰ ਪੰਜਾਬ ਦੇ ਇਤਿਹਾਸ ਵਿੱਚ ਖਾਸ ਤੌਰ ਤੇ, ਕਿਉਂਕਿ ਇਤਿਹਾਸ ਨੇ ਹੀ ਸਾਨੂੰ ਜਿਹੋ ਜਿਹੇ ਅਸੀਂ ਚੰਗੇ ਬਾੜੇ ਹਾਂ ਸਿਰਜਿਆ ਹੈ। ਜੀ ਤੋ ਜਿਵੇਂ ਤੁਸੀਂ ਫਰਮਾਇਆ, ਗਦਰ ਪਾਰਟੀ ਦਾ ਬਣਨਾ ਸਾਡੇ ਇਤਿਹਾਸ ਦੀ ਬਹੁਤ ਮਹੱਤਵਸ਼ੀਲ ਘਟਨਾ ਜੀ। ਮੈਂ ਇਤਿਹਾਸ ਇਹ ਗਦਰ ਪਾਰਟੀ ਦਾ ਕਈ ਵਾਰ ਪੜ੍ਹਿਆ, ਪਿਛਲੇ ਦਿਨਾਂ ਵਿੱਚ ਵੀ ਮੈਂ ਫੇਰ ਪੜ੍ਹਿਆ। ਪਹਿਲਾ ਨੁਕਤਾ ਜਿਹੜਾ ਮੇਰੇ ਮਨ ਵਿੱਚ ਗਦਰ ਪਾਰਟੀ ਦਾ ਨਾਮ ਧਿਆਨ ਵਿੱਚ ਆਉਂਦਿਆਂ ਹੀ ਆਉਂਦਾ ਹੈ, ਉਹ ਇਹ ਹੈ ਵੀ ਸਾਡੇ ਇਹ ਦੇਸ਼ ਭਗਤ ਜਿਹਨਾਂ ਨੂੰ ਅੱਜ ਕੱਲ੍ਹ ਆਦਰ ਨਾਲ ਬਾਬੇ ਕਿਹਾ ਜਾਂਦਾ, ਉਦੋਂ ਤਾਂ ਜਵਾਨ ਸਨ। ਹਾਂਜੀ ਹਾਂਜੀ। ਇਹ ਪੰਜਾਬ ਤੋਂ ਉੱਠ ਕੇ ਗਏ ਜੀ, ਬਹੁਤੇ ਕਿਸਾਨ ਟੱਬਰਾਂ 'ਚੋਂ ਗਏ ਜੀ, ਬਾਕੀ ਦੂਜੇ ਟੱਬਰਾਂ ਵਿੱਚੋਂ ਵੀ ਗਏ ਜੀ ਜੀ, ਸਿੱਖ ਭਾਈਚਾਰੇ ਵਿੱਚੋਂ ਵੀ ਗਏ, ਹਿੰਦੂ ਭਾਈਚਾਰੇ 'ਚੋਂ ਵੀ ਗਏ, ਮੁਸਲਮਾਨ ਵੀ ਗਏ। ਜੀ ਜੀ। ਇਹ ਉੱਥੇ ਜਾ ਕੇ ਇੱਥੋਂ ਗਏ ਸੀ ਇੱਕੋ ਮਨੋਰਥ ਨਾਲ, ਹਾਂਜੀ, ਪੈਸੇ ਕਮਾਉਣੇ, ਕਮਾਈ ਕਰਨੀ, ਪੈਸੇ ਕਮਾ ਕੇ ਵਾਪਸ ਚਲੇ ਜਾਣਾ। ਜੀ, ਇਹ ਮਕਸਦ ਸੀ, ਆਰਥਿਕਤਾ ਇਹਨਾਂ ਦਾ ਮੋਟੀਵੇਸ਼ਨ ਸੀ। ਜੀ। ਪਰ ਉੱਥੇ ਜਾ ਕੇ ਥੋੜ੍ਹੇ ਸਾਲਾਂ ਵਿੱਚ ਇਹ ਮਤਲਬ ਜਿਹੜੇ ਪੰਜਾਬੀ ਜਾਣੇ ਸ਼ੁਰੂ ਹੋਏ ਆ ਪੱਛਮੀ ਦੇਸ਼ਾਂ ਵਿੱਚ 1900 ਦੇ ਨੇੜੇ ਤੇੜੇ ਗਏ। ਜੀ ਜੀ। ਪਹਿਲਾਂ ਕੈਨੇਡਾ ਵਿੱਚ ਗਏ ਆ 1908 ਤੱਕ, ਫਿਰ ਉੱਥੇ ਜਾਣ ਦੀਆਂ ਪਾਬੰਦੀਆਂ ਲੱਗ ਗਈਆਂ। ਜੀ। ਉਹ ਤੋਂ ਬਾਅਦ ਪੈਸੀਫਿਕ ਕੋਸਟ ਵਾਲੇ ਪਾਸਿਓਂ ਅਮਰੀਕਾ 'ਚ ਗਏ ਆ। ਤੋ ਇਹਨਾਂ ਨੇ 5-4 ਸਾਲ ਹੀ ਉੱਥੇ ਜਾ ਕੇ ਰੋਜ਼ੀ ਕਮਾਈ ਆ। ਇੱਕਦਮ ਹੀ ਇਹ ਰਾਜਨੀਤੀ ਵਿੱਚ ਆ ਗਿਆ। ਰਾਜਨੀਤੀ ਵੀ ਬਹੁਤ ਖਤਰਨਾਕ, ਬਹੁਤ ਕੁਰਬਾਨੀ ਮੰਗਣ ਵਾਲੀ, ਬਹੁਤ ਤਿਆਗ ਮੰਗਣ ਵਾਲੀ, ਵੀ ਆਜ਼ਾਦੀ ਲਈ ਲੜੀਏ।
ਅਸੀਂ ਗੁਲਾਮ ਹਾਂ। ਇੱਥੇ ਰਹਿੰਦਿਆਂ ਪੰਜਾਬ ਗੁਲਾਮ ਸੀ। 1849 ਵਿੱਚ ਪੰਜਾਬ ਅੰਗਰੇਜ਼ਾਂ ਦੇ ਅਧੀਨ ਆ ਗਿਆ ਸੀ। ਇਹ ਗੁਲਾਮ ਪੰਜਾਬ ਜੰਮੇ ਸੀ। ਇੱਥੇ ਨਹੀਂ ਜੋਸ਼ ਪੈਦਾ ਹੋਇਆ। ਇਹ ਨਹੀਂ ਵੀ ਇੱਥੇ ਜੋਸ਼ ਪੈਦਾ ਨਹੀਂ ਸੀ ਹੁੰਦਾ, ਹੋ ਰਿਹਾ ਸੀ, ਕਈ ਲੋਕ ਸ਼ਾਮਲ ਹੋ ਰਹੇ ਸੀ। ਇਹ ਮਹੱਤਵਪੂਰਨ ਨੁਕਤਾ ਹੈਗਾ। ਲੇਕਿਨ ਉੱਥੇ ਜਾ ਕੇ ਇਹ ਇਨ ਮਾਸ ਵੱਡੀ ਗਿਣਤੀ ਵਿੱਚ ਇਹ ਆਜ਼ਾਦੀ ਦੀ ਪ੍ਰਾਪਤੀ ਦੇ ਮਨੋਰਥ ਨਾਲ ਜੁੜ ਗਿਆ। ਤਾਂ ਇਹ ਮੇਰੇ ਮਨ 'ਚ ਵਾਰ-ਵਾਰ ਆਉਂਦਾ ਵੀ ਉਹ ਕਿਹੜੀ ਪ੍ਰੇਰਨਾ ਦਾ ਸੋਮਾ ਸੀ ਜਿਸ ਨੇ ਇਹਨਾਂ ਨੂੰ ਅਮਰੀਕਾ ਦੀ ਧਰਤੀ ਵਿੱਚ 4-5 ਸਾਲ ਰਹਿੰਦਿਆਂ ਹੀ ਆਜ਼ਾਦੀ ਦੀ ਲੜਾਈ ਦਾ ਖਿਆਲ ਇਹਨਾਂ ਦੇ ਮਨਾਂ ਵਿੱਚ ਆ ਗਿਆ। ਔਰ ਉਹਦਾ ਇੱਕ ਕਾਰਨ ਜਿਸ ਵੱਲ ਸਾਡੇ ਇਤਿਹਾਸਕਾਰ ਧਿਆਨ ਨਹੀਂ ਦਿੰਦੇ ਔਰ ਗਦਰ ਪਾਰਟੀ ਬਾਰੇ ਲਿਖੀਆਂ ਪੁਸਤਕਾਂ ਵਿੱਚ ਵੀ ਬਹੁਤਾ ਧਿਆਨ ਨਹੀਂ ਦਿੱਤਾ ਗਿਆ, ਉਹ ਇਹ ਹੈ ਕਿ ਅਮਰੀਕਾ ਜਿਹੜਾ ਜਿਹਨੂੰ ਆਪਾਂ USA ਕਹਿੰਦੇ ਹਾਂ, ਉਸ ਸਮੇਂ, ਅੱਜ ਦਾ ਮੈਂ USA ਦੀ ਗੱਲ ਨਹੀਂ ਕਰਦਾ, ਉਸ ਸਮੇਂ ਦਾ ਜਿਹੜਾ USA ਆ ਉਹ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਤੋਂ ਅਲੱਗ ਕਿਸਮ ਦਾ ਦੇਸ਼ ਸੀ। ਸਾਡੇ ਲੋਕ ਪੜ੍ਹਨ ਵਾਸਤੇ ਕੁਝ ਰੋਜ਼ੀ ਕਮਾਉਣ ਲਈ ਇੰਗਲੈਂਡ ਵੀ ਗਏ ਸੀ। ਫਿਲਪਾਈਨ, ਮਲਾਇਆ, ਸਿੰਗਾਪੁਰ ਤੋਂ ਬਹੁਤ ਹੀ ਪੰਜਾਬੀ ਗਏ ਹੋ ਸੀ। ਉੱਥੇ ਆਜ਼ਾਦੀ ਦੀ ਲਹਿਰ ਨਹੀਂ ਪੈਦਾ ਹੋਈ ਇਸ ਤਰੀਕੇ ਨਾਲ ਜਿਵੇਂ USA 'ਚ ਪੈਦਾ ਹੋ ਗਈ। ਇਹਦਾ ਕਾਰਨ ਕੀ ਸੀ? ਕਾਰਨ ਸੀ ਉਸ ਸਮੇਂ ਦਾ US, ਉਸ ਸਮੇਂ ਦਾ ਅਮਰੀਕਾ। ਅਮਰੀਕਾ ਬਾਰੇ ਇਹ ਯਾਦ ਰੱਖਣ ਵਾਲੀ ਗੱਲ ਹੈ ਕਿ ਹੈ ਤੇ ਗੋਰਿਆਂ ਦਾ ਦੇਸ਼ ਹੈ ਔਰ ਇਹ ਇੰਗਲੈਂਡ ਤੋਂ ਬਹੁਤੇ ਗਏ ਸੀ, ਕੋਈ ਯੂਰਪ ਦੇ ਦੂਜੇ ਦੇਸ਼ਾਂ ਤੋਂ ਗਏ ਸੀ, ਸਾਰੇ ਗੋਰੀ ਨਸਲ ਦੇ ਲੋਕ ਸੀ। ਲੇਕਿਨ ਇਹ ਆਜ਼ਾਦੀ ਪਸੰਦ ਗੋਰੇ ਸੀ। ਇਹਨਾਂ ਨੇ ਇੰਗਲੈਂਡ ਦੇ ਗੋਰਿਆਂ ਦੇ ਖਿਲਾਫ ਬਗਾਵਤ ਕਰਕੇ ਆਪਣਾ ਮੁਲਕ ਆਜ਼ਾਦ ਕਰਾਇਆ ਸੀ ਜਾਰਜ ਵਾਸ਼ਿੰਗਟਨ ਦੀ ਅਗਵਾਈ ਵਿੱਚ। ਔਰ ਜਾਰਜ ਵਾਸ਼ਿੰਗਟਨ ਨੇ ਤਾਂ 18ਵੀਂ ਸਦੀ ਵਿੱਚ ਜਦੋਂ ਸਾਡੀਆਂ ਸਿੱਖ ਮਿਸਲਾਂ ਪੰਜਾਬ ਉੱਤੇ ਕਬਜ਼ਾ ਕਰ ਰਹੀਆਂ ਸਨ, ਉਦੋਂ ਦੀ ਗੱਲ ਹੈ। ਉਦੋਂ ਉਹਨੇ ਆਜ਼ਾਦੀ ਦੀ ਲੜਾਈ ਜਿੱਤੀ ਔਰ ਮੁਲਕ ਆਜ਼ਾਦ ਕਰਵਾਇਆ। ਔਰ ਉਹਦੇ ਤੋਂ 100 ਸਾਲ ਵੀ ਪੂਰੇ ਨਹੀਂ ਹੋਏ ਤੇ ਇਬਰਾਹਿਮ ਲਿੰਕਨ ਰਾਸ਼ਟਰਪਤੀ ਬਣ ਗਿਆ ਜਾਰਜ ਵਾਸ਼ਿੰਗਟਨ ਦੀ ਥਾਂ। ਔਰ ਉਹਨੂੰ ਫਿਰ ਇੱਕ ਹੋਰ ਆਜ਼ਾਦੀ ਦਾ ਖਿਆਲ ਆ ਗਿਆ। ਉਹ ਸੀ ਵੀ ਗੋਰੇ ਤਾਂ ਆਜ਼ਾਦ ਹੈ, ਸਾਡੇ ਕਾਲੇ ਭਾਈ ਕਿਉਂ ਨਹੀਂ ਆਜ਼ਾਦ? ਔਰ ਉਹਨੇ ਉਹ ਉੱਤਰੀ ਅਮਰੀਕਾ ਦੀ ਨੁਮਾਇੰਦਗੀ ਕਰਦਾ ਸੀ, USA ਦੀ ਉੱਤਰੀ ਅਮਰੀਕਾ ਦੀ। ਦੱਖਣੀ ਅਮਰੀਕਾ ਗੋਰਿਆਂ ਦੇ ਹੈ ਤਾਂ ਦੋਨੋਂ ਪਾਸੇ ਗੋਰੇ ਹੀ ਸੀ ਸੱਤਾਧਾਰੀ, ਲੇਕਿਨ ਦੱਖਣੀ ਅਮਰੀਕਾ ਹੈਗਾ ਖੇਤੀਬਾੜੀ ਵਾਲਾ ਇਲਾਕਾ। ਖੇਤੀਬਾੜੀ ਵਿੱਚ ਉਹਨਾਂ ਨੂੰ ਕਾਲੇ ਗੁਲਾਮਾਂ ਦੀ ਬਹੁਤ ਲੋੜ ਸੀ, ਉਹ ਇਹਨਾਂ ਨੂੰ ਆਜ਼ਾਦੀ ਦੇਣ ਦੇ ਹੱਕ ਵਿੱਚ ਨਹੀਂ ਸੀ। ਤਾਂ ਦੱਖਣੀ ਅਮਰੀਕਾ ਦੀਆਂ ਫੌਜਾਂ ਉੱਤਰੀ ਅਮਰੀਕਾ ਦੀਆਂ ਫੌਜਾਂ ਦੇ ਖਿਲਾਫ ਲੜੀਆਂ ਤੇ ਲਿੰਕਨ ਉੱਤਰੀ ਅਮਰੀਕਾ ਦੀਆਂ ਫੌਜਾਂ ਦੇ ਹੱਕ ਵਿੱਚ ਖੜਾ ਹੋਇਆ ਔਰ ਇਉਂ ਰਾਸ਼ਟਰਪਤੀ ਨੇ ਆਪਣੇ ਮੁਲਕ ਦੀਆਂ ਫੌਜਾਂ ਦਾ ਮੁਕਾਬਲਾ ਕਰਕੇ ਕਾਲੇ ਆਜ਼ਾਦ ਕਰਾਤੇ। ਇਉਂ ਅਮਰੀਕਾ ਦਾ ਜਿਹੜਾ ਇਤਿਹਾਸ ਹੈ ਆਜ਼ਾਦੀ ਦਾ ਇਤਿਹਾਸ ਹੈ, ਆਜ਼ਾਦੀ ਦੇ ਹੱਕ ਵਿੱਚ ਲੜਨ ਵਾਲੇ ਦੇਸ਼ ਦਾ ਇਤਿਹਾਸ ਹੈ। ਔਰ ਇਸ ਗੱਲ ਨੇ ਸਾਡੇ ਪੰਜਾਬੀਆਂ ਉੱਤੇ ਜਿਹੜੇ ਅਮਰੀਕਾ ਜਾ ਕੇ ਵਸੇ ਸੀ, ਇਸ ਨੇ ਬਿਜਲੀ ਵਰਗਾ ਅਸਰ ਕੀਤਾ, ਬਿਜਲੀ ਵਰਗਾ। ਮੈਨੂੰ ਇੱਕ ਘਟਨਾ ਯਾਦ ਹੈ ਜਿਹੜੀ ਉੱਥੋਂ ਦੇ ਗੋਰੇ ਕਾਰਖਾਨੇਦਾਰ ਸਾਡੇ ਪੰਜਾਬੀਆਂ ਨੂੰ ਕਹਿੰਦੇ ਸੀ ਵੀ ਤੁਹਾਡੇ ਦੇਸ਼ ਦੀ ਆਬਾਦੀ ਕਿੰਨੀ ਆ? ਹਾਂਜੀ, ਸਾਡੀ 30 ਕਰੋੜ ਹੈ ਤੇ ਉੱਥੇ ਕਿੰਨੇ ਅੰਗਰੇਜ਼ ਕਿੰਨੇ ਕੁ ਹੋਣਗੇ? 5 ਲੱਖ ਹੋਣਗੇ। ਤੇ ਤੁਹਾਡੇ ਹਿੱਸੇ ਇੱਕ ਪੰਜਾਬੀ ਦੇ, ਇੱਕ ਭਾਰਤੀ ਦੇ ਹਿੱਸੇ ਕਿੰਨੇ ਗੋਰੇ ਆਉਂਦੇ ਆ? ਤੁਸੀਂ ਇਹਨਾਂ ਤੋਂ ਮੁਲਕ ਆਜ਼ਾਦ ਕਿਉਂ ਨਹੀਂ ਕਰਾਉਂਦੇ? ਪਹਿਲਾਂ ਮੁਲਕ ਆਜ਼ਾਦ ਕਰਾਓ, ਫਿਰ ਮੈਂ ਤੁਹਾਨੂੰ ਰੋਜ਼ੀ ਦਿਆਂਗਾ। ਸੋ ਭੋਗਲ ਸਾਹਿਬ, ਅਸੀਂ ਆਪਣੇ ਦਰਸ਼ਕਾਂ ਦੇ ਨਾਲ ਜਿਹੜਾ ਤੁਸੀਂ ਪੁਆਇੰਟ ਭੋਗਲ ਸਾਹਿਬ ਨੇ ਬਹੁਤ ਹੀ ਸਪਸ਼ਟਤਾ ਦੇ ਨਾਲ, ਬੜੀ ਕਲੀਅਰ ਆਪਣੀ ਅੰਡਰਸਟੈਂਡਿੰਗ ਦੇ ਨਾਲ ਜਿਹੜਾ ਪੁਆਇੰਟ ਬਣਾਇਆ ਕਿ ਇੱਥੋਂ ਗੁਲਾਮੀ ਭੋਗਦੇ ਹੀ ਗਏ ਸੀ ਸਾਡੇ ਪੰਜਾਬੀ ਵੀ ਤੇ ਦੂਸਰੇ ਵੀ, ਲੇਕਿਨ ਇੱਥੇ ਉਹ ਚਿਣਗ ਨਹੀਂ ਉੱਠੀ ਜਿਹੜੀ ਕਿ ਸਿੱਧੀ ਗੁਲਾਮੀ ਦੇ ਅਧੀਨ ਸੀ। ਅਮਰੀਕਾ ਜਾ ਕੇ ਉੱਠੀ ਕਿਉਂਕਿ ਅਮਰੀਕਾ ਨੇ ਆਜ਼ਾਦੀ ਦਾ ਇੱਕ ਸੰਕਲਪ ਵੀ ਪੈਦਾ ਕਰ ਦਿੱਤਾ ਦੁਨੀਆ ਦੇ ਵਿੱਚ ਕਿ ਕਿਸ ਤਰ੍ਹਾਂ ਦੀ ਹੁੰਦੀ ਹੈ, ਤੇ ਲੜਾਈ ਵੀ ਲੜ ਕੇ ਦੋ ਪੜਾਅ ਆਪਣੇ ਆਜ਼ਾਦੀ ਦੇ ਜਿਹੜੇ ਇਹਨਾਂ ਨੇ ਕਰ ਲਏ ਸੀ। ਇੱਕ ਆਜ਼ਾਦ ਕਰਾਇਆ ਦੂਸਰੇ ਦੇਸ਼ ਤੋਂ, ਦੂਸਰਾ ਕਿ ਆਪਣੇ ਅੰਦਰ ਜਿਹੜੇ ਕਾਲੇ ਵਸਦੇ ਸੀ ਉਹਨਾਂ ਦੀ ਆਜ਼ਾਦੀ ਦੇ ਲਈ ਲੜਾਈ ਲੜੀ। ਆਜ਼ਾਦੀ ਦਾ ਕਨਸੈਪਟ ਉੱਥੇ ਜਾ ਕੇ ਕਲੀ। ਸੋ ਇਸ ਕਰਕੇ ਅਸੀਂ ਭੋਗਲ ਸਾਹਿਬ ਦਾ ਇਸ ਜੋ ਹੈ ਕਿ ਸਾਡੇ ਦਰਸ਼ਕ ਇਸ ਵੱਲ ਧਿਆਨ ਦੇਣਗੇ ਕਿ ਆਜ਼ਾਦੀ ਦੀ ਚਿਣਗ ਕਿਸ ਤਰ੍ਹਾਂ ਪੈਦਾ ਹੋਈ ਉਹਨਾਂ ਦੇ ਅੰਦਰ, ਫਾਰਮੇਸ਼ਨ ਕਰਨ ਦਾ ਆਧਾਰ ਕੀ ਬਣਿਆ। ਹੁਣ ਅਸੀਂ ਇਸ ਤੋਂ ਅੱਗੇ ਚੱਲਦੇ ਹਾਂ ਕਿ ਫਿਰ ਉਹਨਾਂ ਨੇ ਕੀਤਾ ਕੀ। ਚਾਨਾ ਜੀ, ਇਹਦੇ ਨਾਲ ਜੁੜਦਾ ਮੇਰੇ ਮਨ 'ਚ ਇੱਕ ਹੋਰ ਨੁਕਤਾ ਆ ਰਿਹਾ, ਉਹ ਔਰ ਇਹ ਸਾਡੇ ਘੱਟ ਪੜ੍ਹੇ ਲਿਖੇ ਪੰਜਾਬੀਆਂ ਨੂੰ ਸੁਝਦਾ ਪਿਆ ਸੀ ਜੀ, ਭਈ ਅਮਰੀਕਾ ਦੀ ਰਾਜਵੰਤਰ ਬਹੁਤ ਵਧੀਆ,
ਇੱਥੇ ਹਿੰਦੁਸਤਾਨ ਵਿੱਚ ਤਾਂ ਇੱਕ ਵਾਇਸਰਾਏ ਰਾਜ ਕਰੀ ਜਾਂਦਾ ਸੀ ਜੀ, ਔਰ ਹੇਠਾਂ ਗਵਰਨਰ ਸੀ, ਮੁਲਾਜ਼ਮ, ਨੌਕਰਸ਼ਾਹੀ ਇਹਨੂੰ ਕਹਿੰਦੇ ਸੀ। ਉੱਥੇ ਨੌਕਰਸ਼ਾਹੀ ਨਹੀਂ ਸੀ, ਉੱਥੇ ਰਾਸ਼ਟਰਪਤੀ ਅਮਰੀਕਾ ਦਾ ਉਹ ਵੀ ਚੁਣਿਆ ਜਾਂਦਾ ਸੀ, ਹੇਠੋਂ ਗਵਰਨਰ ਜਿਹੜੇ ਸੂਬਿਆਂ ਦੇ ਗਵਰਨਰ ਉਹ ਵੀ ਚੁਣੇ ਜਾਂਦੇ ਸੀ, ਔਰ ਅਸੈਂਬਲੀਆਂ ਜਿਹੜੀਆਂ ਸੂਬਿਆਂ ਦੀਆਂ ਉਹ ਵੀ ਚੁਣੀਆਂ ਜਾਂਦੀਆਂ ਸੀ। ਉਹਨਾਂ ਨੂੰ ਲੱਗਦਾ ਸੀ ਕਿ ਇਹ ਦੇਸ਼ ਆਜ਼ਾਦ ਹੀ ਨਹੀਂ, ਇੱਥੋਂ ਦੀ ਰਾਜਮੰਤਰ ਵੀ ਸ਼ਹਿਰੀਆਂ ਨੂੰ ਵੱਧ ਤੋਂ ਵੱਧ ਆਜ਼ਾਦੀ ਦਿੰਦੀ, ਨੁਮਾਇੰਦਗੀ ਦਿੰਦੀ, ਹਰ ਇਲਾਕੇ ਨੂੰ ਨੁਮਾਇੰਦਗੀ ਦਿੰਦੀ ਹੈ, ਹਰ ਸ਼ਹਿਰ ਨੂੰ ਨੁਮਾਇੰਦਗੀ ਦਿੰਦੀ ਹੈ। ਉਹਨਾਂ ਨੂੰ ਲੱਗਦਾ ਸੀ ਕਿ ਇਸ ਤਰ੍ਹਾਂ ਦਾ ਦੇਸ਼ ਹੋਣਾ ਚਾਹੀਦਾ, ਇਸ ਤਰ੍ਹਾਂ ਦੀ ਆਜ਼ਾਦੀ ਹੋਣੀ ਚਾਹੀਦੀ ਹੈ। ਤੋ ਇਹ ਬੜਾ ਸਿੱਖਿਆ ਦੇਣ ਵਾਲਾ, ਘੱਟ ਪੜ੍ਹਿਆਂ ਨੂੰ ਝੱਟਪੱਟ ਪੜ੍ਹਿਆਂ ਵਾਲਾ ਗਿਆਨ ਦੇਣ ਵਾਲਾ ਦੇਸ਼ ਸਾਬਤ ਹੋਇਆ। ਇਹ ਜਿਹੜਾ ਤੁਸੀਂ ਪਹਿਲਾਂ ਸ਼ੁਰੂ 'ਚ ਹੀ ਕਿਹਾ ਨਾ ਕਿ ਇਤਿਹਾਸ ਦੀ ਭੂਮਿਕਾ, ਕਿ ਇਤਿਹਾਸ ਉਦਾਹਰਣ ਦੇ ਰਾਹੀਂ ਟੀਚ ਕਰਦਾ ਹੈ। ਸੋ ਇੱਕ ਉਦਾਹਰਣ ਸਾਹਮਣੇ ਸੀ, ਇਤਿਹਾਸ ਕ੍ਰੀਏਟ ਹੋਇਆ ਸੀ ਅਮਰੀਕਾ ਦੇ ਵਿੱਚ, ਆਜ਼ਾਦੀ ਕਿਸ ਤਰ੍ਹਾਂ ਹੋਣੀ ਚਾਹੀਦੀ, ਆਜ਼ਾਦੀ ਹੋਣੀ ਚਾਹੀਦੀ, ਔਰ ਉਹਨੂੰ ਲੈਣ ਦੇ ਲਈ ਲੜਾਈ ਸ਼ੁਰੂ ਹੋ ਗਈ। ਤੇ ਗਦਰੀਆਂ ਨੇ ਫਿਰ ਕਿਸ ਤਰ੍ਹਾਂ ਕੋਸ਼ਿਸ਼ ਕੀਤੀ? ਹਾਂਜੀ, ਤੋਂ ਮੈਂ ਅਰਜ਼ ਕੀਤੀ ਸੀ ਵੀ ਥੋੜੇ ਸਾਲਾਂ ਤੋਂ ਹੀ ਜਾਣੇ ਸ਼ੁਰੂ ਹੋਏ ਸੀ ਜੀ, ਔਰ ਸਾਡੇ ਇਹਨਾਂ ਪੰਜਾਬੀ ਪ੍ਰਵਾਸੀਆਂ ਨੇ 1911 ਵਿੱਚ ਹੀ ਮੀਟਿੰਗਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਕਰਦੇ ਤੇ ਗੁਰਦੁਆਰਿਆਂ ਵਿੱਚ ਸੀ ਜਾਂ ਆਰਾ ਮਿਲਾਂ ਵਿੱਚ, ਕਿਉਂਕਿ ਉੱਥੇ ਰੁਜ਼ਗਾਰ ਮਿਲਦਾ ਸੀ। ਇੱਕ ਆਰਾ ਮਿਲ ਵਿੱਚ, ਨੰਬਰ 2 ਰੇਲਵੇ ਲਾਈਨਾਂ ਉੱਤੇ। ਉਹ ਅਮਰੀਕਾ ਵੀ ਇੰਨੇ ਵੇ ਵਸ ਰਿਹਾ ਸੀ, ਆਬਾਦ ਹੋ ਰਿਹਾ। ਅਮਰੀਕਾ ਦੀ ਜਿਹੜੀ ਹੈ ਨਾ, ਕਹਿ ਲਓ ਭੂਗੋਲਿਕ ਤੌਰ ਤੇ ਬਹੁਤ ਵੱਡਾ ਦੇਸ਼ ਹੈ। ਆਬਾਦੀ ਤਾਂ ਉਹਨਾਂ ਦੀ 26 ਕਰੋੜ ਹੀ ਹੈ, ਲੇਕਿਨ ਧਰਤੀ ਬਹੁਤ ਹੈ, ਔਰ ਉਹਨਾਂ ਨੂੰ ਲਗਾਤਾਰ ਵਿਕਾਸ ਦੀ ਲੋੜ ਸੀ। ਰੇਲਵੇ ਲਾਈਨਾਂ ਵਿਛਾਈਆਂ ਜਾ ਰਹੀਆਂ ਸੀ, ਔਰ ਉੱਥੇ ਸਾਡੇ ਲੋਕਾਂ ਨੂੰ ਰੁਜ਼ਗਾਰ ਮਿਲਦਾ ਸੀ। ਆਰਾ ਬਿੱਲਾ ਜਿਹਦਾ ਮਤਲਬ ਹੈ ਜੰਗਲ ਬਹੁਤ ਸੀ, ਜੰਗਲ ਕੱਟਦੇ ਸੀ ਲੱਕੜ, ਔਰ ਲੱਕੜ ਵਰਦੇ ਸੀ, ਤੋ ਉੱਥੇ ਰੁਜ਼ਗਾਰ ਮਿਲਦਾ ਸੀ। ਤੋ ਮੀਟਿੰਗਾਂ ਸਾਡੇ ਇਹ ਪ੍ਰਵਾਸੀ ਜਾਂ ਤਾਂ ਆਰਾਬਿਲ 'ਚ ਕਰਦੇ ਸੀ, ਜਾਂ ਜਿੱਥੇ ਕਿਤੇ ਕਿਤੇ ਗੁਰਦੁਆਰਾ ਬਣ ਗਿਆ ਸੀ ਉੱਥੇ ਕਰਦੇ। ਸਟਾਕਟਨ ਦੇ ਗੁਰਦੁਆਰੇ ਵਿੱਚ ਇਹ ਮੀਟਿੰਗਾਂ ਕਰਦੇ ਰਹੇ ਆ, ਔਰ ਉਸ ਤੋਂ ਬਾਅਦ ਕੁਝ ਹੋਰ ਗੁਰਦੁਆਰੇ ਵੀ ਇਹਨਾਂ ਨੇ ਸਥਾਪਿਤ ਕੀਤੇ, ਉੱਥੇ ਕਰਦੇ ਰਹੇ ਆ। ਲੇਕਿਨ ਸਿਰਫ ਇਹ ਸੀ ਵੀ ਭਾਵੇਂ ਗੁਰਦੁਆਰਿਆਂ 'ਚ ਮੀਟਿੰਗ ਕਰਦੇ ਸੀ, ਭਾਵੇਂ ਬਹੁ ਗਿਣਤੀ ਸਿੱਖਾਂ ਦੀ ਸੀ, ਪਰ ਫਿਰਕਾ ਪ੍ਰਸਤੀ ਨਹੀਂ ਸੀ। ਇਹਨਾਂ ਵਿੱਚ ਸੈਕੂਲਰ ਭਾਵਨਾ ਸੀ, ਲੌਕਿਕ ਭਾਵਨਾ ਸੀ ਵੀ ਅਸੀਂ ਸਿੱਖ ਹੈਗੇ ਹਾਂ। ਔਰ ਇਹਨਾਂ ਦੀ ਜਿਹੜੀ ਲਿਖੀ ਕਵਿਤਾ ਹੈ, ਉੱਥੋਂ ਦੇ ਸਾਡੇ ਕਵੀਆਂ ਨੇ ਲਿਖੀ ਹੈ, ਉਸ ਕਵਿਤਾ ਵਿੱਚ ਵੀ ਸਿੱਖ ਇਤਿਹਾਸ ਦੇ ਹਵਾਲੇ ਵਾਰ-ਵਾਰ ਹੈ, ਸਿੱਖ ਗੁਰੂਆਂ ਦੀ ਕੁਰਬਾਨੀ ਦੇ ਹਵਾਲੇ ਵਾਰ-ਵਾਰ ਹੈ। ਪਰ ਇਹਦਾ ਮਤਲਬ ਇਹ ਨਹੀਂ ਵੀ ਫਿਰਕੂ ਸਨ, ਇਹ ਸੰਪਰਦਾਇਕਤਾ ਤੋਂ ਉੱਪਰ ਉੱਠਿਓ ਸੀ। ਇਹਨਾਂ ਅੰਦਰ ਕੌਮੀ ਭਾਵਨਾ ਸੀ। ਇਹਨਾਂ ਨੇ ਜਿਹੜਾ ਝੰਡਾ ਬਣਾਇਆ, ਜਿਹੜਾ ਗਦਰ ਅਖਬਾਰ ਕੱਢਿਆ, ਉਹਦੇ ਉੱਤੇ ਜੋ ਪੰਕਤੀਆਂ ਲਿਖੀਆਂ, ਉਹਦੇ ਉੱਤੇ ਜੋ ਖੰਡਿਆਂ ਦੀ ਤਸਵੀਰ ਬਣਾਈ, ਉਹ ਸਿੱਖ ਇਤਿਹਾਸ ਨਾਲ ਜੁੜੀ ਹੋਈ ਆ। ਇਹਦੇ ਬਾਵਜੂਦ ਇਹ ਸੰਪਰਦਾਇਕ ਨਹੀਂ ਸੀ, ਇਹ ਨੈਸ਼ਨਲਿਸਟ ਸੀ, ਕੌਮਪ੍ਰਸਤ ਸਨ। ਕਿਉਂਕਿ ਹਿੰਦੁਸਤਾਨ ਅਲੱਗ-ਅਲੱਗ ਦੇਸ਼ਾਂ, ਅਲੱਗ-ਅਲੱਗ ਮਜ਼ਹਬਾਂ, ਅਲੱਗ-ਅਲੱਗ ਜਾਤੀਆਂ ਦਾ ਦੇਸ਼ ਸੀ, ਔਰ ਹਿੰਦੁਸਤਾਨ ਦੀ ਇੱਕ ਬੜੀ ਵੱਡੀ ਬੁਰਾਈ ਸੀ ਆਪੋ ਵਿੱਚ ਲੜੀ ਜਾਣਾ, ਏਕਤਾ ਨਾ ਹੋਣੀ। ਤੋਂ ਇਹ ਏਕਤਾ ਪਸੰਦ ਲੋਕ ਸਨ, ਔਰ ਇਹਨਾਂ ਨੇ 1911 'ਚ ਮੈਂ ਦੱਸਿਆ ਵੀ ਮੀਟਿੰਗਾਂ ਕਰਨੀਆਂ ਸ਼ੁਰੂ ਕੀਤੀਆਂ। ਲੇਕਿਨ ਜਿਹੜੀ ਫੈਸਲਾਕੁਨ ਮੀਟਿੰਗ ਹੈ ਉਹ 21 ਅਪ੍ਰੈਲ 1913 ਨੂੰ ਹੋਈ ਹੈ ਐਸਟੋਰੀਆ ਸ਼ਹਿਰ ਵਿੱਚ। ਔਰ ਪਹਿਲਾਂ ਵੀ ਕਿਉਂਕਿ ਬਾਬਾ ਸੋਹਣ ਸਿੰਘ ਭਕਨਾ ਉਦੋਂ ਤੋਂ ਬਾਬੇ ਨਹੀਂ ਸਨ, ਤੋ ਉਹ ਇਹਨਾਂ ਵਿੱਚੋਂ ਜ਼ਿਆਦਾ ਬੁੱਧੀਮਾਨ ਵਿਅਕਤੀ ਸਮਝੇ ਜਾਂਦੇ ਸਨ, ਇਸ ਕਰਕੇ ਪਹਿਲਾਂ ਤੋਂ ਹੀ ਉਹ ਪ੍ਰਧਾਨ ਸਨ। ਔਰ ਹੁਣ ਫਿਰ ਅਲੱਗ-ਅਲੱਗ ਸ਼ਹਿਰਾਂ ਦੀ ਇਕੱਠੀ ਮੀਟਿੰਗ ਐਸਟੋਰੀਆ ਵਿੱਚ ਹੋਈ ਹੈ, ਨੁਮਾਇੰਦਗੀਆਂ ਦੀ ਮੀਟਿੰਗ। ਉਸ ਮੀਟਿੰਗ ਵਿੱਚ ਉਹਨਾਂ ਨੂੰ ਫਿਰ ਪ੍ਰਧਾਨ ਚੁਣਿਆ, ਔਰ ਕੇਸਰ ਸਿੰਘ ਠੱਠਗੜ੍ਹ ਨੂੰ ਮੀਤ ਪ੍ਰਧਾਨ ਚੁਣਿਆ, ਔਰ ਲਾਲਾ ਹਰਦਿਆਲ ਨੂੰ ਜਨਰਲ ਸਕੱਤਰ ਬਣਾਇਆ, ਅਤੇ ਨਾਲ ਜੁਆਇੰਟ ਸਕੱਤਰ ਤੇ ਖਜ਼ਾਨਚੀ ਦੀ ਚੋਣ ਵੀ ਕੀਤੀ। ਔਰ ਇੱਕ ਗੱਲ ਹੋਰ ਵੀ ਮੇਰੇ ਮਨ 'ਚ ਆ ਰਹੀ ਹੈ, ਚਾਨਾ ਜੀ ਮਾਫ਼ ਕਰਨਾ, ਇਹ ਮਹਿਸੂਸ ਕਰਦੇ ਸੀ ਵੀ ਅਸੀਂ ਬਹੁਤੇ ਪੜ੍ਹੇ ਨਹੀਂ, ਸਾਨੂੰ ਬਹੁਤੇ ਪੜ੍ਹਿਆ ਦੀ ਲੋੜ ਹੈ, ਫੀਲਿੰਗ ਸੀ ਇਦਾਂ ਦੀ। ਔਰ ਇਹਨਾਂ ਨੇ ਲਾਲਾ ਹਰਦਿਆਲ ਨੂੰ ਲੱਭਿਆ। ਲਾਲਾ ਹਰਦਿਆਲ ਕਾਫੀ ਦੇਰ ਪਹਿਲਾਂ ਦਾ ਗਿਆ ਸੀ, ਮੈਂ ਲਾਲਾ ਹਰਦਿਆਲ ਦੀ ਜੀਵਨੀ ਪੜ੍ਹੀ ਹੈ। ਹਰਦਿਆਲ ਵੀ ਇੱਕ ਲੀਜੈਂਡ ਸੀ, ਇੱਕ ਮਿਥ ਸੀ, ਦਿੱਲੀ ਦਾ ਜੰਪਲ ਸੀ, ਲਾਹੌਰ 'ਚ ਆ ਕੇ ਪੜ੍ਹਿਆ ਸੀ, ਔਰ ਬਹੁਤ ਲਾਇਕ ਸੀ। ਔਰ ਹੋਰ ਉੱਚੀ ਵਿੱਦਿਆ ਹਾਸਲ ਕਰਨ ਲਈ ਇੰਗਲੈਂਡ ਗਿਆ, ਜਰਮਨੀ ਗਿਆ, ਲੇਕਿਨ ਟਿਕਿਆ ਨਹੀਂ ਕਿਤੇ ਵੀ। ਔਰ ਐਡਾ ਲਾਇਕ ਸੀ ਕਿ ਜਦੋਂ ਮੈਂ 1944, 45, 46 ਵਿੱਚ ਸਕੂਲ ਕਾਲਜ ਵਿੱਚ ਪੜ੍ਹਦਾ ਸੀ, ਤੇ ਸਾਡੇ ਟੀਚਰ ਕਹਿੰਦੇ ਹੁੰਦੇ ਸੀ ਵੀ ਲਾਲਾ ਹਰਦਿਆਲ ਐਡਾ ਲਾਇਕ ਸੀ। ਉਦੋਂ ਪਤਾ ਨਹੀਂ ਲਾਲਾ ਹਰਦਿਆਲ ਹੈਗੇ ਸੀ ਕਿ ਨਹੀਂ ਹੈਗੇ ਸੀ। ਸਾਡੇ ਟੀਚਰ ਸਾਨੂੰ ਦੱਸਦੇ ਹੁੰਦੇ ਸੀ ਵੀ ਲਾਲਾ ਹਰਦਿਆਲ ਇੰਨਾ ਲਾਇਕ ਸੀ ਵੀ ਇੱਕ ਗੋਰਿਆਂ ਨੇ ਮੀਟਿੰਗ ਕੀਤੀ, ਔਰ ਉਹਦੇ ਵਿੱਚ ਉਹਨੂੰ ਕਿਹਾ ਵੀ ਤੂੰ ਆ ਕੇ ਲੈਕਚਰ ਕਰਨਾ। ਉਹਨੂੰ ਦੱਸਿਆ ਨਹੀਂ ਵੀ ਕਿਹੜੇ ਸਬਜੈਕਟ ਤੇ ਬੋਲਣਾ। ਇਹ ਸਾਡੇ ਅਧਿਆਪਕ ਦੀ ਦੱਸੀ ਹੋਈ ਕਹਾਣੀ ਮੇਰੇ ਮਨ 'ਚ ਅਜੇ ਤੱਕ ਤਾਜ਼ੀ ਆ। ਦੱਸਿਆ ਨਹੀਂ। ਜਦੋਂ ਆਡੀਅנס ਆ ਕੇ ਬਹਿ ਗਈ,
ਔਰ ਲਾਲਾ ਹਰਦਿਆਲ ਜੀ ਵੀ ਬਹਿ ਗਏ ਤੇ ਬਲੈਕ ਬੋਰਡ ਦਾ ਜਿਹੜਾ ਨਾ ਉੱਤੇ ਪਰਦਾ ਲਟਕਾਇਆ ਉਹ ਚੁੱਕ ਦਿੱਤਾ। ਉੱਥੇ ਲਿਖਿਆ ਸੀ 0 0। ਅੱਛਾ, ਤੁਸੀਂ 0 ਤੇ ਬੋਲਣਾ। ਅੱਛਾ। ਔਰ ਉਹ 0 ਤੇ ਕਿਉਂਕਿ ਉਹ ਫਿਲਾਸਫੀ ਦਾ ਬੜਾ ਵੱਡਾ ਮਾਹਰ ਸੀ, ਮੁੱਖ ਤੌਰ ਤੇ ਇੰਡੀਅਨ ਫਿਲਾਸਫੀ ਦਾ ਉਹ ਮਾਹਰ ਸੀ। ਤਾਂ ਫਿਲਾਸਫੀ ਤੇ 0 ਤੋਂ ਸ਼ੁਰੂ ਕਰਕੇ ਗੱਲ ਇੱਕ ਨੁਕਤੇ ਤੇ ਮੁੱਕਦੀ ਹੈ। ਬੁੱਲੇ ਸ਼ਾਹ ਨੇ ਵੀ ਕਿਹਾ ਸੀ ਇੱਕ ਨੁਕਤਾ ਬਹੁਤ ਅਹਿਮ ਹੈ ਸਾਡੀ ਫਿਲਾਸਫੀ ਵਿੱਚ, 0 ਇੱਕ ਬੜਾ ਅਹਿਮ ਹੈ, ਇਨਫਿਨਿਟੀ ਜਿਹਨੂੰ ਕਿਹਾ ਜਾਂਦਾ ਹੈ। ਉੱਥੋਂ ਗੱਲ ਸ਼ੁਰੂ ਕਰਕੇ ਉਹਨੇ ਫਿਲਾਸਫੀ ਤੇ ਐਸਾ ਲੈਕਚਰ ਕੀਤਾ ਵੀ ਸਾਰੀ ਜਨਤਾ ਜਿਹੜੀ ਸੁਣਨ ਵਾਲੇ ਜਿਹੜੇ ਹੈ ਨਾ ਉਹ ਸਪੈਲ ਬਾਉਂਡ ਰਹੇ। ਤਾਂ ਐਡਾ ਲਾਇਕ ਆਦਮੀ ਸੀ। ਤਾਂ ਸਾਡੇ ਦੇਸ਼ ਭਗਤਾਂ ਨੇ ਉਹਦੀ ਕਦਰ ਕੀਤੀ, ਉਹਨੂੰ ਬੁਲਾਇਆ, ਉਹਨੂੰ ਕਿਹਾ ਵੀ ਤੂੰ ਆ ਸਾਡੀ ਅਗਵਾਈ ਕਰ। ਉਹਦਾ ਇਹ ਆਈਡੀਆ ਸੀ ਵੀ ਅਖਬਾਰ ਕੱਢੀਏ। ਇਹ ਗਦਰ ਅਖਬਾਰ ਕੱਢਣ ਦਾ ਆਈਡੀਆ ਸਾਡੇ ਦੇਸ਼ ਭਗਤਾਂ ਦਾ ਨਹੀਂ ਸੀ, ਇਹ ਲਾਲਾ ਹਰਦਿਆਲ ਦਾ ਸੀ। ਔਰ ਫਿਰ ਉਹ ਕਹਿਣ ਪੇ ਲਿਖੇਗਾ ਕੌਣ? ਤਾਂ ਲਾਲਾ ਹਰਦਿਆਲ ਉਰਦੂ ਲਿਖਣਾ ਜਾਣਦਾ ਸੀ, ਪੰਜਾਬੀ ਤਾਂ ਜਾਣਦਾ ਨਹੀਂ ਸੀ, ਉਹ ਉਰਦੂ ਹੀ ਲਿਖਦਾ ਰਿਹਾ। ਔਰ ਪਹਿਲਾ ਪਰਚਾ ਜਿਹੜਾ ਨਵੰਬਰ ਵਿੱਚ ਛਪਿਆ, ਨਵੰਬਰ ਦੇ ਪਹਿਲੇ ਹਫ਼ਤੇ 1913 ਦੇ ਪਹਿਲੇ ਹਫ਼ਤੇ ਗਦਰ ਦਾ ਪਹਿਲਾ ਪਰਚਾ ਨਿਕਲਿਆ ਉੱਥੇ, ਔਰ ਉਹ ਉਰਦੂ ਭਾਸ਼ਾ ਵਿੱਚ ਸੀ। ਔਰ ਕੁਝ ਹਫ਼ਤਿਆਂ ਬਾਅਦ ਫਿਰ ਪੰਜਾਬੀ ਨਿਕਲਿਆ, ਕਿਉਂਕਿ ਪੜ੍ਹਨ ਵਾਲੇ ਬਹੁਤੇ ਪੰਜਾਬੀ ਸਨ। ਫਿਰ ਪੰਜਾਬੀ ਨਿਕਲਿਆ ਔਰ ਉਹ ਪੰਜਾਬੀ ਵਾਲਾ ਪਰਚਾ ਬਹੁਤ ਹਰਮਨ ਪਿਆਰਾ ਹੋਇਆ। ਔਰ ਗਦਰ ਅਖਬਾਰ ਆਪਣੇ ਆਪ ਵਿੱਚ ਇੱਕ ਰੀਜਨ ਬਣ ਗਿਆ, ਆਪਣੇ ਆਪ 'ਚ ਇੱਕ ਮਿੱਥ ਬਣ ਗਿਆ। ਇਹ ਜਿਹੜੀ ਪਾਰਟੀ ਇਹਨਾਂ ਨੇ ਬਣਾਈ ਸੀ ਅਸਟੋਰੀਆ ਵਿੱਚ, ਉਹਦਾ ਨਾਂ ਸੀ ਇੰਡੀਅਨ ਐਸੋਸੀਏਸ਼ਨ ਆਫ ਪੈਸੀਫਿਕ ਕੋਸਟ, ਹੈ ਜੀ। ਉਹ ਨਾਂ ਭੁੱਲ ਗਏ ਲੋਕ, ਗਦਰ ਪਾਰਟੀ ਨਾਮ ਪੈ ਗਿਆ। ਗਦਰ ਅਖਬਾਰ ਨੇ ਪਾਰਟੀ ਦਾ ਨਾਂ ਹੀ ਬਦਲ ਦਿੱਤਾ, ਹੈ ਨੀ। ਔਰ ਗਦਰ ਦਾ ਆਈਡੀਆ ਵੀ ਇਹਨਾਂ ਨੂੰ 1857 ਦੇ ਗਦਰ ਤੋਂ ਮਿਲਿਆ ਸੀ। ਤਾਂ ਉਹ ਵੀ ਹਥਿਆਰਬੰਦ ਇਨਕਲਾਬ ਸੀ, ਉਹ ਫੇਲ ਹੋ ਗਿਆ। ਹੁਣ ਉਹਨਾਂ ਨੇ ਸੋਚਿਆ ਇੱਕ ਹੋਰ ਇਨਕਲਾਬ ਕਰੀਏ, ਹਥਿਆਰਬੰਦ ਇਨਕਲਾਬ ਕਰੀਏ, ਕਾਮਯਾਬ ਕਰੀਏ। ਔਰ ਇਹ 1913 ਦੀ ਗੱਲਾਂ ਤੇ ਬਹੁਤ ਥੋੜੇ ਮਹੀਨੇ ਮਿਲੇ। 1914 ਅਪ੍ਰੈਲ ਜੁਲਾਈ ਨੂੰ ਯੁੱਧ ਲੱਗ ਗਿਆ, ਫਸਟ ਵਰਲਡ ਵਾਰ ਜਿਹਨੂੰ ਕਹਿੰਦੇ, ਪਹਿਲਾ ਵਿਸ਼ਵ ਯੁੱਧ ਲੱਗ ਗਿਆ। ਤੇ ਇਹਨਾਂ ਨੂੰ ਮਹਿਸੂਸ ਹੋਇਆ ਇਹਨਾਂ ਨੂੰ ਪਹਿਲਾਂ ਵੀ ਥੋੜੀ ਪ੍ਰੇਰਨਾ, ਥੋੜੀ ਮਦਦ ਜਰਮਨੀ ਕੌਂਸਲ ਕਰਦਾ ਸੀ। ਸੋ ਭੋਗਲ ਸਾਹਿਬ ਦੀ ਇਸ ਵਿਆਖਿਆ ਤੋਂ ਬਾਅਦ ਸਾਨੂੰ ਇਹ ਗੱਲ ਸਪਸ਼ਟ ਹੁੰਦੀ ਕਿ ਲੀਡਰਸ਼ਿਪ ਸੀ ਜਿਹੜੀ ਗਦਰ ਲਹਿਰ ਦੀ, ਉਹਦੀ ਕੰਪੋਜੀਸ਼ਨ ਕੀ ਸੀ। ਉਹ ਕਹਿੰਦੇ ਨੇ ਕਿ ਭਾਵੇਂ ਵੱਡੀ ਭਾਰੀ ਗਿਣਤੀ ਉਹਦੇ 'ਚ ਸਿੱਖਾਂ ਦੀ ਸੀ, ਲੇਕਿਨ ਉਹ ਸੈਕੂਲਰ ਸਿੱਖ ਸਨ, ਦੂਸਰੇ ਸਾਰੇ ਧਰਮਾਂ ਦਾ ਉਨਾ ਹੀ ਸਤਿਕਾਰ ਕਰਨੇ। ਤੇ ਜਿਹੜੀ ਉਹਦੀ ਲੀਡਰਸ਼ਿਪ ਸੀ ਉਹਦੀ ਵੀ ਇਸ ਤਰ੍ਹਾਂ ਸੀ ਕਿ ਪ੍ਰਧਾਨ ਭਕਨਾ ਜੀ ਸਨ ਤੇ ਜਨਰਲ ਸੈਕਟਰੀ ਲਾਲਾ ਹਰਦਿਆਲ ਸਨ। ਸੋ ਇਸ ਤਰ੍ਹਾਂ ਕਰਕੇ ਅਸੀਂ ਇਸ ਤੋਂ ਅੱਗੇ ਚੱਲਦੇ ਹਾਂ ਭੋਗਲ ਸਾਹਿਬ ਦੀ ਗੱਲ ਤੋਂ ਕਿ ਉਸ ਤੋਂ ਬਾਅਦ ਜਿਹੜੀ ਉਹਨਾਂ ਨੇ ਫਾਰਮੇਸ਼ਨ ਕੀਤੀ ਕਿ ਹਥਿਆਰਬੰਦ ਇਨਕਲਾਬ ਕਰਾਂਗੇ, ਕਿਉਂਕਿ 1857 ਦੇ ਗਦਰ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੇ ਸੋਚਿਆ ਸੀ, ਉਹ ਫੇਲ ਹੋ ਗਿਆ ਸੀ। ਹੁਣ ਅਸੀਂ ਉਸੇ ਤਰ੍ਹਾਂ ਦਾ ਇਨਕਲਾਬ ਕਰਾਂਗੇ ਜਿਹੜਾ ਕਾਮਯਾਬ ਹੋਏਗਾ। ਉਹਦੇ ਲਈ ਕੀ ਉਹਨਾਂ ਨੇ ਕੋਸ਼ਿਸ਼ਾਂ ਕੀਤੀਆਂ? 14 ਵਿੱਚ ਮੈਂ ਦੱਸਿਆ ਵਿਸ਼ਵ ਯੁੱਧ ਲੱਗ ਗਿਆ। ਔਰ ਵਿਸ਼ਵ ਯੁੱਧ ਪਤਾ ਹੀ ਸੀ, ਪਹਿਲਾ ਵਿਸ਼ਵ ਯੁੱਧ ਵੀ ਦੂਜਾ ਵਿਸ਼ਵ ਯੁੱਧ ਵੀ ਲੱਗਾ ਤਾਂ ਯੂਰਪੀਅਨ ਕੌਮਾਂ ਦੇ ਵਿਚਕਾਰ ਜੀ। ਯੂਰਪੀਅਨ ਕੌਮਾਂ ਉਦੋਂ ਵੀ ਦੋ ਧੜਿਆਂ 'ਚ ਵੰਡੀਆਂ ਸੀ, ਗੋਰੀਆਂ ਕੌਮਾਂ ਹੁਣ ਵੀ ਦੋ ਧੜਿਆਂ 'ਚ ਵੰਡੀਆਂ ਸੀ। ਦੂਜਾ ਵਿਸ਼ਵ ਯੁੱਧ ਵੀ, ਪਹਿਲੇ ਵਿਸ਼ਵ ਯੁੱਧ ਵਿੱਚ ਵੀ। ਤੋ ਪਹਿਲੇ ਵਿਸ਼ਵ ਯੁੱਧ ਵੀ ਜਰਮਨੀ ਇੱਕ ਪਾਸੇ ਸੀ ਤੇ ਦੂਜੇ ਵਿਸ਼ਵ ਯੁੱਧ ਵਿੱਚ ਵੀ ਜਰਮਨੀ ਇੱਕ ਪਾਸੇ ਸੀ। ਫਰਕ ਇਹ ਸੀ ਕਿ ਪਹਿਲੇ ਵਿਸ਼ਵ ਯੁੱਧ ਵਿੱਚ ਹਿਟਲਰ ਨਹੀਂ ਸੀ ਉਭਰਿਆ, ਤਾਂ ਵੀ ਜਰਮਨੀ ਇੰਗਲੈਂਡ ਦੇ ਖਿਲਾਫ ਸੀ। ਉਸ ਵੇਲੇ ਇੰਗਲੈਂਡ ਬਾਰੇ ਸਮਝਿਆ ਜਾਂਦਾ ਸੀ ਵੀ ਯੂਰਪ ਦੀ ਸਭ ਤੋਂ ਵੱਡੀ ਤਾਕਤ ਹੈ ਔਰ ਇਹਨਾਂ ਦਾ ਰਾਜ ਸਾਰੀ ਦੁਨੀਆ ਤੇ ਕਿਉਂ ਆ, ਜਰਮਨੀ ਦਾ ਕਿਉਂ ਨਾ ਹੋਵੇ। ਉਹਨਾਂ ਵਿੱਚ ਇੱਕ ਤਰ੍ਹਾਂ ਕੌਮੀ ਭਾਵਨਾ ਦਾ ਵਿਗੜਿਆ ਰੂਪ ਸੀ ਜਰਮਨੀ ਵਿੱਚ ਵੀ ਅਸੀਂ ਤਾਂ ਸ਼ੁੱਧ ਆ ਰਹੀ ਹੈ, ਜਰਮਨੀ ਵਾਲੇ ਸਮਝਦੇ ਸੀ। ਹਾਂਜੀ, ਤਾਂ ਸਾਨੂੰ ਸਾਰੀ ਦੁਨੀਆ ਤੇ ਰਾਜ ਕਰਨ ਦਾ ਹੱਕ ਹੈ। ਤਾਂ ਖੈਰ ਯੁੱਧ ਲੱਗ ਗਿਆ ਤੇ ਸਾਡੇ ਇਹਨਾਂ ਪ੍ਰਵਾਸੀਆਂ ਨੂੰ ਇਸ ਗੱਲ ਦੀ ਸਮਝ ਸੀ ਵੀ ਅੰਗਰੇਜ਼ਾਂ ਨਾਲ, ਅੰਗਰੇਜ਼ ਸਾਡੇ ਹਾਕਮ ਸੀ, ਸਾਡੇ ਉੱਤੇ ਰਾਜ ਕਰ ਰਹੇ ਸੀ, ਅੰਗਰੇਜ਼ਾਂ ਦੇ ਸਿੰਘ ਜਰਮਨੀ ਨਾਲ ਫਸ ਗਏ, ਹੁਣ ਸਾਡੇ ਲਈ ਮੌਕਾ ਆਪਣਾ ਮੁਲਕ ਆਜ਼ਾਦ ਕਰਾਈਏ। ਜੀ, ਬੜੀ ਕਾਮਨ ਸੈਂਸ ਦੀ ਗੱਲ ਸੀ ਬਈ ਜਦੋਂ ਸਾਡਾ ਦੁਸ਼ਮਣ ਫਸਿਆ ਹੋਇਆ ਅਸੀਂ ਵੀ ਦੁਸ਼ਮਣ ਤੇ ਵਾਰ ਕਰੀਏ। ਤਾਂ 14 ਜੁਲਾਈ ਨੂੰ ਵਿਸ਼ਵ ਯੁੱਧ ਲੱਗਿਆ। 5 ਅਗਸਤ ਨੂੰ ਗਦਰ ਅਖਬਾਰ ਵਿੱਚ ਇਹਨਾਂ ਨੇ ਐਲਾਨੇ ਜੰਗ ਕਰ ਦਿੱਤਾ ਔਰ ਕਹਿ ਦਿੱਤਾ ਭਈ ਚਲੋ ਚਲੀਏ,
पंजाब तो भारत तो चली गए और पहला जहाज़ कोरिया सी, कुछ होर जहाज़ भी आए जिन्होंने में बैठ के आ गए। और देखो चाना जी सारे लोग तो नहीं आए उत्थे, बहुत सारे आ गए नहीं आए, लेकिन बड़े बड़ी अच्छा जान का फैसला जिवें इन्होंने पहला बहुत सारिया मीटिंगां कीतियां सी, फिर एस्टोरिया वाली मीटिंग विच इन्होंने गदर पार्टी बनाई सी जां इंडियन एसोसीएशन बनाई सी। इस तरह हुण जाण वास्ते भी उस तरह मीटिंग करते रहे, थां थां इकट्ठ करते रहे भी चलो चलिए भारत। और बहुत सारे लोग जाने लिए तैयार हो गए, हज़ारां की गिनती विच पंजाब नूं आ गए, भारत नूं आ गए। कुछ लोग रस्ते विच पकड़े गए, बाबा सोहन सिंह पकना भी पकड़े गए, मतलब भारत आ गए पर पकड़े गए, और होर बहुत सारे भी पकड़े गए। तो एक फिकरा मैनू याद आ रहा, खुशवंत सिंह का अपनी हिस्टरी ऑफ द सिक्स में लिखा होया भी ये बड़े देश भगत सन, बड़े बहादुर सन, सूरमे सन, पर एक कमजोरी से ना, दे कुड नॉट कीप देयर माउथ शट, अपना मुंह नहीं से बंद रख सकते। कारण ये सी भी इन्हां दा ख्याल सी भी जनता नूं तो दाल तोड़ना ही आ। तो जे कोबे च रुके आ जापान की बंदरगाह है, जे शंघाई च रुके आ चीन की बंदरगाह है, जे हांगकांग च रुके आ, रुकते सी समुद्री जहाज च आ रहे सी, समुद्री जहाज रुकते सी, कई कई दिन रुके रहते सी। तो जो रुकते सी गुरुद्वारियां में इकट्ठ होंदे सी, गुरुद्वारियां संगत इकट्ठी होंदी सी, गुरुद्वारियां जांदे सी, भाषण दिंदे सी, आओ चलिए गदर करिए। और ये फिकरा खुशवंत सिंह ने नहीं लिखा होया, लाल सिंह कमला अकाली का लिखा होया सैलानी देश भगत उहदी किताब है, वो भी गदर पार्टी के इतिहास बारे है। और वो कहता है क्योंकि वो जो सैलानी देश भगतों ने सफ़र करदिया दिखाया, वो हांगकांग, शंघाई, सिंगापुर, मलायाबल्दी होके इंडिया आ रहा है। और वो कहता है भी जिथे 4 पंजाबी हुंदे सी उन्हां च एक अंग्रेज़ां दी CID का बंदा हुंदा सी। बिल्कुल है जी, क्योंकि ये ओपन सी हैगी, तो ये हथियारबंद इनकलाब की तैयारी सी, लेकिन ये दुखमी तैयारी नहीं सी, खुल्लम खुल्ला तैयारी सी। तो मतलब कि खुफिया करने वाला काम खुल्लम खुल्ला खुल्ला मैं इन्हू इदा कहांगा, तुसी मेरे मन च कोई अशरदा नहीं है, मेरे मन सी भी ये देश भगत बहुत वधिया सी, इनकलाबी दे कुर्बानी दे पुंज सन, पर जुगत इन्हां बहुत वधिया नहीं सी। योजनाबंदी जुगत मैं वरतांगा, स्ट्रैटजी नहीं सी बहुत वधिया। स्ट्रैटजी ये कहती है भी तुसी हथियारबंद इनकलाब करना तो खुफिया रखो, ये खुफिया नहीं सर, ये तो खुल्लम खुल्ला सब कुछ करते सी। और इहों इन्हां दी मुश्किलां वधिया, और इन्हां दी योजना नूं नाकाम करने विच भी इस जुगत ना जुगत होने ने हिस्सा पाया। खैर ये आ गए, और आके मुड़ के फिर इन्होंने उही पार्टी का ढांचा इत्थे खड़ा करने की कोशिश की। और इत्थे भी थां थां गुरुद्वारियां च मीटिंगां करते सी जां पिंडां च मीटिंगां करते सी। संगवाल भी इन्होंने बत्ता सिंह संगवाल नूं पहलां भेजिया सी भी तुसीं तैयारी करो, और कुछ लोग पहलां आए सी, उन्होंने तैयारी की है। और क्योंकि इन्हां विच वो जिहड़ी सी ना चिणग अमेरिका तो पैदा हुई, इत्थे भी कायम सी, इत्थे भी ये चिणग पैदा कर रहे थे। और इन्होंने जेडे अमेरिका तो नहीं आए सी उन्होंने भी नाल तोड़ लिया। मसलन भाई रणधीर सिंह नारंगवाल तहसीलदारी की नौकरी छड्ड के आया सी, और हुण वो धर्म प्रचारक से, बहुत शुद्ध किस्म का धर्म प्रचारक से, वो भी गदर पार्टी च शामिल होने लिए तैयार हो गया। लेकिन तरीका उहदा भी खुल्लम खुल्ला सी, मसलन गुरुद्वारियां च प्रचार करना, ढोलकी छैने लै लैने, तुरियां फिरदियां प्रचार करना, नाल नाल गदर का प्रचार करना। और मैं एक इतिहास की किताब च पढ़िया, गदर पार्टी के इतिहास की किताब च पढ़िया भी उन्हां दी ड्यूटी लगी सी, करतार सिंह सराभा की भी ते नारंगवाल की भी ड्यूटी लगी सी भी तुसीं फिरोजपुर छौड़ी भी जाके बगावत कराउणी है। और वो नारंगवाल पिंड तो एक ढोलकी छैने बजाते हुए फिरोजपुर नूं गए आ, राह च प्रचार करते करते भी आपां हुण बगावत करनी है। सो ये गदरियां दी जिहड़ी टैक्टिकल लाइन का एक पार्ट है, जिहदे ते तुसीं कहा कि जी अगर खुल्लम खुल्ला इदां ना हुंदा तो हो सकदा सीगा कि रिजल्ट वखरे निकलदे। असीं इन्हां दे अगला जिहड़ा पड़ाਅ हैगा, अगला चैप्टर उहदे च शामिल होईए कि सफल नहीं हो सकिया, लेकिन उस तो बाद गदरियां नूं दुख बहुत भोगने पे, किस तरह उन्होंने जेलों दे विच हो रहे ते सारा हिंदुस्तान जदों जेलों भुगत रहे सी, दुख कट रहे सी ते लगभग सुत्ता ही पिया सी। इहदे बारे तुसीं की कहना? इन्होंने 21 फरवरी 1915 का दिन फिक्स किया सी, वो कृपाल सो CID वाला इन्हां विच रलिया सी।
ਉਹਨੇ ਭੇਜ ਦੇ ਦਿੱਤਾ। ਫਿਰ 19 ਫਰਵਰੀ ਕੀਤਾ, ਉਹ ਭੇਤ ਵੀ ਉਹਨਾਂ ਨੂੰ ਲੱਗ ਗਿਆ, CID ਨੂੰ ਪਤਾ ਲੱਗ ਗਿਆ ਜੀ। ਔਰ 25 ਵਾਲਾ ਤਾਂ ਲੱਗ ਹੀ ਗਿਆ, 19 ਵਾਲਾ ਵੀ ਉਹਨੇ ਲੱਗ ਗਿਆ। ਔਰ ਬਹੁਤ ਸਾਰੇ ਮੌਕੇ ਸਿਰ ਫੜੇ ਗਏ। ਸਿਰਫ ਇਹ ਹੈ ਵੀ ਜਿਹੜਾ ਆਪਣਾ ਰਾਸ ਬਿਹਾਰੀ ਬੋਸ ਇਹਨਾਂ ਨੇ ਬੰਗਾਲ ਤੋਂ ਮੰਗਾਇਆ ਸੀ, ਉਹ ਇਸ ਕਿਸਮ ਦੇ ਖੁਫੀਆ ਹਥਿਆਰਬੰਦ ਸੰਘਰਸ਼ਾਂ ਦਾ ਬੜਾ ਮਾਹਿਰ ਸੀ। ਤੋ ਚੰਗੇ ਭਾਗਾਂ ਨੂੰ ਕਰਤਾਰ ਸਿੰਘ ਸਰਾਭਾ ਨੇ ਉਹਨੂੰ ਜਾ ਕੇ ਖਬਰ ਦਿੱਤੀ ਵੀ ਦਾਦਾ ਗਦਰ ਫੇਲ ਹੋ ਗਿਆ। ਹਾਂਜੀ, ਔਰ ਦਾਦਾ ਨੇ ਕਿਹਾ ਫਿਰ ਹੁਣ ਇੱਥੋਂ ਬਚ ਕੇ ਨਿਕਲਣਾ ਚਾਹੀਦਾ। ਤੋ ਫਿਰ ਸਰਾਭਾ ਨੇ ਜੁਗਤ ਬਣਾਈ, ਉਹਨਾਂ ਨੂੰ ਰੇਲਵੇ ਸਟੇਸ਼ਨ ਤੋਂ ਲਾਹੌਰ ਤੋਂ ਚੜਾਇਆ ਤਾਂ ਕਿ ਉਹ ਬਚ ਕੇ ਨਿਕਲ ਜਾਣ। ਉਹ ਨਿਕਲ ਗਏ, ਪਰ ਉਹਨਾਂ ਦਾ ਸਾਥੀ ਉਹ ਜਿਹੜਾ ਪਿੰਗਲੇ ਹੈ ਉਹ ਇੱਥੇ ਫੜਿਆ ਗਿਆ ਸੀ। ਤੇ ਸਰਾਭਾ ਸਾਹਿਬ ਵੀ ਫੜੇ ਨਹੀਂ ਸੀ ਗਏ, ਲੇਕਿਨ ਇੱਥੋਂ ਤੁਰ ਪਏ ਬਚ ਕੇ ਨਾਰਥ ਵੈਸਟਰਨ ਫਰੰਟੀਅਰ ਪ੍ਰੋਵਿੰਸ ਵੱਲੋਂ, ਜਿਹਨੂੰ ਉਹਨਾਂ ਦੇ ਨਾਲ ਸੂਬਾ ਸਰਹੱਦ ਕਹਿੰਦੇ ਸੀ। ਉਹ 3 ਬੰਦੇ ਉਧਰ ਨੂੰ ਗਏ ਆ। ਲੇਕਿਨ ਜਦੋਂ ਉਹਨਾਂ ਦਾ ਪ੍ਰੋਗਰਾਮ ਇਹ ਸੀ ਵੀ ਅਫਗਾਨਿਸਤਾਨ ਜਾਈਏ, ਕਾਬਲ ਉਸ ਵੇਲੇ ਸਾਡੇ ਦੇਸ਼ ਭਗਤਾਂ ਦਾ ਇੱਕ ਬੜਾ ਵੱਡਾ ਸੈਂਟਰ ਸੀ, ਤੇ ਉੱਥੇ ਜਾਈਏ, ਦੁਬਾਰਾ ਯਤਨ ਕਰੀਏ। ਲੇਕਿਨ ਉਹ ਰਸਤੇ 'ਚ ਜਾਂਦਿਆਂ ਉਹਨਾਂ ਨੂੰ ਉਖਤ ਆਈ, ਉਹੀ ਕਹ ਲਓ ਚਿਣਗ ਫੁੱਟੀ ਵੀ ਅਸੀਂ ਤਾਂ ਭੱਜ ਆਏ ਹਾਂ ਮੈਦਾਨ 'ਚ, ਸਾਡੇ ਸਾਥੀ ਫੜੇ ਗਏ ਆ, ਸਾਡਾ ਜੇ ਅਸੀਂ ਲੜਨਾ ਆ ਮਰਨਾ ਹੈ ਤਾਂ ਉੱਥੇ ਚਲੀਏ, ਫਿਰ ਵਾਪਸ ਆ ਜਾਏ। ਔਰ ਇੱਕ ਵਾਰੀ ਬਚ ਕੇ ਨਿਕਲ ਗਏ। ਹਾਂ ਜੀ, ਮਥਰਾ ਸਿੰਘ ਨੂੰ ਲੋਹਟਵਦੀ ਨਾਭੇ ਵਿੱਚ ਪਿੰਡ ਹੈ, ਉੱਥੇ ਜਾ ਕੇ ਮਿਲੇ, ਉਹਨਾਂ ਨੂੰ ਕਿਹਾ ਬੰਬ ਬਣਾਓ, ਔਰ ਉਹ ਸ਼ੀਸ਼ੇ ਦੀ ਦਵਾਤਾ ਲੈ ਕੇ ਉਹਦੇ ਵਿੱਚ ਬਾਰੂਦ ਭਰਦੇ ਸੀ ਔਰ ਇਸ ਕਿਸਮ ਦੇ ਬੰਬ ਬਣਾਉਂਦੇ ਸੀ। ਤਾਂ ਵੀ ਯਤਨ ਕੀਤਾ ਵੀ ਹਥਿਆਰ ਬਣਾਓ, ਔਰ ਫਿਰ ਦੁਬਾਰਾ ਯਤਨ ਕੀਤਾ, ਲੇਕਿਨ ਇਹ ਫੜੇ ਗਏ। ਸਰਾਭਾ ਸਾਹਿਬ ਵੀ ਫੜੇ ਗਏ, ਇਹਨਾਂ ਦੇ ਸਾਥੀ ਟੁੰਡੀ ਲਾਟ ਵੀ ਫੜੇ ਗਏ, ਹਰਨਾਮ ਸਿੰਘ ਇਹਨਾਂ ਦੇ ਨਾਲ ਸੀ ਜਦੋਂ ਸਰਹੱਦੀ ਸੂਬੇ। ਜਿਹੜੀ ਭੋਗ ਸਾਹਿਬ ਮੈਂ ਤੁਹਾਡੇ ਕੋਲ ਗੱਲ ਸਮਝਣੀ ਚਾਹੁੰਦਾ ਕਿ ਇਹ ਆਲਮੋਸਟ ਲੋਕਾਂ ਨੂੰ, ਸਟੂਡੈਂਟਸ ਨੂੰ ਕਿਤਾਬਾਂ ਤੋਂ ਕਿ ਜੀ ਬੜੇ ਯਤਨ ਕੀਤੇ ਔਰ ਉਹਦੇ 'ਚ ਕਾਮਯਾਬੀ ਨਹੀਂ ਹੋਈ, ਲੇਕਿਨ ਜਦੋਂ ਉਹ ਫੜੇ ਗਏ, ਜਦੋਂ ਉਹ ਜੇਲ੍ਹਾਂ ਦੇ ਵਿੱਚ ਬਹੁਤ ਦੁੱਖ ਭੋਗ ਰਹੇ ਸੀ, ਉਦੋਂ ਹਿੰਦੁਸਤਾਨ ਦੇ ਪੰਜਾਬ ਦੇ ਲੋਕ ਜਾਗਰਤ ਨਹੀਂ ਸੀਗੇ, ਸੁੱਤੇ ਪਏ ਸੀ। ਉਹਨਾਂ ਨੇ ਦੁੱਖ ਜਿਹੜਾ ਭੋਗਿਆ ਉਹਨਾਂ ਦੀ ਜਾਣਕਾਰੀ ਤੋਂ ਬਿਨਾਂ ਹੀ ਭੋਗਦੇ ਰਹੇ। ਫਿਰ ਉਹਨਾਂ ਨੂੰ ਬਾਹਰ, ਦੇਸ਼ ਤੋਂ ਬਾਹਰ ਲਿਜਾ ਕੇ ਕੈਦ ਕੀਤਾ ਗਿਆ। ਮੈਂ ਇਹਦੇ ਬਾਰੇ ਜਾਣਨਾ ਚਾਹੁੰਦਾ। ਬਹੁਤ ਵਧੀਆ, ਬਹੁਤ ਅੱਛਾ ਸਵਾਲ ਤੁਸੀਂ ਛੇੜਿਆ ਜੀ। ਕਹਿੰਦੇ ਆ ਵੀ ਜਿਹੜਾ ਦੇਸ਼ ਭਗਤ ਹੈ ਉਹ ਇੱਕ ਐਸੀ ਬੱਚੀ ਹੈ ਜੋ ਲੋਕਾਂ ਦੇ ਸਮੁੰਦਰ ਵਿੱਚ ਰਹਿ ਕੇ ਹੀ ਵਿਚਰ ਸਕਦੀ ਹੈ ਜੀ, ਪਰ ਲੋਕਾਂ ਦਾ ਸਮੁੰਦਰ ਆਜ਼ਾਦੀ ਦੀ ਚਿਣਗ ਤੋਂ ਹਾਲੀ ਕੋਰਾ ਸੀ। ਪੰਜਾਬੀ ਲੋਕ ਇਹਨਾਂ ਦੇ ਭਾਈ ਭਰਾ ਹੀ ਸੀ, ਬੜੇ ਬਹਾਦਰ ਸੀ। ਹਾਂਜੀ, ਇਤਿਹਾਸ ਉਹਨਾਂ ਦੀਆਂ ਰਗਾਂ ਵਿੱਚ ਵੀ ਸੀ ਜਿਹੜੇ ਇੱਥੇ ਪੰਜਾਬੀ ਬੈਠੇ ਸੀ, ਔਰ ਉਹਨਾਂ ਦੀਆਂ ਰਗਾਂ ਵਿੱਚ ਜਾਂ ਉਹਨਾਂ ਦੇ ਮਨਾਂ ਵਿੱਚ ਉਹ ਚਿਣਗ ਨਹੀਂ ਪੈਦਾ ਹੋਈ ਜੋ ਇਹਨਾਂ ਨੂੰ ਚਿਣਗ ਪੈਦਾ ਹੋ ਰਹੀ ਸੀ। ਮਸਲਨ ਜਦੋਂ 1914 ਦੇ ਯੁੱਧ ਤੋਂ ਥੋੜੇ ਮਹੀਨੇ ਪਹਿਲਾਂ ਦਿੱਲੀ ਦੇ ਰਕਾਬਗੰਜ ਗੁਰਦੁਆਰੇ ਦੀ ਦੀਵਾਰ ਅੰਗਰੇਜ਼ਾਂ ਨੇ ਇਸ ਕਰਕੇ ਢਾਹ ਦਿੱਤੀ ਭਈ ਸੜਕ ਜਿਹੜੀ ਆ ਵਾਇਸਰਾਏ ਦੇ ਘਰ ਨੂੰ ਸਿੱਧੀ ਕਰਦੀ ਆ, ਤਾਂ ਪੰਜਾਬ 'ਚ ਇੱਕਦਮ ਅੱਗ ਲੱਗ ਗਈ ਸੀ। ਔਰ ਹਰਚੰਦ ਸਿੰਘ ਜਿਹੜੇ ਹੈਗੇ ਸੀ ਲਾਇਲਪੁਰ ਵਾਲੇ, ਉਹ ਆਪ ਹੈਗੇ ਤਾਂ ਰਈਸ ਆਦਮੀ ਸੀ, ਉਹ ਅੰਗਰੇਜ਼ਾਂ ਦੀ ਝੋਲੀ ਚੁੱਕ ਲਈ ਸੀ, ਪਰ ਰਈਸ ਆਦਮੀ ਸੀ। ਉਹਨਾਂ ਨੇ ਇੱਕਦਮ ਅਗਵਾਈ ਧਾਰਨ ਕਰ ਲਈ ਵੀ ਅਸੀਂ ਕੰਧ ਬਣਵਾਉਣੀ ਆ ਔਰ ਸ਼ਹੀਦੀਆਂ ਪਾਉਣੀਆਂ ਆ ਔਰ ਸ਼ਹੀਦੀ ਜਥਾ ਬਣਾਉਣਾ ਆ। ਔਰ ਸਰਦੂਲ ਸਿੰਘ ਕਵੀਸ਼ਰ ਜਿਹੜੇ ਬਿਜ਼ਨਸਮੈਨ ਸੀ ਉਹ ਵੀ ਇਹਦੇ ਵਿੱਚ ਕੁੱਦ ਪਏ। ਤਾਂ ਇਉਂ ਚਿਣਗ ਤਾਂ ਪੈਦਾ ਹੋ ਰਹੀ ਸੀ, ਲੇਕਿਨ ਚਿਣਗ ਇਸ ਵਿਆਪਕ ਪੱਧਰ ਤੇ ਨਹੀਂ ਸੀ ਪੈਦਾ ਹੋ ਰਹੀ ਜਿਸ ਵਿਆਪਕ ਪੱਧਰ ਤੇ ਗਦਰ ਪਾਰਟੀ ਦੇ ਸਮਰਥਕਾਂ ਵਿੱਚ ਪੈਦਾ ਹੋਣੀ ਚਾਹੀਦੀ ਸੀ। ਔਰ ਉਹਦਾ ਇੱਕ ਬਹੁਤ ਵੱਡਾ ਕਾਰਨ ਇਹ ਹੈ ਕਿ ਚਿਣਗ ਪੈਦਾ ਕਰਨ ਲਈ ਸੰਪਰਕ ਸਾਧਨਾਂ ਦੀ ਲੋੜ ਹੈ। ਸੰਪਰਕ ਸਾਧਨਾ ਅਮਰੀਕਾ ਵਿੱਚ ਤਾਂ ਅਖਬਾਰ ਵੀ ਹੈਗੇ ਸੀ, ਇੱਥੇ ਅਖਬਾਰ ਵੀ ਨਹੀਂ ਸੀ। ਇੱਥੇ ਗਦਰ ਅਖਬਾਰ ਵੀ ਇਹਨਾਂ ਨੇ ਕੱਢਣ ਦੀ ਕੋਸ਼ਿਸ਼ ਕੀਤੀ। ਇਹਨਾਂ ਨੇ ਭੜਥੂ ਪ੍ਰੈਸ ਰੱਖਿਆ, ਸਰਕੂਲਰ ਜਾਰੀ ਜਿਹੜੇ ਕਰਨ ਲਈ ਨਾ, ਸਾਈਕਲੋ ਸਟਾਈਲ ਕਰਕੇ ਸਰਕੂਲਰ ਜਾਰੀ ਕਰਨ ਦਾ ਉਹਦਾ ਨਾਮ ਭੜਥੂ ਪ੍ਰੈਸ ਰੱਖਿਆ, ਲੇਕਿਨ ਉਹਦੇ ਨਾਲ ਮਸਲਾ ਹੱਲ ਨਹੀਂ ਸੀ ਹੁੰਦਾ। ਮੈਂ ਇੱਥੋਂ ਤੱਕ ਪੜ੍ਹਿਆ ਵੀ ਇਹਨਾਂ ਵਿੱਚੋਂ ਇੱਕ ਦੇਸ਼ ਭਗਤ ਨੇ ਖੋਤਿਆਂ ਉੱਤੇ ਲੱਦ ਕੇ ਪੈਫਲੇਟ ਜਾਂ ਜੰਗ ਦੇ ਜਿਹੜੇ ਪੈਫਲੇਟ ਹੈ ਜਾਂ ਜਿਹੜੇ ਪੋਸਟਰ ਹੈ ਲੱਦ ਕੇ ਦਿੱਲੀ ਨੂੰ ਤੁਰ ਪਿਆ ਵੀ ਰਾਹ 'ਚ ਸਾਰਿਆਂ ਨੂੰ ਵੱਢ ਕੇ ਜਾਣੇ ਆ ਵੀ ਆਪਾਂ ਆਜ਼ਾਦੀ ਲਈ ਲੜਨਾ। ਲੇਕਿਨ ਇਹਦੇ ਬਾਵਜੂਦ ਸੰਪਰਕ ਥੋੜਾ ਸੀ। 1919 ਤੱਕ ਸੰਪਰਕ। ਭੋਗਲ ਜੀ, ਇੱਕ ਹੋਰ ਪੁਆਇੰਟ ਜਿਹੜਾ ਨਾ ਡਿਸਕਸ ਕੀਤਾ ਗਿਆ ਔਰ ਇਹ ਉਠਾਇਆ ਵੀ ਜਾ ਰਿਹਾ, ਹੁਣ ਤੇਜ਼ੀ ਨਾਲ ਉਠਾਇਆ ਜਾ ਰਿਹਾ, ਉਹ ਇਹ ਆ ਕਿ ਇੱਕ ਪਾਸੇ ਜਿੱਥੇ ਜਾਗਰਤੀ ਘੱਟ ਸੀ,
ਪੰਜਾਬੀਆਂ ਦੇ ਅੰਦਰ, ਹਿੰਦੁਸਤਾਨ ਦੇ ਅੰਦਰ, ਕਿ ਇਹ ਕਿਸ ਕੰਮ ਲਈ, ਆਜ਼ਾਦੀ ਲਈ ਕੁਰਬਾਨ ਹੋਣ ਵਾਸਤੇ ਆਏ ਹੈ। ਦੂਜੇ ਪਾਸੇ ਸਰਕਾਰ ਨੇ ਬਦਨਾਮ ਕਰਨ ਦੇ ਲਈ ਸਾਜ਼ਿਸ਼ ਤਹਿਤ ਤੇ ਪੰਜਾਬ ਦੇ ਵਿੱਚ ਵੀ ਇੱਕ ਖਾਸ ਸੈਕਸ਼ਨ ਸੀ ਜਿਨ੍ਹਾਂ ਨੇ ਸਰਕਾਰ ਦਾ ਇਹਨਾਂ ਨੂੰ ਬਦਨਾਮ ਕਰਨ 'ਚ ਸਾਥ ਦਿੱਤਾ। ਤੁਸੀਂ ਉਹਦੇ ਬਾਰੇ ਕੀ ਕਹਿੰਦੇ? ਹਾਂ, ਠੀਕ ਹੈ ਜੀ। ਵੀ ਅੰਗਰੇਜ਼ ਕਿਉਂਕਿ ਇਹਨਾਂ ਨੇ 1-2 ਡਾਕੇ ਮਾਰੇ ਸੀ, ਔਰ ਡਾਕੇ ਮਾਰਨਾ ਇਹਨਾਂ ਦਾ ਕੋਈ ਮਨੋਰਥ ਨਹੀਂ ਸੀ। ਉਹ ਮੈਨੂੰ ਯਾਦ ਹੈ ਇੱਕ ਇਤਿਹਾਸ ਚੱਬੇ ਦਾ ਡਾਕਾ ਨਹੀਂ, ਇਤਿਹਾਸ ਵਿੱਚ ਇੱਕ ਇਨਸੀਡੈਂਟ ਆਉਂਦਾ, ਘਟਨਾ ਆਉਂਦੀ ਆ ਵੀ ਜਦੋਂ ਆ ਗਿਆ ਰਾਸ ਬਿਹਾਰੀ ਬੋਸ ਜੀ, ਉਹ ਇਸ ਗੱਲ ਤੇ ਜ਼ੋਰ ਦੇ ਰਿਹਾ ਸੀ ਵੀ ਹਥਿਆਰ ਹੋਣੇ ਚਾਹੀਦੇ। ਹਥਿਆਰ ਲੈ ਕੇ ਵੀ ਆਇਆ, ਕੁਛ ਪਿਸਤੌਲ ਵਗੈਰਾ ਲੈ ਕੇ ਆਇਆ ਬੰਗਾਲ ਤੋਂ। ਉਹਨਾਂ ਦੇ ਬੰਬ ਵੀ ਜ਼ਿਆਦਾ ਬਿਹਤਰ ਕਿਸਮ ਦੇ, ਸਾਡੇ ਬੰਬ ਬਹੁਤ ਦੇਸੀ ਕਿਸਮ ਦੇ ਸੀ। ਉਹਨਾਂ ਦੇ ਬੰਬ ਵੀ ਵਧੀਆ ਸੀ, ਉਹਨਾਂ ਦੇ ਪਿਸਤੌਲ ਵੀ ਵਧੀਆ ਸੀ। ਉਹ ਇਹ ਕਹਿ ਰਿਹਾ ਸੀ ਵੀ ਇੱਥੋਂ ਹਥਿਆਰ ਤਿਆਰ ਕਰੋ ਔਰ ਹਥਿਆਰ ਬਣਾਓ ਵੀ। ਤੇ ਉਹ ਫਿਰ ਇੱਕ ਵਾਰੀ ਕਰਤਾਰ ਸਿੰਘ ਸਰਾਭਾ ਨੇ ਕਿਹਾ ਵੀ ਦਾਦਾ ਪੈਸੇ ਹੈ ਨਹੀਂ, ਹਥਿਆਰਾਂ ਲਈ ਵੀ ਪੈਸੇ ਚਾਹੀਦੇ, ਬੰਬ ਬਣਾਉਣ ਲਈ ਵੀ ਪੈਸੇ ਚਾਹੀਦੇ ਆ। ਕਹਿੰਦਾ ਡਾਕੇ ਮਾਰੋ। ਉਦੋਂ ਫਿਰ ਇਹਨਾਂ ਨੇ 1-2 ਡਾਕੇ ਮਾਰੇ। ਚਾਬੇ ਵਾਲ ਵਿੱਚ ਬੰਦਾ ਇੱਕ ਮਾਰਿਆ ਵੀ ਗਿਆ। ਜਿਹੜੇ ਬੰਦੇ ਫਾਂਸੀ ਲੱਗ ਗਏ ਉਹਨਾਂ ਉੱਤੇ ਇਲਜ਼ਾਮ ਇਹ ਨਹੀਂ ਲੱਗਾ ਵੀ ਇਹਨਾਂ ਨੇ ਬਾਦਸ਼ਾਹ ਦੇ ਖਿਲਾਫ ਜਾਂ ਹਿੰਦ ਸਰਕਾਰ ਦੇ ਖਿਲਾਫ ਬਗਾਵਤ ਕੀਤੀ ਆ। ਇਲਜ਼ਾਮ ਇਹ ਲੱਗਾ ਵੀ ਇਹਨਾਂ ਨੇ ਬੰਦੇ ਮਾਰੇ ਆ, ਔਰ ਇਹ ਬਦਨਾਮੀ ਵੀ ਕੀਤੀ। ਸਰਕਾਰ ਨੇ ਬਦਨਾਮੀ ਕੀਤੀ, ਝੋਲੀ ਚੁੱਕਾ ਰਾਹੀਂ ਬਦਨਾਮੀ ਕਰਾਈ ਵੀ ਇਹ ਤਾਂ ਚੋਰ ਡਾਕੂ ਆ। ਇਸ ਕਰਕੇ ਇਹਨਾਂ ਦਾ ਨੇਕ ਨਾਮ ਬਦਨਾਮ ਕਰ ਦਿੱਤਾ ਗਿਆ। ਲੇਕਿਨ ਇਹ ਬਦਨਾਮ ਨਹੀਂ ਸੀ, ਨੇਕ ਨਾਮ ਹੀ ਸਨ। ਇਹਨਾਂ ਨੂੰ ਦਰਜਨਾਂ ਦੀ ਗਿਣਤੀ ਵਿੱਚ ਕਾਲੇ ਪਾਣੀ ਭੇਜ ਦਿੱਤਾ। ਕਈ ਦਰਜਨ ਫਾਂਸੀ ਚੜਾ ਦਿੱਤੇ। 6 ਸਾਜ਼ਿਸ਼ ਕੇਸ ਲਾਹੌਰ ਵਿੱਚ ਚੱਲਦੇ ਰਹੇ ਜਿਨ੍ਹਾਂ ਵਿੱਚ ਇਹਨਾਂ ਨੂੰ ਸਜ਼ਾਵਾਂ ਹੋਈਆਂ। ਔਰ ਦੁੱਖ ਦੀ ਗੱਲ ਇਹ ਹੈ, ਜਿਵੇਂ ਤੁਸੀਂ ਕਿਹਾ ਸੀ ਵੀ ਇਹਨਾਂ ਨੇ ਬੜਾ ਦੁੱਖ ਝੱਲਿਆ, ਤਸ਼ੱਦਦ ਝੱਲਿਆ। ਉੱਥੇ ਤਸ਼ੱਦਦ ਬਹੁਤ ਹੁੰਦਾ ਰਿਹਾ। ਉਹ ਬਾਬਾ ਵਿਸਾਖਾ ਸਿੰਘ ਜਿਹੜੇ ਆਪ ਸ਼ਾਇਰ ਵੀ ਸਨ, ਉਹਨਾਂ ਨੇ ਉਸ ਤਸ਼ੱਦਦ ਬਾਰੇ ਨਜ਼ਮਾਂ ਲਿਖੀਆਂ ਹੋਈਆਂ। ਮੈਂ ਨਜ਼ਮਾਂ ਪੜ੍ਹੀਆਂ ਹੈ ਵੀ ਉਹ ਬੈਂਤ ਮਾਰ ਕੇ ਪਿੱਠ ਦੀ ਚਮੜੀ ਉਧੇੜ ਦਿੰਦੇ ਸਨ। ਇੰਨਾ ਟਿਕਟਿਕੀ ਤੇ ਬੰਨ ਦਿੰਦੇ ਸੀ ਬੰਦਾ। ਭਾਨ ਸਿੰਘ ਨਾਮ ਦਾ ਬੰਦੇ ਨੇ ਬੜੀਆਂ ਬੈਤਾਂ ਖਾਧੀਆਂ। ਔਰ ਲੇਕਿਨ 1920 ਤੱਕ ਇਹਨਾਂ ਦੀ ਕੁਰਬਾਨੀ ਬਿਲਕੁਲ ਗੁੰਮਨਾਮ ਰਹੀ। 1919 ਦੇ ਜਲਿਆਂਵਾਲੇ ਬਾਗ ਦੇ ਸਾਕੇ ਨੇ, 1920 ਦੀ ਅਕਾਲੀ ਲਹਿਰ ਨੇ, ਔਰ ਨਾਲ ਸਭ ਤੋਂ ਵੱਡਾ ਜਿਹੜਾ ਨੁਕਤਾ ਯਾਦ ਰੱਖਣ ਵਾਲਾ, 1920 ਵਿੱਚ ਅਕਾਲੀ ਲਹਿਰ ਹੀ ਨਹੀਂ ਚੱਲੀ, ਅਕਾਲੀ ਅਖਬਾਰ ਨਿਕਲ ਆਇਆ। ਔਰ ਉਹ ਪੰਜਾਬੀ ਦਾ ਪਹਿਲਾ ਐਸਾ ਦੈਨਿਕ ਪੱਤਰ ਸੀ ਜਿਹੜਾ ਲੱਖਾਂ ਦੀ ਗਿਣਤੀ ਵਿੱਚ ਛਪ ਕੇ ਲੋਕਾਂ ਪਾਸ ਪਹੁੰਚਦਾ ਸੀ। ਔਰ ਅਸਲ ਵਿੱਚ ਪੰਜਾਬੀਆਂ ਨੂੰ ਉਸ ਅਖਬਾਰ ਨੇ ਜਗਾਇਆ। ਔਰ ਉਸ ਨੂੰ ਚਲਾਉਣ ਵਾਲੇ ਮਾਸਟਰ ਸੁੰਦਰ ਸਿੰਘ ਲਾਇਲਪੁਰੀ ਔਰ ਗਿਆਨੀ ਹੀਰਾ ਸਿੰਘ ਦਰਦ, ਉਹ ਗਰੀਬੜੇ ਜਿਹੇ ਦੋਵੇਂ ਸਕੂਲ ਟੀਚਰ ਸਨ, ਪਰ ਉਹਨਾਂ ਨੇ ਵੀ ਇਹਨਾਂ ਦੇਸ਼ ਭਗਤਾਂ ਵਾਂਗ ਹੀ ਨੰਗੇ ਧੜ ਉਹ ਅਖਬਾਰ ਚਲਾਇਆ। ਔਰ ਉਹ ਅਖਬਾਰ ਨੇ ਪੰਜਾਬ ਜਗਾ ਦਿੱਤਾ। ਔਰ ਉਸੇ ਅਖਬਾਰ ਵਿੱਚ ਸਭ ਤੋਂ ਪਹਿਲਾਂ ਕਾਮਾ ਗਾਟਾ ਮਾਰੂ ਦੀ ਕਹਾਣੀ ਬਾਬਾ ਗੁਰਦਿੱਤ ਸਿੰਘ ਦੀ ਉਹਨਾਂ ਦੇ ਹੱਥਾਂ ਦੀ ਲਿਖੀ ਉਹ ਮੇਰੀ ਜ਼ੁਲਮੀ ਕਥਾ, ਉਹ ਕਿਸ਼ਤਵਾੜ ਛਪਣੀ ਸ਼ੁਰੂ ਹੋਈ। ਔਰ ਉਹਦੇ ਨਾਲ ਬਾਬਾ ਗੁਰਦਿੱਤ ਸਿੰਘ ਦਾ ਨਾਮ ਵੀ ਘਰ ਘਰ ਚਲਾ ਗਿਆ। ਔਰ ਉਹ ਤੋਂ ਬਾਅਦ ਉਹ ਬੜੇ ਸਾਰੇ ਦੇਸ਼ ਵਿੱਚ ਜਾਣੇ ਪਛਾਣੇ ਦੇਸ਼ ਭਗਤ ਬਣ ਗਏ ਤੇ ਉਹ ਗਾਂਧੀ ਜੀ ਨੂੰ ਮਿਲਣ ਗਏ ਤੇ ਗਾਂਧੀ ਜੀ ਕਹਿਣ ਲੱਗੇ ਤੂੰ ਗ੍ਰਿਫਤਾਰੀ ਦੇ ਦੇ। ਇੱਕ ਭੋਗਤ ਸਾਹਿਬ, ਜਿਸ ਤਰ੍ਹਾਂ ਮੈਂ ਹੁਣੇ ਬੇਨਤੀ ਕਰਕੇ ਹਟਿਆ ਕਿ ਅਸੀਂ ਇੱਕ ਲੜੀ ਚਲਾਈ ਹੋਈ ਇਸ ਵਿਚਾਰ ਵਟਾਂਦਰੇ ਦੀ, ਹੋਰ ਵਿਦਵਾਨ ਵੀ ਇਹਦੇ 'ਚ ਹਿੱਸਾ ਲੈ ਰਹੇ। ਕੁਛ ਵਿਦਵਾਨਾਂ ਦਾ ਇਹ ਕਹਿਣਾ ਹੈ ਕਿ ਜਿਸ ਤਰ੍ਹਾਂ ਅਮਰੀਕਾ 'ਚ, ਕੈਨੇਡਾ ਦੇ ਵਿੱਚ ਗੁਰਦੁਆਰਿਆਂ ਦੇ ਵਿੱਚੋਂ ਇਸ ਲਹਿਰ ਨੇ ਜਨਮ ਲਿਆ, ਇਸੇ ਤਰ੍ਹਾਂ ਹੀ ਜਦੋਂ ਇੱਥੇ ਆ ਗਏ ਤੇ ਕੁਛ ਲੋਕ ਜਿਹੜੇ ਖਾਸ ਤੌਰ ਤੇ ਉਹ ਨਾਂ ਵੀ ਲਹਿਰ ਦਾ ਲੈਂਦੇ ਆ, ਕੋਈ ਸੰਸਥਾ ਦਾ ਵੀ ਲੈਂਦੇ ਆ, ਕਿ ਉਹਨਾਂ ਨੇ ਇਹ ਯਤਨ ਕੀਤਾ ਕਿ ਇਹਨਾਂ ਨੂੰ ਗੈਰ ਸਿੱਖ ਜਾਂ ਸਿੱਖ ਨਾ ਕਹਿ ਕੇ ਜਾਂ ਹੋਰ ਨਾਵਾਂ ਵਿਸ਼ਲੇਸ਼ਣਾਂ ਦੇ ਨਾਲ ਉਹਨਾਂ ਨੂੰ ਬਦਨਾਮ ਕਰਨ 'ਚ ਹਿੱਸਾ ਪਾਇਆ, ਜਿਨ੍ਹਾਂ ਦਾ ਕਿ ਧਾਰਮਿਕ ਸੰਸਥਾਵਾਂ ਦੇ ਉੱਤੇ ਕਬਜ਼ਾ ਸੀ। ਇਹ ਕੀ ਫੈਕਟ ਕਹਿੰਦਾ? ਉਹ ਇਹ ਹੈ ਵੀ 1919 ਤੱਕ ਜਾਂ 20 ਤੱਕ ਸਾਡੇ ਗੁਰਦੁਆਰਿਆਂ ਤੇ ਖਾਸ ਤੌਰ ਤੇ ਹਰਿਮੰਦਰ ਸਾਹਿਬ ਉੱਤੇ ਕਬਜ਼ਾ ਅੰਗਰੇਜ਼ਾਂ ਦੇ ਝੋਲੀ ਚੁੱਕਣ ਦਾ ਸੀ। ਰੂਟ ਸਿੰਘ ਹੈਗਾ ਸੀ ਇੱਕ ਤਰ੍ਹਾਂ ਦਾ ਅਧਿਕਾਰੀ ਬਣਿਆ, ਕਸਟੋਡੀਅਨ ਹਰਿਮੰਦਰ ਸਾਹਿਬ ਦੇ ਗੁਰਦੁਆਰੇ ਦਾ, ਤੇ ਉਹਨਾਂ ਦਾ ਮਕਸਦ ਸੀ ਅੰਗਰੇਜ਼ਾਂ ਦਾ ਸਮਰਥਨ ਕਰਨਾ। ਉਹਨਾਂ ਨੇ ਜਲਿਆਂਵਾਲੇ ਬਾਗ ਦੇ ਗੋਲੀ ਚਲਾਉਣ ਵਾਲੇ ਡਾਇਰ ਨੂੰ ਵੀ ਬੁਲਾ ਕੇ ਸਰੋਂ ਪਾ ਦਿੱਤਾ ਸੀ। ਉਹਨਾਂ ਨੇ ਇਹਨਾਂ ਦੇ ਖਿਲਾਫ ਹੁਕਮਨਾਮੇ ਜਾਰੀ ਕੀਤੇ, ਹਾਂਜੀ, ਇਹਨਾਂ ਦੇਸ਼ ਭਗਤਾਂ ਦੇ ਖਿਲਾਫ ਇਹਨਾਂ ਨੂੰ ਬਦਨਾਮ ਕੀਤਾ। ਲੇਕਿਨ ਸਿੱਖ ਜਨਤਾ, ਸਿੱਖ ਭਾਈਚਾਰਾ ਉਹਨਾਂ ਦੇ ਹੱਕ ਵਿੱਚ ਨਹੀਂ ਸੀ।
ਭਾਵੇਂ ਇਹਨਾਂ ਨੂੰ ਨਹੀਂ ਸੀ ਜਾਣਦੇ, ਯਕੀਨ ਨਹੀਂ ਕੀਤਾ ਸਿੱਖ ਭਾਈਚਾਰੇ ਨੇ, ਭਾਵੇਂ ਉਹ ਨਾ ਅੰਗਰੇਜ਼ਾਂ ਦੇ ਝੋਲੀ ਚੁੱਕਾਂ ਦੇ ਹੱਕ ਵਿੱਚ ਨਹੀਂ ਸੀ, ਉਹ ਤਾਂ ਇਹਨਾਂ ਦੇ ਖਿਲਾਫ ਸੀ। ਦੇਖੋ ਨਾ, ਜਦੋਂ ਪਹਿਲੀ ਸ਼੍ਰੋਮਣੀ ਕਮੇਟੀ ਬਣੀ ਆ ਗੈਰ ਸਰਕਾਰੀ, ਤਾਂ ਸਰ ਸੁੰਦਰ ਸਿੰਘ ਮਜੀਠਾ ਆ ਕੇ ਪ੍ਰਧਾਨ ਬਣ ਗਿਆ, ਉਹ ਤਾਂ ਅੰਗਰੇਜ਼ਾਂ ਦੀ ਝੋਲੀ ਚੁੱਕ ਸੀ। ਪਰ ਸ਼੍ਰੋਮਣੀ ਕਮੇਟੀ ਅੰਗਰੇਜ਼ਾਂ ਦੀ ਝੋਲੀ ਚੁੱਕ ਨਹੀਂ ਬਣੀ, ਉਹਨੂੰ ਪ੍ਰਧਾਨ ਬਣਾ ਲਿਆ, ਕਿਉਂਕਿ ਉਹਦੇ ਵਿੱਚ ਸਰਕਾਰੀ ਮੈਂਬਰ ਵੀ ਸੀ ਔਰ ਗੈਰ ਸਰਕਾਰੀ ਮੈਂਬਰ ਵੀ ਸੀ। ਜਿਹੜੀ ਪਹਿਲੀ ਗੈਰ ਸਰਕਾਰੀ ਸ਼੍ਰੋਮਣੀ ਕਮੇਟੀ 1920 ਵਿੱਚ ਬਣੀ ਆ, ਤਾਂ ਉਹ ਪ੍ਰਧਾਨ ਬਣਾ ਲਿਆ ਔਰ ਉਹ ਪ੍ਰਧਾਨਗੀ ਦਾ ਫਾਇਦਾ ਉਠਾ ਕੇ ਗਵਰਨਰ ਦੀ ਕੌਂਸਲ ਦਾ ਮੈਂਬਰ ਵੀ ਨਾਮਜ਼ਦ ਹੋ ਗਿਆ ਸਿੱਖਾਂ ਦਾ ਨੁਮਾਇੰਦਾ ਬਣ ਕੇ। ਲੇਕਿਨ ਸਿੱਖਾਂ ਨੇ ਉਹਨੂੰ ਓਨ ਨਹੀਂ ਕੀਤਾ, ਸਿੱਖਾਂ ਨੇ ਆਪਣੀ ਸ਼੍ਰੋਮਣੀ ਕਮੇਟੀ ਨੂੰ ਓਨ ਕੀਤਾ। ਔਰ ਜਦੋਂ ਅਕਾਲੀ ਅਖਬਾਰ ਨੇ ਪ੍ਰਚਾਰਿਆ ਭਈ ਗਦਰ ਅਖਬਾਰ ਗਦਰ ਕਰਨ ਦਾ ਯਤਨ ਹੋਇਆ ਸੀ, ਔਰ ਇਹ ਪ੍ਰਚਾਰਿਆ ਭਈ ਬਾਬਾ ਗੁਰਦਿੱਤ ਸਿੰਘ ਨੇ ਕੁਰਬਾਨੀ ਕੀਤੀ ਹੈ, ਤੇ ਸਿੱਖਾਂ ਨੇ ਇਹਨਾਂ ਨੂੰ ਦੇਸ਼ ਭਗਤ ਮੰਨ ਲਿਆ। ਔਰ ਉਹਦੇ ਤੋਂ ਬਾਅਦ ਹੀ ਸਾਰੇ ਮੁਲਕ ਵਿੱਚ, ਖਾਸ ਤੌਰ 'ਤੇ ਬੰਗਾਲ ਵਿੱਚ, ਇਹ ਗੱਲ ਸਮਝਣ ਵਾਲੀ ਆ ਵੀ ਬੰਗਾਲੀ ਸਾਡੇ ਨਾਲੋਂ ਬਹੁਤ ਜ਼ਿਆਦਾ ਪੜ੍ਹੇ ਹੋ ਸੀ, ਤੇ ਬੰਗਾਲ ਵਿੱਚ ਬੰਗਾਲੀ ਵੀ ਕਾਲੇ ਪਾਣੀ ਦੀ ਸਜ਼ਾ ਉਵੇਂ ਹੀ ਭੋਗ ਰਹੇ ਸਨ ਜਿਵੇਂ ਸਾਡੇ ਪੰਜਾਬੀ ਭੋਗ ਰਹੇ ਸੀ। ਪੰਜਾਬੀਆਂ ਦੀ ਖਬਰ ਇੱਥੇ ਨਹੀਂ ਸੀ ਆਉਂਦੀ, ਪੰਜਾਬ 'ਚ ਉੱਥੇ ਕੀ ਹੋ ਰਿਹਾ, ਬੰਗਾਲ ਦੀ ਖਬਰ ਕਲਕੱਤੇ ਜਾ ਰਹੀ ਸੀ, ਕਲਕੱਤੇ ਦੇ ਅਖਬਾਰਾਂ ਛਪ ਰਹੀ ਸੀ। ਔਰ ਉਹ ਜਿਹੜਾ ਪ੍ਰਚਾਰ ਸੀ ਅਖਬਾਰਾਂ ਦਾ, ਕੁਛ ਬੰਗਾਲ ਦਾ ਤੇ ਕੁਛ ਸਾਡੇ ਅਕਾਲੀ ਅਖਬਾਰ ਦਾ, ਇਹਦਾ ਅਸਰ, ਇਹਦਾ ਅੱਛਾ ਲਾਭ ਸਾਡੇ ਦੇਸ਼ ਭਗਤਾਂ ਨੂੰ, ਕੈਦੀਆਂ ਨੂੰ ਉੱਥੇ ਕਾਲੇ ਪਾਣੀ ਵਿੱਚ ਹੋਇਆ। ਔਰ ਇਸੇ ਕਰਕੇ ਗਵਰਨਮੈਂਟ ਆਫ ਇੰਡੀਆ ਨੇ ਫੈਸਲਾ ਕੀਤਾ ਕਿ ਉੱਥੇ ਜੋ ਤਸ਼ੱਦਦ ਹੋ ਰਿਹਾ, ਜੋ ਉੱਥੇ ਸਾਡੇ ਅਧਿਕਾਰੀ ਗੈਰ ਕਾਨੂੰਨੀ ਕੰਮ ਕਰ ਰਹੇ ਆ, ਉਹਦੀ ਪੜਤਾਲ ਕਰੋ। ਪੜਤਾਲ ਤੋਂ ਬਾਅਦ ਇਹਨਾਂ ਨੂੰ ਪਹਿਲਾਂ ਦੱਖਣੀ ਭਾਰਤ ਦੀਆਂ ਜੇਲ੍ਹਾਂ ਵਿੱਚ ਭੇਜਿਆ ਬਾਬਾ ਸੋਹਣ ਸਿੰਘ ਭਕਨਾ ਨੂੰ ਔਰ ਇਹਨਾਂ ਦੇ ਸਾਥੀਆਂ ਨੂੰ, ਫਿਰ ਇਹਨਾਂ ਨੂੰ ਪੰਜਾਬ ਭੇਜ ਦਿੱਤਾ ਔਰ 1930 ਤੱਕ ਇਹਨਾਂ ਦੀਆਂ ਰਿਹਾਈਆਂ ਹੋ ਗਈਆਂ। ਭੁੱਗਲ ਸਾਹਿਬ, ਆਪਣਾ ਜਿਹੜਾ ਵਿਚਾਰ ਦਾ ਅਗਲਾ ਨੁਕਤਾ ਉਹ ਕਾਫੀ ਸੰਜੀਦਾ ਨੁਕਤਾ ਇਸ ਨਜ਼ਰੀਏ ਤੋਂ, ਮੈਂ ਇਹ ਚਾਹੁੰਦਾ ਕਿ ਇਸ ਸਟੇਜ ਦੇ ਉੱਤੇ ਇਹ ਗੱਲ ਇੱਕਦਮ ਕਲਿੰਚ ਕਰ ਦਿੱਤੀ ਜਾਏ ਕਿ ਚਾਹੇ ਸਿੱਖ ਸੰਗਤ ਉਹਨਾਂ ਨੂੰ ਸਵੀਕਾਰ ਕਰਦੀ ਸੀ ਚਾਹੇ ਨਹੀਂ ਕਰਦੀ ਸੀ, ਲੇਕਿਨ ਉਦੋਂ ਗੁਰਦੁਆਰਿਆਂ ਦੇ ਉੱਤੇ ਜਿਹੜੇ ਕਾਬਜ਼ ਸੀਗੇ ਲੋਕ, ਉਹਨਾਂ ਨੇ ਇੱਕ ਵਾਰੀ ਇਹ ਫਤਵਾ ਦੇ ਦਿੱਤਾ ਸੀ ਕਿ ਗਦਰੀ ਸਿੱਖ ਨਹੀਂ ਹਨ। ਇਹਨੂੰ ਇਸ ਤਰ੍ਹਾਂ ਕਲਿੰਚ ਕਰਕੇ ਅੱਗੇ ਚੱਲੀਏ। ਹਾਂਜੀ, ਇਹ ਜਿਹੜੇ ਨਾ 1919 ਤੱਕ ਦੇ ਜਾਂ 20 ਤੱਕ ਦੇ ਜਿਹੜੇ ਹੈਗੇ ਸੀ ਨਾ ਸਰਬਰਾਹ, ਉਹਨਾਂ ਦਾ ਹੀ ਫੈਸਲਾ ਸੀ ਇਹ। ਫੈਸਲਾ ਪਿੱਛੋਂ ਜਿਹੜੀ ਸ਼੍ਰੋਮਣੀ ਕਮੇਟੀ ਬਣੀ ਆ, ਅਕਾਲੀ ਲੀਡਰ ਹੈ, ਮਸਲਨ ਮਾਸਟਰ ਤਾਰਾ ਸਿੰਘ ਉਸ ਵੇਲੇ ਦਾ ਵੱਡਾ ਲੀਡਰ ਉਭਰਿਆ ਅਕਾਲੀ ਲਹਿਰ 'ਚ, ਦੂਜੇ ਸੀ ਗਿਆਨੀ ਸ਼ੇਰ ਸਿੰਘ ਜਿਹੜੇ ਨੇਤਰਹੀਣ ਸੀ, ਤੀਜੇ ਬਾਬਾ ਸੋਹਣ ਜਿਹੜਾ ਹੈਗਾ ਸੀ ਬਾਬਾ ਖੜਕ ਸਿੰਘ ਸੀ। ਤਿੰਨ ਵੱਡੇ ਲੀਡਰ ਉਭਰੇ ਆ ਅਕਾਲੀਆਂ ਦੇ 1920 ਤੋਂ ਲੈ ਕੇ 40 ਤੱਕ। ਇਹਨਾਂ ਦੀ ਆਪੋ ਵਿੱਚ ਖਹਿਬਾਜ਼ੀ ਬਹੁਤ ਜ਼ਿਆਦਾ ਸੀ, ਔਰ ਲੇਕਿਨ ਇਹ ਤਿੰਨੇ ਅੰਗਰੇਜ਼ਾਂ ਦੇ ਖਿਲਾਫ ਸੀ, ਇਹ ਅੰਗਰੇਜ਼ਾਂ ਦੇ ਹੱਕ ਵਿੱਚ ਨਹੀਂ ਸੀ। ਜਦੋਂ ਸਰਹੱਦੀ ਗਾਂਧੀ ਨੇ ਪਸ਼ਾਵਰ ਵਿੱਚ ਆਪਣਾ ਸੱਤਿਆਗ੍ਰਹਿ ਸ਼ੁਰੂ ਕੀਤਾ ਤਾਂ ਮਾਸਟਰ ਤਾਰਾ ਸਿੰਘ ਸੱਤਿਆਗ੍ਰਹੀਆਂ ਦਾ ਜਥਾ ਲੈ ਕੇ 1930 ਵਿੱਚ ਪਸ਼ਾਵਰ ਨੂੰ ਗਿਆ ਸੀ, ਰਾਹ 'ਚ ਫੜਿਆ ਗਿਆ ਸੀ। ਤਾਂ ਇਹ ਤਿੰਨੇ ਅੰਗਰੇਜ਼ਾਂ ਦੇ ਹੱਕ ਵਿੱਚ ਨਹੀਂ ਸੀ। ਇਹ ਤਿੰਨੇ, ਇੱਕ ਗੱਲ ਹੋਰ ਵੀ ਯਾਦ ਰੱਖਣ ਵਾਲੀ ਇਤਿਹਾਸ ਦਾ ਖਾਸ ਪੁਆਇੰਟ ਹੈ, 1920 ਤੋਂ ਲੈ ਕੇ 1940 ਤੱਕ ਹਰ ਅਕਾਲੀ ਕਾਂਗਰਸ ਦਾ ਮੈਂਬਰ ਬਣ ਸਕਦਾ ਸੀ। ਔਰ ਇੱਥੋਂ ਤੱਕ ਕਿ ਮਾਸਟਰ ਤਾਰਾ ਸਿੰਘ 1940 ਵਿੱਚ ਆਲ ਇੰਡੀਆ ਕਾਂਗਰਸ ਕਮੇਟੀ ਦੀ ਵਰਕਿੰਗ ਕਮੇਟੀ ਦੇ ਮੈਂਬਰ ਸਨ। ਔਰ 1938-39 ਵਿੱਚ ਪੰਜਾਬ ਕਾਂਗਰਸ ਦੀ ਨਵੇਂ ਸਿਰਿਓਂ ਭਰਤੀ ਹੋਈ ਤੇ ਗਿਆਨੀ ਕਰਤਾਰ ਸਿੰਘ ਤੇ ਪ੍ਰਤਾਪ ਸਿੰਘ ਕੈਰੋਂ ਉਸ ਵੇਲੇ ਦੋਵੇਂ ਅਕਾਲੀ ਸੀ ਔਰ ਦੋਵੇਂ MLA ਸੀ। 1937 ਦੀ ਚੋਣ ਵਿੱਚ ਚੁਣੇ ਗਏ ਸੀ। ਉਹਨਾਂ ਨੇ ਅੱਗੇ ਹੋ ਕੇ ਪੰਜਾਬ ਕਾਂਗਰਸ ਦੀ ਭਰਤੀ ਕੀਤੀ ਕਿਉਂਕਿ ਉਹਨਾਂ ਨੂੰ ਇਤਰਾਜ਼ ਸੀ ਪੰਜਾਬ ਕਾਂਗਰਸ ਜਿਹੜੀ ਬੜੀ ਉਜਲੀ ਪਾਰਟੀ ਹੈ। ਔਰ ਇਹਨਾਂ ਦੋਨਾਂ ਨੇ ਬਹੁਤ ਸਾਰੇ ਮੈਂਬਰ ਭਰਤੀ ਕੀਤੇ, ਡੈਲੀਗੇਟ ਚੁਣੇ। ਔਰ ਉਸ ਵੇਲੇ ਪੰਜਾਬ ਕਾਂਗਰਸ ਦੇ ਦੋ ਕਾਂਗਰਸੀਆਂ ਦਾ ਕਬਜ਼ਾ ਸੀ, ਡਾਕਟਰ ਸਤਿਆਪਾਲ ਤੇ ਡਾਕਟਰ ਭਾਰਗਵ। ਔਰ ਇਹਨਾਂ ਨੇ ਪਾਰਟੀ ਨੂੰ ਆਪਣੀ ਮੁੱਠ ਵਿੱਚ ਰੱਖਿਆ ਸੀ। ਉਹਨਾਂ ਨੇ ਇਹਨਾਂ ਦੋਨਾਂ ਨੂੰ ਪਾਰਟੀ ਚੋਂ ਪਿੱਛੇ ਕੀਤਾ, ਜ਼ਿਆਦਾ ਡਾਇਨਾਮਿਕ ਕਿਸਮ ਦੀ ਪਾਰਟੀ ਬਣਾਉਣ ਦੀ ਕੋਸ਼ਿਸ਼ ਕੀਤੀ ਔਰ ਪ੍ਰਤਾਪ ਸਿੰਘ ਕੈਰੋਂ ਜਨਰਲ ਸੈਕਟਰੀ ਬਣਿਆ। ਤੋ ਇਉਂ ਉਸ ਵੇਲੇ ਤੱਕ 1920 ਤੋਂ 40 ਤੱਕ ਜਿਹੜੇ ਅਕਾਲੀ ਸੀ ਤੇ ਕਾਂਗਰਸੀ ਸੀ ਉਹ ਕੌਮ ਪ੍ਰਸਤੀ ਦੇ ਹੱਕ ਵਿੱਚ ਸੀ, ਦੇਸ਼ ਦੀ ਆਜ਼ਾਦੀ ਦੇ ਹੱਕ ਵਿੱਚ ਸਨ। ਲੇਕਿਨ ਜਿਹੜੀ ਚਾਨਾ ਜੀ ਮੈਂ ਤੁਹਾਡੇ ਨਾਲ ਨੁਕਤਾ ਵਿਚਾਰਨਾ ਚਾਹੁੰਦਾ ਉਹ ਇਹ ਹੈ ਵੀ ਇਹ ਜਿਹੜੇ ਗਦਰ ਪਾਰਟੀ ਵਾਲੇ ਸੀ 1900 ਇਹ ਤਾਂ ਗ੍ਰਿਫਤਾਰ ਹੋਏ ਜਿਹੜੇ ਸੀ 1930 ਤੋਂ ਬਾਅਦ ਆਏ ਜਾਂ 30 ਤੱਕ ਆਏ, ਬਾਹਰ ਆਏ। ਪਹਿਲਾਂ ਇਹਨਾਂ ਤੋਂ ਜਿਹੜੇ ਗ੍ਰਿਫਤਾਰ ਨਹੀਂ ਹੋਏ ਸੀ, ਮਸਲਨ ਊਧਮ ਸਿੰਘ ਕਸੇਲ ਸੀ, ਅਮਰੀਕਾ ਤੋਂ ਆਇਆ ਔਰ ਉਹ ਇੱਥੋਂ
ਨਿਕਲ ਕੇ ਕਾਬਲ ਚਲਾ ਗਿਆ ਔਰ ਕਾਬਲ ਇੱਕ ਨਵਾਂ ਸਾਡਾ ਦੇਸ਼ ਭਗਤਾਂ ਦਾ ਅੱਡਾ ਬਣ ਗਿਆ ਸੀ। ਔਰ ਬਾਬਾ ਲਲਤੋਂ ਜਿਹੜੇ ਗੁਰਮੁਖ ਸਿੰਘ ਉਹ ਵੀ ਉੱਥੇ ਚਲੇ ਗਏ ਸੀ। ਬਿਲਕੁਲ। ਤੇ ਮਹਿੰਦਰ ਪ੍ਰਤਾਪ ਵੀ ਉੱਥੇ ਗਿਆ ਸੀ। ਉੱਥੇ ਗੈਰ ਸਰਕਾਰੀ ਆਜ਼ਾਦ ਭਾਰਤ ਦੀ ਸਰਕਾਰ ਵੀ ਬਣੀ ਹੋਈ ਸੀ। ਲੇਕਿਨ ਇਹਨਾਂ ਨੇ ਜਿਹੜੀ ਮੇਰੇ ਮਨ 'ਚ ਗੱਲ ਘੁੰਮ ਰਹੀ ਆ, ਮੈਂ ਤੁਹਾਡੇ ਨਾਲ ਕਲੀਅਰ ਕਰਨਾ ਚਾਹੁੰਦਾ ਭਈ ਉਦੋਂ ਸਿੰਘ ਕਸੇਲ ਤੇ ਪਿੱਛੋਂ ਆਏ ਸੰਤੋਖ ਸਿੰਘ ਕਿਰਤੀ, ਇਹ ਉੱਥੋਂ ਬਾਸਕੋ ਤੋਂ ਹੋ ਕੇ ਆਏ ਔਰ ਸਮਾਜਵਾਦ ਪੜ੍ਹ ਕੇ ਆਏ। ਤਾਂ ਕਿਰਤੀ ਸਾਹਿਬ ਨੇ ਫੈਸਲਾ ਕੀਤਾ, ਇਹ ਇਤਿਹਾਸ ਦਾ ਇੱਕ ਮੋੜ ਹੈ ਭਈ ਗਦਰ ਪਾਰਟੀ ਤਾਂ ਕਾਇਮ ਰਹੇ ਪਰ ਇਹਨੂੰ ਖੱਬੀ ਪਾਰਟੀ ਬਣਾ ਦਿੱਤਾ ਗਿਆ। ਅਸੀਂ ਭੁੱਖ ਸਾਹਿਬ ਆਉਂਦੇ ਹਾਂ ਇਸ ਪੜਾਅ ਦੇ ਉੱਤੇ, ਜੇ ਅਸੀਂ ਉਸ ਨੂੰ ਸਮ ਅਪ ਕਰ ਦਈਏ ਇਸ ਤਰ੍ਹਾਂ ਕਿ ਜਿਨ੍ਹਾਂ ਨੇ ਇਹ ਗੱਲ ਕਹੀ ਸੀ ਕਿ ਇਹ ਸਿੱਖ ਨਹੀਂ ਹਨ, ਉਹ ਅੰਗਰੇਜ਼ ਦੇ ਟਾਊਟ ਸੀ, ਇਹ ਗੱਲ ਤੁਸੀਂ ਕਹਿਣਾ ਚਾਹੁੰਦੇ? ਹਾਂਜੀ, ਬਿਲਕੁਲ ਠੀਕ ਹੈ। ਅਸੀਂ ਇੱਥੋਂ ਅਗਲਾ ਆਪਣਾ ਗੱਲਬਾਤ ਸ਼ੁਰੂ ਕਰਾਂਗੇ। ਅਸੀਂ ਭੋਗਲ ਸਾਹਿਬ ਦੇ ਨਾਲ ਵਿਚਾਰ ਕਰਦਿਆਂ ਇਸ ਪੂਰੇ ਇਤਿਹਾਸ ਦੇ ਲਗਭਗ 2 ਪੜਾਅ ਪਾਰ ਕਰ ਲਏ ਨੇ। ਲੇਕਿਨ ਭੋਗਲ ਸਾਹਿਬ ਅਸੀਂ ਇਹ ਜਾਣਨਾ ਚਾਹੁੰਦੇ ਹੁਣ ਤੁਹਾਡੇ ਤੋਂ ਕਿ ਗਦਰੀ ਬਾਬੇ ਜਾਂ ਗਦਰ ਪਾਰਟੀ ਦੇ ਨੇਤਾ ਜਿਹੜੇ ਸੀਗੇ ਉਹਨਾਂ ਦੇ ਉੱਤੇ ਇੱਕ ਖਾਸ ਕਿਸਮ ਦੇ ਫਲਸਫੇ ਦਾ ਅਸਰ ਸੀ। ਉਦੋਂ ਅਸਰ ਸੀ ਜਦੋਂ ਉਹਨਾਂ ਨੇ ਕੋਈ ਮਾਰਕਸਿਜ਼ਮ ਪੜ੍ਹਿਆ ਨਹੀਂ ਹੋਇਆ ਸੀ ਜਾਂ ਉਹਨਾਂ ਦੇ ਸੰਪਰਕ ਵਿੱਚ ਵੀ ਨਹੀਂ ਸੀ ਆਏ, ਲੇਕਿਨ ਉਹਨਾਂ ਦਾ ਇੱਕ ਸੋਸ਼ਲਿਸਟਿਕ ਆਈਡੀਆਜ਼ ਜਿਹੜੇ ਉਹਨਾਂ ਦੇ ਦਿਮਾਗ ਦੇ ਵਿੱਚ ਸੀ। ਇੱਕ ਤਾਂ ਇਸ ਨੂੰ ਬੇਸ ਬਣਾ ਕੇ ਅੱਜ ਕੱਲ੍ਹ ਜੋ ਬਹਿਸ ਛਿੜੀ ਹੋਈ ਆ, ਉਹ ਕੁਝ ਲੋਕ ਬੜੀ ਜ਼ਬਰਦਸਤ ਤਰੀਕੇ ਦੇ ਨਾਲ ਇਹ ਕਹਿਣਾ ਚਾਹੁੰਦੇ ਨੇ ਕਿ ਗਦਰੀ ਬਾਬੇ ਅਸਲ ਦੇ ਵਿੱਚ ਸਿੱਖ ਸਨ, ਸਿੱਖ ਸਨ। ਤੇ ਉਹ ਦੂਸਰਾ ਇਹ ਸੀ ਕਿ 2 ਤਰ੍ਹਾਂ ਦੇ ਆਈਡੀਆ ਚੱਲਦੇ ਆ ਕਿ ਜੇ ਉਹਨਾਂ ਵਾਲਾ ਵਿਚਾਰ ਜਾਰੀ ਰਹਿੰਦਾ ਤਾਂ ਫਿਰ ਲੈਫਟ ਮੂਵਮੈਂਟ ਆ ਜਿਹੜੀ ਉਹ ਜ਼ਿਆਦਾ ਫਾਇਦਾ ਉਠਾ ਸਕਦੀ ਸੀ ਪੰਜਾਬ ਦੇ ਵਿੱਚ। ਇਹਨਾਂ 2 ਗੱਲਾਂ ਦੇ ਉੱਤੇ ਮੈਂ ਤੁਹਾਡੇ ਵਿਚਾਰ ਜਾਣਨੇ ਚਾਹੁੰਦਾ ਕਿਉਂਕਿ ਇਹਦੇ ਤੇ ਬੜੀ ਸਖਤ ਬਹਿਸ ਚੱਲ ਰਹੀ ਹੈ ਅੱਜ ਕੱਲ੍ਹ। ਗੱਲ ਇਹ ਵੀ ਮੈਂ ਸੁਣਿਆ ਪੜ੍ਹਿਆ ਵੀ ਅਮਰੀਕਾ ਵਿੱਚ ਕੁਝ ਅੰਸ਼ ਹੈਗੇ ਆ ਪ੍ਰਵਾਸੀ ਅੰਸ਼ ਪੰਜਾਬ ਤੋਂ ਗਏ ਹੋ ਜਿਹੜੇ ਕਹਿ ਲਓ ਵੀ ਸਿੱਖ ਭਾਈਚਾਰੇ ਦਾ ਬਿੰਬ ਆਪਣੇ ਵੱਲੋਂ ਤੋਂ ਖਾੜਕੂ ਬਣਾ ਕੇ ਪੇਸ਼ ਕਰਨਾ ਚਾਹੁੰਦੇ ਆ, ਪਰ ਉਹ ਹੈਗੇ ਆ ਵੱਖਵਾਦੀ। ਉਹ ਭਾਰਤ ਤੇ ਸਿੱਖਾਂ ਦਾ ਆਪੋ ਵਿੱਚ ਹੀ ਜੋੜ ਜਿਹੜਾ ਨਾ ਉਹਨੂੰ ਪ੍ਰਵਾਨ ਨਹੀਂ ਕਰਦੇ। ਉਹ ਚਾਹੁੰਦੇ ਆ ਵੀ ਭਾਰਤ ਦੇ ਭਾਵੇਂ ਟੋਟੇ ਹੋ ਜਾਣ ਪਰ ਸਿੱਖਾਂ ਦਾ ਰਾਜ ਅਲੱਗ ਹੋਣਾ ਚਾਹੀਦਾ। ਮੈਂ ਇਸ ਵਿਚਾਰ ਨਾਲ ਬਿਲਕੁਲ ਸਹਿਮਤ ਨਹੀਂ ਔਰ ਨਾ ਸਾਡੇ ਗਦਰੀ ਦੇਸ਼ ਭਗਤ ਇਸ ਵਿਚਾਰ ਨਾਲ ਸਹਿਮਤ ਸਨ, ਕਿਉਂਕਿ ਸਿੱਖ ਧਰਮ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਤੁਸੀਂ ਵੀ ਪੜ੍ਹਿਆ, ਇਤਿਹਾਸ ਮੈਂ ਵੀ ਪੜ੍ਹਿਆ, ਇਹ ਇੱਕ ਮਜ਼ਹਬ ਜ਼ਰੂਰ ਸੀ, ਇੱਕ ਪੰਥ ਜ਼ਰੂਰ ਸੀ, ਪਰ ਇਹ ਮਾਨਵਤਾ ਦਾ ਪੰਥ ਸੀ ਔਰ ਇਹ ਮਾਨਵਵਾਦੀ ਇਸ ਹੱਦ ਤੱਕ ਸੀ, ਦੇਸ਼ ਵਿਆਪੀ ਔਰ ਸੰਸਾਰ ਵਿਆਪੀ ਇੱਕ ਨਜ਼ਰੀਆ ਸੀ ਕਿ ਗੁਰੂ ਨਾਨਕ ਸਾਹਿਬ ਪੰਜਾਬ ਤੋਂ ਉੱਠ ਕੇ ਜਦੋਂ ਆਉਣ ਜਾਣ ਦੇ ਸਾਧਨ ਕੋਈ ਖਾਸ ਨਹੀਂ ਸੀ ਹੁੰਦੇ, ਪਹਿਲਾਂ ਸਾਰਾ ਭਾਰਤ ਘੁੰਮਿਆ। ਪਹਿਲਾਂ ਉੱਤਰੀ ਭਾਰਤ ਵਿੱਚ ਗਏ, ਫਿਰ ਦੱਖਣੀ ਭਾਰਤ ਵਿੱਚ ਗਏ। ਪਹਿਲੀ ਉਦਾਸੀ ਆ ਵੱਡੀ 7-8 ਸਾਲ ਲੱਗੇ ਉਹਨਾਂ ਨੂੰ। ਫਿਰ ਇਰਾਕ ਤੱਕ, ਫਿਰ ਦੂਜੀ ਉਦਾਸੀ ਵਿੱਚ ਉਹ ਪਹਾੜਾਂ ਤੇ ਗਏ, ਸਿੱਧਾ ਜੋਗੀਆਂ ਨੂੰ ਮਿਲੇ ਆ। ਤੀਜੀ ਉਦਾਸੀ ਉਹਨਾਂ ਨੇ ਪੱਛਮ ਦੀ ਕੀਤੀ ਆ ਔਰ ਮੱਕੇ ਮਦੀਨੇ ਤੱਕ ਗਏ ਆ। ਇਰਾਕ ਤਾਂ ਉਹਨਾਂ ਦਾ ਰਸਤੇ 'ਚ ਪੜਾਅ ਸੀ, ਈਰਾਨ ਗਏ ਆ ਔਰ ਇਉਂ ਉਹ ਏਸ਼ੀਆ ਦੇ ਬਹੁਤ ਸਾਰੇ ਦੇਸ਼ ਘੁੰਮੇ ਆ, ਖਾਸ ਤੌਰ ਤੇ ਹਿੰਦੂ ਤੀਰਥਾਂ ਤੇ ਇਸਲਾਮੀ ਤੀਰਥਾਂ ਤੇ ਗਏ, ਕਿਉਂਕਿ ਭਾਰਤ ਵਿੱਚ ਹਿੰਦੂ ਲੋਕ ਵੀ ਸੀ ਤੇ ਮੁਸਲਮਾਨ ਲੋਕ ਵੀ ਸੀ ਔਰ ਉਹਨਾਂ ਦਾ ਸਾਰੀ ਉਮਰ ਦਾ ਸਾਥੀ ਮਰਦਾਨਾ ਮੁਸਲਮਾਨ ਸੀ ਔਰ ਗੁਰੂ ਨਾਨਕ ਨੇ ਕਦੇ ਨਹੀਂ ਉਹਨੂੰ ਕਿਹਾ ਵੀ ਭਾਈ ਤੂੰ ਨਮਾਜ਼ ਨਾ ਪੜ੍ਹ, ਤੂੰ ਮੁਸਲਮਾਨ ਨਾ ਰਹਿ, ਉਹਨੂੰ ਮੁਸਲਮਾਨ ਹੀ ਰੱਖਿਆ। ਹਾਂਜੀ, ਔਰ ਆਪ ਵੀ ਮੱਕੇ ਮਦੀਨੇ ਤੱਕ ਗਏ, ਸਾਰੇ ਤੀਰਥਾਂ ਤੇ ਗਏ। ਤੋ ਗੁਰੂ ਨਾਨਕ ਸਾਹਿਬ ਇਨਸਾਨੀਅਤ ਪ੍ਰਸਤ ਸਨ। ਉਹਨਾਂ ਦਾ ਧਰਮ ਇੱਕ ਅਲੱਗ, ਉਹਨਾਂ ਨੇ ਇੱਕ ਧਰਮ ਬਣਾਇਆ ਸੀ, ਕਹੀਏ ਇੱਕ ਵਿਚਾਰਧਾਰਾ ਪੇਸ਼ ਕੀਤੀ ਹੈ, ਇੱਕ ਪ੍ਰੇਰਨਾ ਦਾ ਸੋਮਾ ਪੈਦਾ ਕੀਤਾ ਇਨਸਾਨੀਅਤ ਦੀ ਆਜ਼ਾਦੀ ਲਈ, ਇਨਸਾਨੀਅਤ ਦੇ ਭਲੇ ਲਈ।
तो वो पिछों एक पंथ बन गया, एक मजहब बन गया, लेकिन वो अलग रखने वाले नहीं सन। गुरु अर्जन देव ने गुरु ग्रंथ साहब की बीड़ तैयार की है, ਤਾਂ भी उन्होंने गुरुआं की बाणी शामिल करने दे नाल शेख फरीद की बाणी शामिल की, 15 हिंदू भगतां की बाणी शामिल की है। और जदों हरमिंदर साहब की बुनियाद रखवाई है तो मुसलमान पीर तो रखवाई है, तो फिर जदों गुरु गोबिंद सिंह ने युद्ध लड़िया, खालसा पंथ साजिया, ਤਾਂ भी मुसलमान उन्होंने साथी सी। तो इस करके सिख पंथ, सिख भाईचारा, सिख धर्म ਵੱਖਵਾਦੀ नहीं है, ये तो मानवतावादी है और सारे भारत की और सारी मानवता की भलाई चाहता। पर ये भुगत साहब ਜਿਹੜਾ ਵੱਖਵਾਦੀ ਹੋਣਾ ਜਾਂ ਪੰਜਾਬ ਨੂੰ ਹਿੰਦੁਸਤਾਨ ਦੇ ਵਿੱਚ ਕਿਹੜਾ ਸਟੇਟਸ ਚਾਹੀਦਾ, ਇਹ ਇੱਕ ਆਪਣੀ ਜਗ੍ਹਾ ਤੇ ਮਸਲਾ ਹੈਗਾ ਜਿਹੜਾ ਬੜਾ ਉਹ ਵੀ ਵਿਚਾਰ ਅਧੀਨ ਹੈਗਾ। ਆਪਾਂ ਇਸ ਵਿਸ਼ੇ ਮੈਂ ਛੇੜਾ ਨਾ ਇੱਥੇ, ਵੈਸੇ ਉਹ ਮੈਂ ਉਸ ਦੇ ਹੱਕ ਵਿੱਚ ਹਾਂ। ਮੈਂ ਇਹ ਕਹਿਣਾ ਚਾਹੁੰਦਾ ਇਹ ਆ ਕਿ ਜਿਹੜੇ ਇਹ ਗੱਲ ਕਹਿੰਦੇ ਨੇ ਕਿ ਜੀ ਉਹ ਸਿੱਖ ਸਨ ਤੇ ਸਿੱਖ ਫਲਸਫੇ ਤੋਂ ਪ੍ਰਭਾਵਿਤ ਹੋ ਕੇ ਹੀ ਇਸ ਪਾਸੇ ਆਏ ਸਨ ਗਦਰੀ, ਉਹਨਾਂ ਨਾਲ ਜੋੜ ਕੇ ਜਿਹੜੀ ਨਾ ਮੈਂ ਗੱਲ ਕਲੈਰਿਟੀ ਚਾਹਨਾ ਤੁਹਾਡੇ। ਹਾਂਜੀ, ਉਹ ਤਾਂ ਬਿਲਕੁਲ ਦਰੁਸਤ ਹੈ ਵੀ ਉਹਨਾਂ ਦਾ ਪ੍ਰੇਰਨਾ ਦਾ ਸਰੋਤ ਇੱਕ ਪਾਸੇ ਅਮਰੀਕਾ ਦੇ ਹਾਲਾਤ ਸਨ, ਦੂਜੇ ਪਾਸੇ ਸਿੱਖ ਧਰਮ ਸੀ। ਉਹਨਾਂ ਨੂੰ ਗਿਆਨ ਹੀ ਸਿੱਖ ਇਤਿਹਾਸ ਦਾ ਸੀ। ਔਰ ਗਦਰੀ ਜਿਹੜੀ ਗਦਰ ਕਾਵ ਹੈ, ਛਪਿਆ ਹੋਇਆ ਮਿਲਦਾ, ਮੈਂ ਪੜ੍ਹਿਆ ਹੈ, ਗਦਰ ਕਾਵ 'ਚ ਮੁੱਖ ਪ੍ਰੇਰਨਾ ਸਰੋਤ ਸਿੱਖ ਧਰਮ ਹੈ, ਸਿੱਖ ਇਤਿਹਾਸ ਹੈ। ਗਦਰ ਕਾਵ ਜਿਹੜਾ ਗਦਰ ਗੂੰਜ ਤਾਂ ਅਲੱਗ ਚੀਜ਼ ਹੈ। ਅਸਲ ਵਿੱਚ ਜਿਹੜੀ ਗਦਰ ਅਖਬਾਰ ਸੀ ਉਹਦੇ 'ਚ ਕਵਿਤਾਵਾਂ ਛਪਦੀਆਂ ਸੀ, ਉਹਦੇ ਵਿੱਚੋਂ ਚੁਣ ਕੇ ਉਹਨਾਂ ਨੇ 6-7 ਜਿਲਦਾਂ ਛਾਪੀਆਂ ਸੀ, ਉਹਨਾਂ ਨੂੰ ਗਦਰ ਗੂੰਜਾ ਕਹਿੰਦੇ ਸੀ। ਉਹ ਅਲੱਗ ਚੀਜ਼ ਸੀ। ਤੋ ਅਸਲ ਗਦਰ ਅਖਬਾਰ ਸੀ ਔਰ ਉਹਦੇ ਵਿੱਚ ਭਗਵਾਨ ਸਿੰਘ ਪ੍ਰੀਤਮ ਔਰ ਹਰਨਾਮ ਸਿੰਘ ਟੁੰਡੀਲਾਟ, ਮੁਰਸ਼ਾ ਸਿੰਘ ਦੁਖੀ ਇਹ ਕਵੀ ਕਵਿਤਾਵਾਂ ਲਿਖਦੇ ਰਹੇ। ਔਰ ਇੱਕ ਚਾਨਾ ਜੀ ਮੈਨੂੰ ਇੱਕ ਹੋਰ ਗੱਲ ਯਾਦ ਆਈ, ਬੜੀ ਦਿਲਚਸਪ ਹੈ ਵੀ ਭਗਵਾਨ ਸਿੰਘ ਪ੍ਰੀਤਮ ਪਿੱਛੋਂ ਭਾਰਤ ਪੰਜਾਬ ਆ ਗਏ, ਪ੍ਰਤਾਪ ਸਿੰਘ ਕੈਰੋਂ ਦੇ ਨਾਲ ਫਿਰਦੇ ਤੁਰਦੇ ਰਹੇ, ਇੱਥੇ ਵੀ ਨਜ਼ਮਾਂ ਲਿਖਦੇ ਰਹੇ, ਕਿਤਾਬ ਵੀ ਛਪੀ ਹੈ ਉਹਨਾਂ ਦੀ। ਕਵਿਤਾ ਵਿੱਚ ਉਹ ਚਿਣਗ ਨਹੀਂ ਹੈ ਜਿਹੜੀ ਚਿਣਗ ਉੱਥੇ ਅਮਰੀਕਾ ਵਿੱਚ ਲਿਖੀ ਗਈ ਕਵਿਤਾ ਵਿੱਚ ਸੀ। ਇਹਦਾ ਮਤਲਬ ਹੈ ਵੀ ਪ੍ਰੇਰਨਾ ਸਰੋਤ ਵੀ ਹਾਲਾਤ ਦੇ ਮੁਤਾਬਕ ਬਣਦਾ ਹੈ, ਤੁਹਾਡਾ ਚੁਗੜਦਾ ਬਣਾਉਂਦਾ ਹੈ। ਉਹ ਚਿਣਗ ਜਿਹੜੀ ਉੱਥੇ ਗਦਰੀਆਂ ਦੇ ਮਨਾਂ ਵਿੱਚ ਅਮਰੀਕਾ 'ਚ ਪੈਦਾ ਹੋਈ ਸੀ, ਉੱਥੇ ਰਹਿੰਦੇ ਕਵੀਆਂ ਦੇ ਮਨਾਂ ਵਿੱਚ ਵੀ ਪੈਦਾ ਹੋਈ ਸੀ। ਔਰ ਉਹ ਚਿਣਗ ਇੱਥੇ ਦੇ ਹਾਲਾਤ ਵਿੱਚ ਉਹਨਾਂ ਦੇ ਕਵਿਤਾ ਵਿੱਚ ਨਹੀਂ ਨਜ਼ਰ ਆਉਂਦੀ ਜਿਹੜੀ ਉੱਥੇ ਸੀ। ਤੋ ਇਹ ਬੜੀ ਵੱਖਰੀ ਗੱਲ ਹੈ ਵੀ ਜਿਹੜੇ ਗਦਰੀ ਕਾਵ ਰਚਦੇ ਰਹੇ ਉੱਥੇ ਕਵੀ, ਉਹਨਾਂ ਦੀ ਕਵਿਤਾ ਮੈਂ ਜਦੋਂ ਵੀ ਮੈਂ ਪੜ੍ਹਦਾ ਉਹ ਮੈਨੂੰ ਹੁਣ ਵੀ ਬਹੁਤ ਪ੍ਰਭਾਵਿਤ ਕਰਦੀ ਹੈ, ਪਰ ਉਹਨਾਂ ਕਵੀਆਂ ਦੀ ਇੱਥੇ ਲਿਖੀ ਹੋਈ ਕਵਿਤਾ ਮੈਨੂੰ ਪ੍ਰਭਾਵਿਤ ਨਹੀਂ ਕਰਦੀ। ਤੋ ਇਹਦਾ ਮਤਲਬ ਹੈ ਕਵਿਤਾ ਵਿੱਚ ਤੁਹਾਡੇ ਪਾਸ ਜਿਹੜਾ ਜਜ਼ਬਾ ਪੈਦਾ ਹੋਇਆ, ਜਿਹੜੀ ਚਿੜਗ ਪੈਦਾ ਹੋਈ, ਜਿਹੜੀ ਖਿਆਲ ਪੈਦਾ ਹੋਇਆ ਹੈ, ਉਹ ਭੂਗੋਲਿਕ ਹਾਲਾਤ ਦੀ ਵੀ ਦੇਣ ਹੁੰਦਾ, ਇਤਿਹਾਸਕ ਹਾਲਾਤ ਦੀ ਵੀ ਦੇਣ ਹੁੰਦਾ ਹੈ। ਇੱਕ ਭੁਗਤ ਸਾਹਿਬ ਜਿਹੜਾ ਬਾਅਦ ਦੇ ਵਿੱਚ ਹਾਲਾਤ ਪੈਦਾ ਹੋਏ, ਇਤਿਹਾਸ ਨੇ ਟਰਨ ਲਈ, ਉਹਦੇ ਤੋਂ ਇਹ ਐਸਟੈਬਲਿਸ਼ ਕਰਨ ਦਾ ਇੱਕ ਯਤਨ ਹੋ ਰਿਹਾ ਜਾਂ ਇਹ ਕੀਤਾ ਗਿਆ ਕਿ ਗਦਰ ਆਗੂ ਸਨ ਜਿਹੜੇ ਉਹ ਸੋਸ਼ਲਿਸਟ ਸਨ ਤੇ ਵਧੇਰੇ ਕਮਿਊਨਿਸਟ ਸਨ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ? ਹਾਂਜੀ, ਭਈ 1917 'ਚ ਜਿਹੜਾ ਸੋਵੀਅਤ ਇਨਕਲਾਬ ਆਇਆ ਉਹਦੇ ਤੋਂ ਸਾਰੀ ਦੁਨੀਆ ਪ੍ਰਭਾਵਿਤ ਹੋਈ ਹੈ ਤੇ ਸਾਡੇ ਇਹ ਕੁਰਬਾਨੀ ਦੇ ਪੁੰਜ ਦੇਸ਼ ਭਗਤ ਕਿਉਂ ਨਾ ਪ੍ਰਭਾਵਿਤ ਹੁੰਦੇ, ਪ੍ਰਭਾਵਿਤ ਹੋਣਾ ਸੀ ਇਹਨਾਂ ਨੇ। ਪੰਜਾਬ 'ਚ ਬੈਠੇ ਲੋਕ ਪ੍ਰਭਾਵਿਤ ਹੋਏ, ਸਾਡੇ ਇੱਥੇ ਸੰਤ ਸਿੰਘ ਸੇਖੋਂ ਕਿਤੇ ਪ੍ਰਦੇਸ਼ ਨਹੀਂ ਗਿਆ ਔਰ ਉਹਦੇ ਨਾਟਕਾਂ ਵਿੱਚ, ਉਹਦੀਆਂ ਕਹਾਣੀਆਂ ਵਿੱਚ 1935 ਤੋਂ ਬਾਅਦ ਲਿਖੀਆਂ ਕਹਾਣੀਆਂ ਵਿੱਚ ਔਰ ਇਕਾਂਗੀਆਂ ਵਿੱਚ ਇਨਕਲਾਬ ਬੋਲਦਾ ਹੈ, ਲੈਨਨ ਬੋਲਦਾ ਹੈ, ਹੜਤਾਲ ਬੋਲਦੀ ਹੈ। ਤੋ ਇਹ ਜਿਹੜਾ ਸੀ ਨਾ ਸੋਵੀਅਤ ਯੂਨੀਅਨ ਦਾ ਬਣਨਾ ਤੇ ਲੈਨਨ ਰਾਹੀਂ ਸਮਾਜਵਾਦ ਦਾ ਨਾਅਰਾ ਲੱਗਣਾ, ਇਹ ਭਾਵੇਂ ਕਾਮਯਾਬ ਨਹੀਂ ਹੋਇਆ ਇਨਕਲਾਬ ਲਿਆਉਣ ਵਿੱਚ ਵੀ, ਉਹੋ ਜਿਹਾ ਸਮਾਜ ਸਿਰਜਣ ਵਿੱਚ, ਪਰ ਇਹ ਵੀ ਉਸੇ ਤਰ੍ਹਾਂ ਦੀ ਚਿਣਗ ਸੀ ਜਿਹੋ ਜਿਹੀ ਚਿਣਗ ਸਾਡੇ ਦੇਸ਼ ਭਗਤਾਂ ਨੂੰ ਅਮਰੀਕਾ ਵਿੱਚ ਮਿਲੀ ਸੀ। ਤੋ ਬਰਾਬਰੀ ਆਵੇ, ਨਾ ਬਰਾਬਰੀ ਖਤਮ ਹੋਵੇ, ਇੱਕ ਐਸਾ ਰਾਜ ਬਣਤਰ ਪੈਦਾ ਹੋਵੇ ਜਿਹਦੇ 'ਚ ਗਰੀਬੀ ਨਾ ਹੋਵੇ, ਸਭ ਲੋਕ ਬਰਾਬਰ ਹੋਣ। ਇਹ ਚਾਨਾ ਜੀ ਦੁਨੀਆ ਭਰ ਵਿੱਚ ਨਾ ਮਰਨ ਵਾਲਾ ਖਿਆਲ ਹੈ, ਨਾ ਮਰਨ ਵਾਲਾ। ਇਹ ਗੁਰੂ ਨਾਨਕ ਦੀ ਬਾਣੀ ਵਿੱਚ ਹੈ, ਇਹ ਭਗਤਾਂ ਦੀ ਬਾਣੀ ਵਿੱਚ ਹੈ, ਇਹ 20ਵੀਂ ਸਦੀ ਦੇ ਸਾਡੇ ਸਾਹਿਤ ਵਿੱਚ ਵੀ ਆ ਗਿਆ ਔਰ ਇਹਦਾ ਅਸਰ ਸਾਡੇ ਦੇਸ਼ ਭਗਤਾਂ 'ਤੇ ਵੀ ਹੋਇਆ। ਔਰ ਦੇਸ਼ ਭਗਤ ਜਦੋਂ ਗਦਰ ਫੇਲ ਹੋ ਗਿਆ, ਲੋਕ ਫਾਂਸੀ ਦੇ ਲੱਗ ਗਏ, ਜੇਲ੍ਹਾਂ ਵਿੱਚ ਕਾਲੇ ਪਾਣੀ 'ਚ ਕਸ਼ਟ ਭੋਗ ਰਹੇ ਆ। ਅਮਰੀਕਾ ਵਿੱਚ ਬੈਠੇ ਬਹੁਤ ਸਾਰੇ ਦੇਸ਼ ਭਗਤ ਜਿਨ੍ਹਾਂ ਵਿੱਚ ਸੰਤੋਖ ਸਿੰਘ ਕਿਰਤੀ ਸ਼ਾਮਲ ਹੈ, ਰਤਨ ਸਿੰਘ ਡੱਬਾ ਸ਼ਾਮਲ ਹੈ ਔਰ ਇਹ ਲੋਕ ਮੁੜ ਕੇ
ਮਾਸਕੋ ਰਾਹੀਂ ਭਾਰਤ ਆਏ, ਮਾਸਕੋ ਰਾਹੀਂ, ਮਾਸਕੋ ਤੋਂ ਸਮਾਜਵਾਦੀ ਸਿੱਖਿਆ ਲੈ ਕੇ ਆਏ ਔਰ ਅੰਮ੍ਰਿਤਸਰ ਆ ਕੇ ਬਿਮਾਰ ਆਦਮੀ ਹੈ ਭਾਈ ਸੰਤੋਖ ਸਿੰਘ, ਉਹਨੇ ਕਿਰਤੀ ਮੈਗਜ਼ੀਨ ਕੱਢਿਆ, ਮਾਸਿਕ ਪੱਤਰ ਕੱਢਿਆ ਔਰ ਪਤਾ ਉਹਨਾਂ ਦੀ ਰਿਹਾਇਸ਼ ਕਿੱਥੇ ਸੀ? ਅੰਮ੍ਰਿਤਸਰ ਦੀ ਉਸੇ ਇਮਾਰਤ ਵਿੱਚ ਮਾਸਟਰ ਤਾਰਾ ਸਿੰਘ ਰਹਿੰਦੇ ਸੀ ਔਰ ਮਾਸਟਰ ਤਾਰਾ ਸਿੰਘ ਉਹਨਾਂ ਦੇ ਸ਼ਰਧਾਲੂ ਸੀ। ਮਾਸਟਰ ਜੀ ਨੇ ਸੰਤੋਖ ਸਿੰਘ ਦੀ ਜਿਹੜੀ ਹੈ ਨਾ ਦੁੱਖ ਭੋਗ ਭੋਗ ਕੇ ਤਪਦਿਕ ਨਾਲ ਮਰਨ ਦਾ ਕਿੱਸਾ ਆਪਣੀ ਕਲਮ ਨਾਲ ਲਿਖਿਆ ਹੋਇਆ ਹੈ ਜੀ। ਤੋ ਇਹ ਸੰਤੋਖ ਸਿੰਘ ਨੇ ਕਿਰਤੀ ਪਰਚਾ ਹੀ ਨਹੀਂ ਕੱਢਿਆ, ਇੰਨੇ ਵੇ ਉਹਨਾਂ ਨੇ ਗਦਰੀਆਂ ਨੂੰ ਕਿਹਾ ਹੁਣ ਆਪਾਂ ਸਮਾਜਵਾਦ ਲਈ ਲੜਨਾ ਹੈ। ਉਹ ਤੋਂ ਪਹਿਲਾਂ ਇਹੋ ਗੱਲ ਊਧਮ ਸਿੰਘ ਕਸੇਲ ਨੇ ਕਾਬਲ ਵਿੱਚ ਬੈਠ ਕੇ ਕਮਿਊਨਿਸਟ ਪਾਰਟੀ ਬਣਾ ਕੇ ਇਹੋ ਗੱਲ ਆਖੀ ਔਰ ਮੈਂ ਸੋਚਦਾ ਚਾਹੁੰਦਾ ਜੀ ਵੀ ਜੇ ਕਿਤੇ ਕਿਰਤੀ ਕਰਮ ਸਿੰਘ ਭਾਈ ਸੰਤੋਖ ਸਿੰਘ ਮਰਦੇ ਨਾ ਔਰ ਊਧਮ ਸਿੰਘ ਕਸੇਲ ਵੀ ਮਰਦੇ ਨਾ, ਉਹ ਵੀ ਕਾਬਲ 'ਚ ਮਰ ਗਿਆ ਸੀ, ਅਫਗਾਨਿਸਤਾਨ 'ਚ ਮਰ ਗਿਆ ਸੀ, ਮਰਦੇ ਨਾ ਔਰ ਕਮਿਊਨਿਸਟ ਪੰਜਾਬ ਦੀ ਬਲਕਿ ਭਾਰਤ ਦੀ ਕਮਿਊਨਿਸਟ ਪਾਰਟੀ ਦੇ ਮੁੱਢ ਇਹ ਬਣਦੇ ਔਰ ਉਹਦੇ 'ਚ ਦੇਸ਼ ਭਗਤ ਵੀ ਸ਼ਾਮਿਲ ਹੁੰਦੇ, ਪੰਜਾਬ ਦੇ ਹੋਰ ਲੋਕ ਵੀ ਸ਼ਾਮਿਲ ਹੁੰਦੇ। ਅਤੇ ਮੈਂ ਇਹ ਸਮਝਣਾ ਵੀ ਇਹ ਪੰਜਾਬ ਦੀ ਕੌਮੀ ਪਾਰਟੀ ਬਣ ਸਕਦੀ ਸੀ ਔਰ ਮੇਰਾ ਖਿਆਲ ਹੈ ਵੀ ਸ਼ਾਇਦ ਕਿਉਂਕਿ ਊਧਮ ਸਿੰਘ ਕਸੇਲ ਦਾ ਖਿਆਲ ਸੀ, ਉਹਨੇ ਚਿੱਠੀ 'ਚ ਲਿਖਿਆ ਮਾਸਕੋ ਨੂੰ ਵੀ 5 ਲੱਖ ਅਕਾਲੀ ਇਨਕਲਾਬ ਦੀ ਲੜਾਈ ਵਿੱਚ ਸ਼ਾਮਿਲ ਹੋਣ ਲਈ ਤਿਆਰ ਹੈ। ਤੋ ਜੇ ਕਿਤੇ ਭਾਈ ਸੰਤੋਖ ਸਿੰਘ ਵਰਗੇ ਕੁਰਬਾਨੀ ਦੇ ਪੁੰਜ ਊਧਮ ਸਿੰਘ ਕਸੇਲ ਵਰਗੇ ਜਿਹੜੇ ਅਕਾਲੀਆਂ ਦੇ ਨੇੜੇ ਸੀ ਉਹ ਇਸ ਲਹਿਰ ਵਿੱਚ ਕੁੱਦ ਪੈਂਦੇ, ਖੱਬੀ ਪਾਰਟੀ ਬਣਾ ਲੈਂਦੇ ਤੇ ਸ਼ਾਇਦ ਅਕਾਲੀ ਵੀ ਖਿੱਚੇ ਜਾਂਦੇ, ਕਾਂਗਰਸੀ ਵੀ ਖਿੱਚੇ ਜਾਂਦੇ ਔਰ ਇਹ ਪੰਜਾਬ ਦੀ ਇੱਕ ਐਸੀ ਕੌਮੀ ਪਾਰਟੀ ਬਣਦੀ ਲੈਫਟ, ਹਾਂਜੀ, ਜਿਹੜੀ ਆਪਾਂ ਉਹਨਾਂ ਨੂੰ ਕਮਿਊਨਿਸਟ ਪਾਰਟੀ ਕਹਿ ਸਕਦੇ ਹਾਂ। ਪਰ ਜੇ ਹੋ ਸਕਦਾ ਸੀ, ਇੱਕ ਗੱਲ ਹੋਰ ਵੀ ਸਮਝਣ ਵਾਲੀ ਆ ਵੀ ਇੱਕਦਮ ਇਨਕਲਾਬ ਆ ਜਾਣਾ ਜਿਹੜਾ ਸੀ ਨਾ, ਉਹ ਸਾਡਾ ਸੁਪਨਾ ਜ਼ਰੂਰ ਸੀ, ਇਨਕਲਾਬ ਆਉਂਦਾ ਨਹੀਂ ਹੈ। ਪਹਿਲਾਂ ਬੁਰਜੁਆਜ਼ੀ ਇਨਕਲਾਬ ਆਉਂਦਾ, ਪਹਿਲਾਂ ਲੋਕਤੰਤਰੀ ਆਜ਼ਾਦੀ ਆਉਂਦੀ। ਇੱਕ ਮੈਂ ਛੋਟਾ ਜਿਹਾ ਇਜ਼ਾਫਾ ਕਰਨਾ ਚਾਹੁੰਦਾ ਤੁਹਾਡੀ ਇਸ ਜਾਣਕਾਰੀ ਦੇ ਵਿੱਚ ਕਿ ਜਿਹੜੀ ਕਮਿਊਨਿਸਟ ਪਾਰਟੀ ਊਧਮ ਸਿੰਘ ਕਸੇਲ ਨੇ ਬਣਾਈ ਸੀ ਜਾਂ ਜਿਹੜਾ ਉਹਨੇ ਸੰਵਿਧਾਨ ਲਿਖਿਆ ਸੀ, ਹਾਂਜੀ ਹਾਂਜੀ, ਉਹਦਾ ਨਾਂ ਉਹਨਾਂ ਨੇ ਰੱਖਿਆ ਸੀ ਸਾਂਝੀਵਾਲਤਾ ਪਾਰਟੀ। ਹਾਂ ਠੀਕ ਹੈ, ਠੀਕ ਹੈ, ਸਾਂਝੀਵਾਲਤਾ ਤੇ ਬ੍ਰੈਕਟ 'ਚ ਲਿਖਿਆ ਸੀ ਕਮਿਊਨਿਸਟ। ਹਾਂਜੀ ਹਾਂਜੀ, ਠੀਕ ਹੈ ਜੀ। ਔਰ ਉਹ ਉਤੋਂ ਇਹ ਲੱਗਦਾ ਹੈ ਕਿ ਜਿਹੜਾ ਸਾਂਝੀਵਾਲਤਾ ਦਾ ਕਨਸੈਪਟ ਸਿੱਖ ਧਰਮ ਚੋਂ ਆਇਆ ਸੀ, ਗੁਰਬਾਣੀ ਦੇ ਫਲਸਫੇ ਸੀ, ਉਹਨੂੰ ਬੇਸ ਬਣਾ ਕੇ ਉਹ ਕਮਿਊਨਿਸਟ ਪਾਰਟੀ ਦਾ ਬਣਾਈ ਸੀ। ਫਿਰ ਉਹਨਾਂ ਨੇ ਰਾਬਤਾ ਵੀ ਸਿੱਧਾ ਮਾਸਕੋ ਦੇ ਨਾਲ, ਉਹ ਜਿਹੜੇ ਤੁਸੀਂ ਲੈਟਰ ਦਾ ਜ਼ਿਕਰ ਕੀਤਾ ਵੀ ਉਹਦੇ ਵਿੱਚ ਆ ਵੀ ਜ਼ਿਕਰ ਕੀਤਾ ਸੀ ਵੀ ਸਾਨੂੰ ਇੰਨੇ ਹਥਿਆਰ ਚਾਹੀਦੇ ਆ, ਇੰਨੇ ਅਕਾਲੀ ਹਥਿਆਰ ਚੱਕ ਕੇ ਲੜਨ ਦੇ ਲਈ ਤਿਆਰ ਆ। ਉਹ ਲੈਟਰ ਕਿੱਦਾਂ ਪਹੁੰਚਾ ਨਹੀਂ ਪਹੁੰਚਾ ਇਹ ਵੱਖਰਾ ਇੱਕ ਇਤਿਹਾਸ ਹੈਗਾ ਕਿ ਉਹਦਾ ਰਿਐਕਟ ਕਿਸ ਤਰ੍ਹਾਂ ਹੋਇਆ। ਹੁਣ ਤੁਸੀਂ ਇਹ ਕਹਿਣਾ ਜਿਹੜੀ ਬੜੀ ਸਪਸ਼ਟ ਗੱਲ ਕੀਤੀ ਆ ਕਿ ਜੇ ਉਹਨਾਂ ਦੇ ਜਿਹੜੇ ਸਟਾਈਲ ਦੇ ਨਾਲ ਇੱਥੇ ਕਮਿਊਨਿਸਟ ਪਾਰਟੀ ਬਣਦੀ ਜਾਂ ਸਾਂਝੀਵਾਲਤਾ ਉਹਦਾ ਨਾਂ ਵੀ ਹੁੰਦਾ ਜਾਂ ਉਸ ਫਲਸਫੇ ਤੇ, ਤਾਂ ਫਿਰ ਲੈਫਟ ਮੂਵਮੈਂਟ ਬਹੁਤ ਤਕੜੀ ਹੋ ਸਕਦੀ ਸੀ। ਜਿਹੜੀ ਚਾਨਾ ਜੀ ਜਿਹਦੇ ਵੱਲ ਆਪਾਂ ਧਿਆਨ ਨਹੀਂ ਦਿੰਦੇ ਹੋਇਆ ਵੀ 1930 ਤੋਂ ਬਾਅਦ ਫਿਰਕਾ ਪ੍ਰਸਤੀ ਵੱਧਦੀ ਗਈ ਹੈ ਜੀ। ਇੱਕ ਪਾਸੇ ਮੁਸਲਿਮ ਕੌਮ ਪ੍ਰਸਤੀ ਵਧੀ, ਦੂਜੇ ਪਾਸੇ ਸਿੱਖ ਕੌਮ ਪ੍ਰਸਤੀ ਵਧੀ ਔਰ ਆਪਣੇ ਆਪਣੇ ਭਾਈਚਾਰੇ ਦਾ ਕੱਲ੍ਹ ਨੂੰ ਆਜ਼ਾਦੀ ਤੋਂ ਬਾਅਦ ਕੀ ਰੋਲ ਹੋਏਗਾ ਇਹਦੇ ਬਾਰੇ ਫਿਕਰਮੰਦੀ ਹੋ ਗਈ। ਪਰ ਜਿਹੜੀ ਪਾਰਟੀ ਦਾ ਮੈਂ ਜ਼ਿਕਰ ਕਰ ਰਿਹਾ ਭਾਈ ਸੰਤੋਖ ਸਿੰਘ ਦੀ ਜਾਂ ਊਧਮ ਸਿੰਘ ਕਸੇਲ ਦੀ, ਜੇ ਕਿਤੇ ਇਸ ਕਿਸਮ ਦੀ ਖੱਬੀ ਪਾਰਟੀ ਬਣਦੀ ਜਿਹਦੇ ਵਿੱਚ ਦੇਸ਼ ਭਗਤ ਵੀ ਸ਼ਾਮਿਲ ਹੁੰਦੇ, ਬਾਬਾ ਵਿਸਾਖਾ ਸਿੰਘ ਅਕਾਲੀ ਸੀ, ਬਾਬਾ ਵਿਸਾਖਾ ਸਿੰਘ ਕਿਸੇ ਸਮੇਂ 1930 ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਵੀ ਬਣਿਆ। ਤੋ ਜੇ ਕਿਤੇ ਇੱਕ ਪਾਸੇ ਸਿੱਖ ਲਹਿਰ ਜਿਹੜੀ ਅਕਾਲੀਆਂ ਦੇ ਪਾਸ ਆ ਗਈ, ਸਿੱਖ ਮੂਵਮੈਂਟ, ਸਿੱਖ ਲਹਿਰ, ਸਿੱਖ ਰਾਜਨੀਤਿਕ ਲਹਿਰ ਕਹਿ ਲੈਂਦੇ, ਦੂਜੇ ਪਾਸੇ ਪੰਜਾਬ ਦੀ ਖੱਬੀ ਲਹਿਰ ਇਕੱਠੀਆਂ ਹੁੰਦੀਆਂ, ਤਾਂ ਸ਼ਾਇਦ ਮੁਸਲਮਾਨ ਭਾਈਚਾਰਾ ਪੰਜਾਬ ਦਾ, ਹਿੰਦੂ ਭਾਈਚਾਰਾ, ਸਿੱਖ ਭਾਈਚਾਰਾ ਅਲੱਗ-ਅਲੱਗ ਨਾ ਹੁੰਦੇ। ਮੇਰਾ ਸੁਪਨਾ ਇਹ ਸੀ ਵੀ 1947 ਤੱਕ ਪੰਜਾਬੀਆਂ ਨੂੰ ਕੌਮ ਬਣਨਾ ਚਾਹੀਦਾ ਸੀ। ਪੰਜਾਬੀਆਂ ਨੂੰ ਕੌਮ ਬਣਾਉਣ ਦਾ ਖਿਆਲ ਵੈਸੇ ਸਾਡੇ ਦੇਸ਼ ਭਗਤਾਂ ਨੂੰ ਵੀ ਨਹੀਂ ਸੀ ਔਰ ਉਸ ਸਮੇਂ ਦੇ ਖੱਬੀ ਪਾਰਟੀ ਦੇ ਲੀਡਰਾਂ ਨੂੰ ਵੀ ਨਹੀਂ ਸੀ, ਪਰ ਪੰਜਾਬ ਇੱਕ ਪੰਜਾਬੀਆਂ ਦਾ ਘਰ ਹੈ, ਇਹ ਪੰਜਾਬ ਦਾ ਕੌਮੀ ਘਰ ਹੈ। ਹਿੰਦੁਸਤਾਨ ਸਿਰਫ ਇੱਕ ਦੇਸ਼ ਨਹੀਂ ਹੈ, ਦੇਸ਼ਾਂ ਦਾ ਦੇਸ਼ ਹੈ। ਹਿੰਦੁਸਤਾਨ ਕੌਮਾਂ ਦੀ ਇੱਕ ਫੈਡਰੇਸ਼ਨ ਹੈ ਔਰ ਇਸ ਕਿਸਮ ਦੀ ਰਾਜਬੰਤਰ ਅਮਰੀਕਾ ਵਿੱਚ ਸੀ ਔਰ ਸਾਡੇ ਦੇਸ਼ ਭਗਤਾਂ ਨੂੰ ਉਹ ਚੰਗੀ ਲੱਗੀ ਸੀ। ਇਸ ਕਿਸਮ ਦੀ ਰਾਜਬੰਤਰ ਭਾਰਤ ਨੂੰ ਵੀ ਚਾਹੀਦੀ ਸੀ, ਹੁਣ ਵੀ ਚਾਹੀਦੀ ਹੈ।
ਜੇ ਭਾਰਤ ਨੇ ਸੱਚਮੁੱਚ ਤਰੱਕੀ ਕਰਨੀ ਹੈ, ਸਾਰੀਆਂ सूबाई इकाइयां ने तरक्की करनी है, जे आज़ादी और जे गरीबी और बेरोज़गारी का मसला हल करना, तो जिन्ना चिर हेठां तक लोकतंत्री आज़ादी नहीं आती, और लोकतंत्री आज़ादी ताही फलदार साबित होएगी जे लोगों की पार्टिसिपेशन होवे, और लोगों की पार्टिसिपेशन का मतलब हिंदुआ सिखा मुसलमानों की साझी पार्टिसिपेशन। एक बोगसा होर क्लैरिफिकेशन तुसी दिओ, तुहाडी इस सारी गल दे विचों ये लगदा कि अकाली लीडरशिप दे विच भी वड्डा सैक्शन इदां दा ही सी जिहदे उत्ते प्रभाव उही सी सांझीवालता वाला, और वो सांझीवालता नूं अपनाए होए सन, और वो इस मूवमेंट दे विच शामिल जे खुल्लम खुल्ला कम्युनिस्ट पार्टी दी फॉर्मेशन गदरी इदां ना बनांदे, जिद्दां तुसीं एक वारी कहा भी सी भी ना बनाउंदे, अकाली लहर दे विच ही उन्हां दी लीडरशिप उन्हां दे हत्थ 'च रहिंदी, तां शायद अकाली लहर एक सोशलिस्ट लहर बिल्कुल बन जानी सी। तुसीं की कहंदे? बन जाण। मैं तुहानूं पहलां अर्ज कीती सी कि 1920 तो 40 तक अकाली कांग्रेस दे मैंबर सी। ਇਹਦਾ ਮਤਲਬ ਉਹ ਸਿਰਫ ਇੱਕ ਫਿਰਕੂ ਪਾਰਟੀ ਨਹੀਂ ਸੀ, ਗੁਰਦੁਆਰਿਆਂ ਦੀ ਰਾਜਨੀਤੀ 'ਚ ਹਿੱਸਾ ਲੈਂਦੇ ਸੀ, ਲੇਕਿਨ ਉਹ ਫਿਰਕੂ ਪਾਰਟੀ ਨਹੀਂ ਸੀ, ਉਹਨਾਂ ਦਾ ਆਜ਼ਾਦੀ ਮੂਵਮੈਂਟ ਵਿੱਚ ਹਿੱਸਾ ਸੀ। ਸਿਰਫ ਇਹ ਹੈ ਵੀ ਖੱਬੀ ਲਹਿਰ ਅਲੱਗ ਹੋ ਗਈ ਤੇ ਕਾਂਗਰਸ ਤੇ ਅਕਾਲੀ ਅਲੱਗ ਰਹਿ ਗਏ। ਅਕਾਲੀਆਂ ਵਿੱਚ ਤਾਂ ਬਹੁਤ ਵੱਡਾ ਸੈਕਸ਼ਨ ਸੀ, ਜਿਵੇਂ 1900 ਦੂਜੇ ਵਿਸ਼ਵ ਯੁੱਧ ਦੇ ਦਿਨਾਂ ਵਿੱਚ 1940 ਔਰ 45 ਦੇ ਵਿਚਕਾਰ ਅਕਾਲੀਆਂ ਦੇ ਦੋ ਧੜੇ ਸੀ, ਇੱਕ ਗਿਆਨੀ ਕਰਤਾਰ ਸਿੰਘ ਦਾ ਔਰ ਦੂਸਰਾ ਉਦਮ ਸਿੰਘ ਨਾਗੋਕੇ ਦਾ। ਨਾਗੋਕੇ ਗਰੁੱਪ ਜਿਹੜਾ ਹੈ ਉਹ ਜੇਲ੍ਹਾਂ ਚਲਾ ਗਿਆ ਕਾਂਗਰਸ ਦੇ ਨਾਲ ਮਿਲ ਕੇ, ਤੇ ਗਿਆਨੀ ਕਰਤਾਰ ਸਿੰਘ ਤੇ ਬਾਸਤਾਰਾ ਸਿੰਘ ਉਸ ਵੇਲੇ ਜੇਲ੍ਹਾਂ 'ਚ ਨਹੀਂ ਗਏ, ਲੇਕਿਨ ਉਹ ਗੱਦਾਰ ਨਹੀਂ ਸੀ। ਉਹ ਉਹਨਾਂ ਨੂੰ ਫਿਕਰ ਸੀ ਵੀ ਕੱਲ ਨੂੰ ਜੇ ਪਾਕਿਸਤਾਨ ਬਣ ਗਿਆ ਤੇ ਸਿੱਖਾਂ ਦਾ ਕੀ ਬਣੇਗਾ। ਇਸ ਕਰਕੇ ਅਸਲ ਬੁਰਾਈ ਜਿਹੜੀ ਸੀ ਉਹ ਸਿੱਖਾਂ ਹਿੰਦੂਆਂ ਮੁਸਲਮਾਨਾਂ ਦਾ ਇਹ ਫਿਕਰਮੰਦੀ ਸੀ ਵੀ ਆਜ਼ਾਦੀ ਤੋਂ ਬਾਅਦ ਸਾਡਾ ਕੀ ਬਣੇਗਾ। ਇਹ ਫਿਕਰਮੰਦੀ ਨਹੀਂ ਹੋਣੀ ਚਾਹੀਦੀ ਸੀ, ਔਰ ਇਹ ਫਿਕਰਮੰਦੀ ਤਾਂ ਨਹੀਂ ਪੈਦਾ ਹੋਣੀ ਸੀ ਜੇ ਕਿਤੇ ਦੇਸ਼ ਭਗਤ ਔਰ ਖੱਬੀ ਸੋਚ ਵਾਲੇ ਲੋਕ ਔਰ ਅਕਾਲੀ ਤੇ ਕਾਂਗਰਸੀ ਇਹ ਇੱਕ ਸਾਂਝੀ ਬੁਰਜਵਾਜ਼ੀ ਪਾਰਟੀ ਭਾਵੇਂ ਉਹਨੂੰ ਕਹਿ ਲਓ ਜਾਂ ਕਹਿ ਲਓ ਵੀ ਕੌਮੀ ਪਾਰਟੀ ਵਿੱਚ ਸ਼ਾਮਲ ਹੁੰਦੇ, ਔਰ ਅਸੀਂ ਆਜ਼ਾਦੀ ਦੀ ਲੜਾਈ ਲਈ ਰਲ ਕੇ ਲੜਦੇ ਤੇ ਨਾਲ ਨਾਲ ਸਮਾਜਵਾਦ ਵਾਸਤੇ ਵੀ ਰਲ ਕੇ ਲੜਦੇ, ਔਰ ਨਾਲ ਨਾਲ ਫੈਡਰਲ ਆਜ਼ਾਦੀ ਲਈ ਵੀ ਰਲ ਕੇ ਲੜਦੇ। ਹਾਂਜੀ, ਪੰਜਾਬ ਇੱਕ ਦਾ ਇੱਕ ਅੰਦਰਲੀ ਆਜ਼ਾਦੀ ਪੰਜਾਬ ਨੂੰ ਹਾਸਲ ਹੁੰਦੀ, ਬੰਗਾਲ ਨੂੰ ਅੰਦਰਲੀ ਆਜ਼ਾਦੀ ਹਾਸਲ ਹੁੰਦੀ, ਹਰ ਸਟੇਟ ਨੂੰ ਅੰਦਰਲੀ ਆਜ਼ਾਦੀ ਹਾਸਲ ਹੁੰਦੀ ਜਿਵੇਂ ਅਮਰੀਕਾ ਵਿੱਚ ਹੈ। ਔਰ ਇਉਂ ਭਾਰਤ ਦੀ ਰਾਜਵੰਤਰ ਜ਼ਿਆਦਾ ਅੱਛੀ ਹੋਣੀ ਸੀ, ਔਰ ਖੱਬੀ ਪਾਰਟੀ ਜਾਂ ਖੱਬੀ ਰਾਜਨੀਤੀ ਫਿਰ ਪੰਜਾਬ 'ਚ ਬਹੁਤ ਤਕੜੀ ਹੋਣੀ ਸੀ। ਹਾਂਜੀ, ਸੋ ਭੋਗਲ ਸਾਹਿਬ ਬਹੁਤ ਹੀ ਖੂਬਸੂਰਤੀ ਦੇ ਨਾਲ ਇੱਕ ਚੁਰਾਹੇ ਦੀ ਨਿਸ਼ਾਨਦੇਹੀ ਕਰਦੇ ਨੇ ਕਿ ਇਤਿਹਾਸ ਦਾ ਇੱਕ ਐਸਾ ਮੋੜ ਸੀ, ਇੱਕ ਐਸੀ ਜਗ੍ਹਾ ਸੀ, ਔਰ ਉਹਦੇ ਵਿੱਚੋਂ ਦੋ ਕਿਸਮ ਦੇ ਵਿਚਾਰ ਇਹਨਾਂ ਦੇ ਮਨ ਦੇ ਵਿੱਚ ਉੱਠਦੇ ਨੇ ਕਿ ਜੇਕਰ ਗਦਰੀਆਂ ਨੇ ਜਿਸ ਤਰ੍ਹਾਂ ਲੈਫਟ ਮੂਵਮੈਂਟ ਨੂੰ ਆਧਾਰ ਬਣਾਉਣ ਦਾ ਯਤਨ ਕੀਤਾ ਸੀ ਜਾਂ ਸਾਂਝੀਵਾਲਤਾ ਦੇ ਨਾਅਰੇ ਦੇ ਉੱਤੇ ਉਹ ਇਕੱਠਾ ਕਰਨਾ ਚਾਹੁੰਦੇ ਸਨ, ਤਾਂ ਬਹੁਤ ਵਿਸ਼ਾਲ ਲੋਕ ਜਿਹਦੇ 'ਚ ਅਕਾਲੀਆਂ ਦਾ ਬਹੁਤ ਵੱਡਾ ਹਿੱਸਾ ਹੁੰਦਾ ਔਰ ਕਾਂਗਰਸ ਦੇ, ਉਹ ਸਾਰੇ ਮਿਲ ਕੇ ਇੱਕ ਬਹੁਤ ਹੀ ਪਾਵਰਫੁਲ ਲੈਫਟ ਮੂਵਮੈਂਟ ਬਣਨ ਦੀਆਂ ਸੰਭਾਵਨਾਵਾਂ ਸਨ। ਦੂਜਾ ਉਹ ਇਹ ਨਿਸ਼ਾਨਦੇਹੀ ਕਰਦੇ ਨੇ ਕਿ ਅਗਰ ਇਹ ਗਦਰੀ ਖੁੱਲ੍ਹਮ ਖੁੱਲ੍ਹਾ ਕਮਿਊਨਿਸਟ ਫਾਰਮੇਸ਼ਨ ਖੜੀ ਕਰਨ ਦਾ ਬਜਾਏ ਅਕਾਲੀਆਂ ਦੀ ਜਿਹੜੀ ਬਣੀ ਬਣਾਈ ਆਰਗੇਨਾਈਜੇਸ਼ਨ ਸੀ ਅਕਾਲੀ ਲਹਿਰ, ਉਹਦੇ ਲੀਡਰ ਰਹਿੰਦੇ, ਤਾਂ ਫਿਰ ਸਮੁੱਚੀ ਅਕਾਲੀ ਲਹਿਰ ਜਿਹੜੀ ਉਹ ਸੋਸ਼ਲਿਸਟ ਮੂਵਮੈਂਟ ਦਾ ਇੱਕ ਪਾਰਟ ਹੋ ਸਕਦੀ ਸੀ। ਸੋ ਇਸ ਤਰ੍ਹਾਂ ਕਰਕੇ ਭੋਗਲ ਸਾਹਿਬ ਤੁਸੀਂ ਹੁਣ ਇਹ ਦੱਸੋ ਕਿ ਜਿਹੜਾ ਸਾਡਾ ਅੱਜ ਦਾ ਵਿਸ਼ਾ ਹੈਗਾ, ਅਸੀਂ ਟਾਈਮ ਦਾ ਖਿਆਲ ਰੱਖਦੇ ਹਾਂ ਕਿ ਤੁਸੀਂ ਉਹਨੂੰ ਸਮਾਪਤ ਕਰਨ ਦਾ ਕੋਸ਼ਿਸ਼ ਕਰੋ, ਜਿਹਨੂੰ ਅਸੀਂ ਬੜਾ ਕਲੀਅਰ ਸ਼ਬਦਾਂ ਦੇ ਵਿੱਚ ਇਹ ਦੱਸ ਸਕੀਏ ਕਿ ਭੋਗਲ ਸਾਹਿਬ ਇਹ ਕਹਿੰਦੇ ਨੇ ਕਿ ਗਦਰੀ ਬਾਬੇ ਕੌਣ ਸਨ, ਕਿਉਂਕਿ ਉਹਨਾਂ ਦੇ ਬਾਰੇ 'ਚ ਇਹ ਬਹਿਸ ਚੱਲ ਰਹੀ ਹੈਗੀ ਆ, ਔਰ ਇਸ ਤਰ੍ਹਾਂ ਦਾ ਨਖੇੜਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ, ਜਿੱਦਾਂ ਜਿਹੜੇ ਕਹਿੰਦੇ ਨੇ ਕਿ ਜੀ ਉਹ ਸਿੱਖ ਸਨ, ਫਿਰ ਐਂ ਲੱਗਦਾ ਕਿ ਜਿਹੜੇ ਉਹਦੇ 'ਚ ਹਿੰਦੂ ਸਨ, ਮੁਸਲਮਾਨ ਸਨ, ਉਹਨਾਂ ਤੋਂ ਇੱਕ ਸੈਕਸ਼ਨ ਨੂੰ ਅਲੱਗ ਕਰਕੇ ਦੇਖਦੇ ਆ। ਜਿਹੜੇ ਲੋਕ ਇਹ ਕਹਿੰਦੇ ਆ ਕਿ ਲਾਲਾ ਹਰਦਿਆਲ ਵੀ ਸੀ, ਕਾਂਸ਼ੀ ਰਾਮ ਮਰੋਲੀ ਵੀ ਸੀਗੇ, ਉਹਦੇ 'ਚ ਵੱਡੇ ਵੱਡੇ ਦਿੱਗਜ ਮੁਸਲਮਾਨ ਲੀਡਰ ਵੀ ਸਨ। ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਇਹ ਇੱਕ ਸੋਚਿਆ ਸਮਝਿਆ ਕੋਈ ਪੈਂਤਰਾ ਹੈ ਕਿ ਸਿੱਖ ਸੈਕਸ਼ਨ ਸੀ ਜਿਹੜਾ ਗਦਰ ਮੂਵਮੈਂਟ ਦੇ ਵਿੱਚ, ਉਹਨੂੰ ਤੇ ਦੂਸਰਿਆਂ ਨੂੰ ਅਲੱਗ-ਅਲੱਗ ਕਰਕੇ ਦੇਖਿਆ ਜਾਏ। ਚਾਹਨਾ ਜੀ ਇਹ ਤਾਂ ਬਿਲਕੁਲ ਗਲਤ ਹੈ। ਜਿਹੜੇ ਲੋਕ ਇਸ ਤਰ੍ਹਾਂ ਪੇਸ਼ ਕਰਦੇ ਆ ਨਾ ਵੀ ਇਹ ਸਿੱਖ ਸੀ, ਉਹ ਬਿਲਕੁਲ ਸਾਰੀ ਗਦਰ ਪਾਰਟੀ ਦੇ ਇਤਿਹਾਸ ਨੂੰ ਭੁੱਲ ਕੇ ਕਰਦੇ। ਉਹਨਾਂ ਨੇ ਗਦਰ ਪਾਰਟੀ ਦਾ ਇਤਿਹਾਸ ਪੜ੍ਹਿਆ ਹੀ ਨਹੀਂ।
ਗਦਰ ਪਾਰਟੀ ਦੇ ਇਤਿਹਾਸ ਤੋਂ ਜਾਣਦੇ ਹੀ ਨਹੀਂ। ਆਪਾਂ ਤਾਂ ਗਦਰੀ ਦੇਸ਼ ਭਗਤਾਂ ਦੇ ਦਰਸ਼ਨ ਕਰਦੇ ਹਾਂ, ਸਾਡੇ ਸਾਹਮਣੇ ਹੈਗੇ ਆ, ਔਰ ਇਹਨਾਂ ਦਾ ਇਤਿਹਾਸ ਵੀ ਵਾਰ-ਵਾਰ ਪੜ੍ਹਦੇ ਹਾਂ। ਇਹ ਸਿੱਖ ਹੋਣ ਦੇ ਬਾਵਜੂਦ, ਜਿਵੇਂ ਮੈਂ ਸ਼ੁਰੂ ਚਰਚ ਕੀਤੀ ਸੀ, ਇਹ ਪੂਰੇ ਦੇਸ਼ ਦੇ ਨੁਮਾਇੰਦੇ ਸਨ, ਪੂਰੇ ਦੇਸ਼ ਦੀ ਚਿੰਤਾ ਕਰਨ ਵਾਲੇ ਸਨ। ਇਹ ਕੌਮ ਪ੍ਰਸਤ ਸਨ, ਪਹਿਲਾਂ ਇਹ ਕੌਮ ਪ੍ਰਸਤ ਸਨ, ਨੈਸ਼ਨਲਿਸਟ ਸਨ, ਫਿਰ ਇਹ ਖੱਬੀ ਸੋਚ ਵੱਲ ਉਲਰ ਗਏ। ਮੈਂ ਇਹ ਸਗੋਂ ਕਹਿਣਾ ਇਹ ਚਾਹੁੰਦਾ ਵੀ ਜੇ ਕਿਤੇ, ਜਿਵੇਂ ਮੈਂ ਪਹਿਲਾਂ ਵੀ ਅਰਜ਼ ਕੀਤੀ ਸੀ, ਵੀ ਜੇ ਕਿਤੇ ਇਹ ਦੇਸ਼ ਭਗਤ ਪੰਜਾਬ ਦੇ, ਇੱਕ ਤਾਂ ਮੇਰਾ ਵਿਚਾਰ ਸੀ ਨਾ ਵੀ ਅਕਾਲੀ ਕਾਂਗਰਸ ਲਹਿਰਾਂ ਨੂੰ ਇਕੱਠੇ ਕਰ ਲੈਂਦੇ, ਕੌਮੀ ਪਾਰਟੀ ਬਣਾਉਂਦੇ। ਇਹ ਤਾਂ ਇੱਕ ਸੁਪਨਾ ਹੈ ਜਿਹੜਾ ਨਹੀਂ ਹੋਇਆ, ਪਰ ਹਾਂ ਇੱਛਾ ਹੈ। ਪਰ ਇੱਕ ਹੋਰ ਇੱਛਾ ਸੋਚਣ ਵਾਲੀ ਜਿਹੜੀ ਜ਼ਿਆਦਾ ਮੰਨਣਯੋਗ ਹੈ ਵੀ ਇਹ ਕਿਰਤੀ ਪਾਰਟੀ ਬਣਾਈ ਭਾਈ ਸੰਤੋਖ ਸਿੰਘ ਨੇ। ਜੇ ਕਿਤੇ ਸੰਤੋਖ ਸਿੰਘ ਮਰਦੇ ਨਾ ਔਰ ਉਹ ਕਮਿਊਨਿਸਟ ਲੀਡਰ ਬਣ ਜਾਂਦੇ, ਔਰ ਬਾਕੀ ਜੇਲ੍ਹਾਂ 'ਚੋਂ ਆ ਕੇ ਦੇਸ਼ ਭਗਤ ਵੀ ਕਮਿਊਨਿਸਟ ਲੀਡਰ ਬਣ ਜਾਂਦੇ, ਤਾਂ ਕਮ ਸੇ ਕਮ ਕਮਿਊਨਿਸਟ ਪਾਰਟੀ ਤਾਂ ਪੰਜਾਬ ਦੀ ਬਹੁਤ ਤਕੜੀ ਲਹਿਰ ਬਣ ਸਕਦੀ ਸੀ। ਹੁਣ ਇਹ ਕਮਿਊਨਿਸਟ ਪਾਰਟੀ ਵਿੱਚ ਕੁਰਬਾਨੀ ਵਾਲੇ ਲੀਡਰ ਹੈਗੇ ਆ, ਇਹਨਾਂ ਨੇ ਸਾਰੀ ਉਮਰ ਸੰਘਰਸ਼ ਕੀਤੇ ਆ, ਮੋਰਚੇ ਲਾਏ ਆ, ਸੱਤਿਆਗ੍ਰਹਿ ਕੀਤੇ ਆ, ਪਰ ਇਹ ਪੰਜਾਬ 'ਚ ਹੁਣ ਹਾਸ਼ੀਏ 'ਤੇ ਚਲੇ ਗਈ, ਖੱਬੀ ਲਹਿਰ ਰਹਿ ਗਈ ਹੈ। ਇਹ ਨਹੀਂ ਸੀ ਹੋਣਾ ਚਾਹੀਦਾ, ਖੱਬੀ ਲਹਿਰ ਨੂੰ ਕਮਜ਼ੋਰ ਨਹੀਂ ਸੀ ਹੋਣਾ ਚਾਹੀਦਾ। ਮੈਂ ਹੁਣ ਵੀ ਨਹੀਂ ਚਾਹੁੰਦਾ ਕਿ ਖੱਬੀ ਲਹਿਰ ਕਮਜ਼ੋਰ ਹੋਵੇ। ਔਰ ਇਹਦਾ ਇੱਕ ਕਾਰਨ ਤਾਂ ਹੋਰ ਵੀ ਬਹੁਤ ਸਾਰੇ ਆ। ਇੱਕ ਕਾਰਨ ਇਹ ਆ ਵੀ ਦੇਸ਼ ਭਗਤ ਭਾਵੇਂ ਖੱਬੀ ਸੋਚ ਵਾਲੇ ਬਣ ਗਏ, ਪਰ ਉਹ ਕਮਿਊਨਿਸਟ ਪਾਰਟੀ ਦੇ ਬੁੱਢੀ ਨਹੀਂ ਬਣੇ, ਕਮਿਊਨਿਸਟ ਪਾਰਟੀ ਦੇ ਲੀਡਰ ਨਹੀਂ ਬਣੇ। ਬਾਬਾ ਸੋਹਣ ਸਿੰਘ ਭਕਨਾ ਕਿਉਂ ਨਾ ਪੰਜਾਬ ਦੇ ਕਮਿਊਨਿਸਟ ਲੀਡਰ ਬਣੇ? ਜਿਹੜੇ ਦੂਜੇ ਵੱਡੇ ਦੇਸ਼ ਭਗਤ ਹੈ ਜਿਨ੍ਹਾਂ ਨੇ ਸਾਰੀ ਉਮਰ ਜੇਲ੍ਹਾਂ 'ਚ ਗਾਲੀਆਂ, ਜਿਹੜੇ 47 ਤੱਕ ਵੀ, ਹੁਣ ਤੱਕ ਵੀ ਕਿਸੇ ਮਾੜੀ ਪਾਰਟੀ ਸ਼ਾਮਲ ਨਹੀਂ ਹੋਏ, ਕਹਿ ਲਓ ਲੋਕਾਂ ਦੇ ਵਿਰੋਧੀ ਪਾਰਟੀ ਸ਼ਾਮਲ ਨਹੀਂ ਹੋਏ, ਉਹ ਕਮਿਊਨਿਸਟ ਕਿਉਂ ਨਹੀਂ ਬਣੇ? ਤਾਂ ਕਮਿਊਨਿਸਟਾਂ ਨੇ ਵੀ ਇਹਨਾਂ ਨੂੰ ਉਵੇਂ ਅਪਣਾਇਆ ਨਹੀਂ ਜਿਵੇਂ ਬਣਾਉਣਾ ਚਾਹੀਦਾ ਸੀ। ਔਰ ਇਹ ਵੀ ਖੱਬੀ ਸੋਚ ਅਪਣਾ ਕੇ ਵੀ ਖੱਬੀ ਪਾਰਟੀ ਦੇ, ਜਾਂ ਜਿਹਨੂੰ ਸਿੱਧੇ ਲਫ਼ਜ਼ਾਂ 'ਚ ਕਹੀਏ ਕਮਿਊਨਿਸਟ ਪਾਰਟੀ ਆਫ ਇੰਡੀਆ ਦੇ ਲੀਡਰ ਨਹੀਂ ਬਣੇ, ਔਰ ਇਹਨਾਂ ਨੂੰ ਬਣਨਾ ਚਾਹੀਦਾ। ਸਾਹਿਬ ਤੁਸੀਂ ਬਹੁਤ ਵੱਡੀ ਗੱਲ ਕਹਿ ਦਿੱਤੀ ਹੈ ਕਿ ਕਮਿਊਨਿਸਟਾਂ ਨੇ ਵੀ, ਜਾਂ ਕਮਿਊਨਿਸਟਾਂ ਦੀ ਪ੍ਰਬੰਧਕ ਲੀਡਰਸ਼ਿਪ ਨੇ ਵੀ ਗਦਰੀਆਂ ਨੂੰ ਉਸ ਤਰ੍ਹਾਂ ਪ੍ਰਬੰਧ ਨਹੀਂ ਕੀਤਾ। ਇਹ ਤੁਹਾਡਾ ਪੁਖਤਾ ਰਾਏ ਹੈ। ਹਾਂਜੀ ਹਾਂਜੀ। ਸੋ ਭੋਗਲ ਸਾਹਿਬ ਨੇ ਇਸ ਮਸਲੇ ਦੇ ਵਿੱਚ ਆਪਣੀ ਰਾਏ ਦਿੱਤੀ ਔਰ ਬੜਾ ਸਮਾਂ ਸਾਨੂੰ ਦਿੱਤਾ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨ ਦਾ, ਔਰ ਅਸੀਂ ਇਹਨਾਂ ਦੇ ਬੜੇ ਮਸ਼ਕੂਰ ਹਾਂ, ਬੜੇ ਧੰਨਵਾਦੀ ਹਾਂ ਭੋਗਲ ਸਾਹਿਬ ਤੁਹਾਡੇ। ਔਰ ਇਸੇ ਹੀ ਤਰ੍ਹਾਂ ਜਿਹੜੇ ਵਿਦਵਾਨ ਆਪਣਾ ਵਿਚਾਰ ਰੱਖਦੇ ਨੇ, ਅਸੀਂ ਉਹਨਾਂ ਨੂੰ ਵੀ ਇਸੇ ਹੀ ਤਰ੍ਹਾਂ ਆਪਣੇ ਦਰਸ਼ਕਾਂ ਦੇ ਨਾਲ ਲਿਆ ਕੇ ਮਿਲਾਵਾਂਗੇ। ਜਿਹੜੀਆਂ ਗੱਲਾਂ ਤੁਸੀਂ ਕੁਝ ਉਠਾਈਆਂ ਨੇ, ਉਹਨਾਂ ਦੇ ਬੇਸ ਦੇ ਉੱਤੇ ਉਹਨਾਂ ਨਾਲ ਵੀ ਸਵਾਲ ਕਰਾਂਗੇ ਕਿ ਉਹਨਾਂ ਦੀ ਕੀ ਰਾਏ ਹੈ। ਥੈਂਕ ਯੂ ਵੈਰੀ ਮਚ ਭੋਗਲ ਸਾਹਿਬ। ਚਾਹਨਾ ਜੀ, ਤੁਸੀਂ ਬਹੁਤ ਵਧੀਆ ਪਲੇਟਫਾਰਮ ਪੈਦਾ ਕੀਤਾ ਆ। ਥੈਂਕ ਯੂ। ਔਰ ਪੰਜਾਬੀਆਂ ਨੂੰ, ਸਾਰੀ ਦੁਨੀਆ ਵਿੱਚ ਬੈਠੇ ਦਰਸ਼ਕਾਂ ਤੇ ਸਰੋਤਿਆਂ ਨੂੰ ਇਸ ਕਿਸਮ ਦੇ ਪਲੇਟਫਾਰਮ ਦੀ ਲੋੜ ਹੈ ਜਿਹੜਾ ਉਹਨਾਂ ਨੂੰ ਸੋਚਣ ਦਾ ਮੌਕਾ ਦੇਵੇ, ਉਹਨਾਂ ਦੇ ਮਨਾਂ ਵਿੱਚ ਉਹਨਾਂ ਦੇ ਦਿਮਾਗਾਂ 'ਤੇ ਦਸਤਕ ਦੇਵੇ। ਪੰਜਾਬੀ ਲੋਕ ਜਿਹੜੇ ਆ ਨਾ, ਉਹ ਢਿੱਡ ਵੱਲ ਜ਼ਿਆਦਾ ਧਿਆਨ ਦੇ ਰਹੇ, ਦਿਮਾਗ ਵੱਲ ਧਿਆਨ ਨਹੀਂ ਦੇ ਰਹੇ। ਗਿਆਨ ਦੀ ਬੜੀ ਕਮੀ ਹੈ, ਸੋਚ ਦੀ ਬੜੀ ਕਮੀ ਹੈ, ਸੰਵੇਦਨਾ ਦੀ ਬੜੀ ਕਮੀ ਹੈ। ਔਰ ਇਹ ਤੁਹਾਡੀ ਜਿਹੜੀਆਂ ਗੱਲਾਂ ਤੁਸੀਂ ਮੇਰੇ ਤੋਂ ਪੁੱਛੀਆਂ ਜਾਂ ਕਰਵਾਈਆਂ, ਔਰ ਜਿਹੜੀਆਂ ਤੁਸੀਂ ਕੀਤੀਆਂ, ਇਹ ਬੜੀਆਂ ਕੀਮਤੀ ਹੈ। ਔਰ ਇਹ ਸਾਡੇ ਸੰਸਾਰ ਭਰ ਵਿੱਚ ਬੈਠੇ ਜਿਹੜੇ ਪੰਜਾਬੀ ਸਾਡੇ ਦਰਸ਼ਕ ਤੇ ਸਰੋਤੇ, ਉਹਨਾਂ ਤੱਕ ਪਹੁੰਚਣੀਆਂ ਚਾਹੀਦੀਆਂ। ਮੈਂ ਤੁਹਾਨੂੰ ਵਧਾਈ ਦਿੰਦਾ, ਤੁਸੀਂ ਅੱਛਾ ਯਤਨ ਕਰ ਰਹੇ ਹੋ। ਥੈਂਕ ਯੂ ਵੈਰੀ ਮਚ।